पंजाबी वेख रहे सारे दर्शकों ਨੂੰ ਸ਼ੈਰੀ ਦੱਤਾ ਦੀ प्यार भरी नमस्ते सत श्री अकाल वेलकम टू सांझ दिलां दी। सारे ठीक ठाक हो की हाल चाल है? लो जी एक होर नवा दिन शुरू हो गया और इस नवे दिन दे विच नवीं गल्लां बातां दोस्तों बड़ियां गल्लां हुंदियां ने तुहाडे सारिਆਂ दे नाल करन वास्ते। रोज़मर्रा दीयां गल्लां हुंदियां ने, आम गल्लां हुंदियां ने, समाज दीयां गल्लां हुंदियां ने। कई बार मैं आप सोचती हाँ कि किस बारे तुहाडे नाल गल कीती जाए। इवें लगता है कि हर कोई जो भी गल असीं करदे हां कि उसका सही मतलब समझदा हैगा। बई सारियां नूं खुश करना तो बड़ा मुश्किल है। सारे राजी किवें होण? किसी नूं किसी गल तो गिला हैगा, किसी नूं किसी गल तो शिकायत हैगी है, किसी नूं बहुत खुशी हैगी है, किसी दी जिंदगी दा कोई एक्सपीरियंस है, किसी दी जिंदगी दी कहानी कुछ होर हैगी है। अजकल तुहानूं पता है गल करदे होए भी थोड़ा जिहा संगना पैंदा, थोड़ा जिहा मन नूं जुबान नूं कंट्रोल रख के गल करनी पैंदी है। वो क्यों? वो भाई इस करके करनी पैंदी है कि सामने वाला बुरा ना मन जाए। बुरा की मनेगा भाई? ਉਹਦੇ ਨਾਲ ਤੇ कोई भी गल करो वो बंदे ने तो बुरा ही मनना हैगा। सारा वक्त उसके मत्थे ते वट चढ़े रहने आ और सारा वक्त उसका जिहड़ा है ना अजीब जिहा मूँह बनिया रहना है। पर ਇਹ ਤੇ गल हुई कि चलो ਉਹਦਾ नेचर है, ਉਹਦਾ सुभाव है, थोड़ा सीरीयस रहता है। पर कई लोग इहो ਜਿਹੇ ने साडी आले दुआले जिंदगी दे विच, तुहाडे सारिਆਂ दे नाल भी होने आ, रिश्तेदारी दे विच, अपने बच्चे, हसबैंड वाइफ, मासियां चाचे, कोई भी जिन्हां दे नाल तुसी कोई भी गल करदे हो ते तुहानूं लगदा है कि इस गल नूं सोच समझ के करना पेगा जां सानूं इन्हां ने कोई गल इदां दी करनी है जिहड़ी कि बड़ी दिल नूं चुभ जाएगी। हुंदा है ना कई बारी एवें कि भाई ਉਹਦੇ ਨਾਲ की गल करनी है, ਉਹਨੇ ਤੇ इस गल ਨੂੰ ਪੁੱਠਾ ਲੈਣਾ ਹੈਗਾ। ਸਿੱਧੀ ਵੀ ਗੱਲ ਕੋਈ ਕਈ ਵਾਰ ਹੁੰਦਾ ਕਿ ਆਪਾਂ ਕਿਸੇ ਨੂੰ ਕੋਈ ਸਮਝਾਉਣ ਵਾਸਤੇ ਕੋਈ ਗੱਲ ਕਰਦੇ ਆ ਪਰ ਸਾਹਮਣੇ ਵਾਲੇ ਦਾ ਜਿਹੜਾ ਦਿਮਾਗ ਹੈ ਉਹ 7ਵੇਂ ਅਸਮਾਨ ਤੇ ਚੜਿਆ ਹੁੰਦਾ। ਪਤਾ ਨਹੀਂ ਕੀ ਵਜ੍ਹਾ ਉਸ ਨੂੰ ਵਿਚਾਰੇ ਨੂੰ ਕੀ ਪਰੇਸ਼ਾਨੀ ਹੈ ਜਾਂ ਸਹੀ ਮਾਇਨੇ 'ਚ ਉਹ ਕੋਈ ਤੁਹਾਨੂੰ ਕਿਸੇ ਤਰੀਕੇ ਦਾ ਐਟੀਟਿਊਡ ਵਿਖਾ ਰਿਹਾ ਤੇ ਉਹ ਇਨਸਾਨ ਜਿਹੜਾ ਹੈਗਾ ਉਸ ਦੇ ਨਾਲ ਤੁਸੀਂ ਡਰਦੇ ਹੋ ਕਿ ਇਸ ਦੇ ਨਾਲ ਗੱਲ ਕੀ ਕੀਤੀ ਜਾਏ। ਸੋ ਪਿਆਰੇ ਦਰਸ਼ਕੋ, ਅੱਜ ਜੋ ਆਪਾਂ ਆਪਸ ਦੇ ਵਿੱਚ ਮੈਂ ਕੀ ਗੱਲ ਕਰਨੀ ਹੈ, ਆਪਾਂ ਜੋ ਗੱਲ ਆਪਸ ਦੇ ਵਿੱਚ ਕਰਾਂਗੇ ਉਹ ਗੱਲ ਦੇ ਵਿੱਚ ਤੁਸੀਂ ਸਾਰੇ ਦੱਸੋ ਕਿ ਕਦੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਇਹੋ ਜਿਹਾ ਵਾਪਰਿਆ ਰਿਸ਼ਤੇਦਾਰੀ ਦੇ ਵਿੱਚ ਜਾਂ ਕੁਝ ਕਿ ਤੁਸੀਂ ਕਿਸੇ ਦੇ ਨਾਲ ਸਿੱਧੀ ਗੱਲ ਕੀਤੀ ਹੋਵੇ, ਪਿਆਰ ਨਾਲ ਗੱਲ ਕੀਤੀ ਹੋਵੇ, ਕੋਈ ਮਜ਼ਾਕ ਕੀਤਾ ਹੋਵੇ ਤੇ ਉਸਨੇ ਬੜਾ ਬੁਰਾ ਮਨਾਇਆ ਔਰ ਤੁਹਾਡੀ ਰਿਸ਼ਤੇਦਾਰੀ ਦੇ ਵਿੱਚ ਤੁਹਾਡਾ ਜਿਹੜਾ ਆਪਸੀ ਪਿਆਰ ਹੈਗਾ ਉਸ ਦੇ ਵਿੱਚ ਕੁਝ ਫਿੱਕ ਪੈ ਗਈ ਹੋਵੇ, ਉਹ ਕਮਜ਼ੋਰ ਹੋ ਗਿਆ ਰਿਸ਼ਤਾ ਇੱਕ ਸਿਰਫ ਛੋਟੇ ਜਿਹੇ ਮਜ਼ਾਕ ਕਰਕੇ, ਇੱਕ ਕੋਈ ਛੋਟੀ ਜਿਹੀ ਗੱਲ ਕਰਕੇ। ਹੁਣ ਭਾਈ ਦਿਲ ਦੇ ਵਿੱਚ ਵੜ ਕੇ ਕੌਣ ਵੇਖੇਗਾ? ਕਿਸੇ ਦੇ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਕੋਈ ਤੁਹਾਡੇ ਦਿਲ ਦੇ ਵਿੱਚ ਵੇਖੇਗਾ ਕਿ ਤੁਸੀਂ ਕੀ ਸੋਚ ਰਹੇ ਹੋ। ਤੁਸੀਂ ਇਹ ਗੱਲ ਕਹੀ ਹੈ ਤੇ ਕਹੀ ਕਿਉਂ ਹੈ? ਜੋ ਗੱਲ ਮੂੰਹੋਂ ਨਿਕਲ ਗਈ, ਕਹਿੰਦੇ ਆ ਮੂੰਹੋਂ ਨਿਕਲੇ ਹੋਏ ਲਫ਼ਜ਼ ਤੇ ਕਮਾਨ ਤੋਂ ਚੱਲੇ ਹੋਏ ਜਿਹੜੇ ਤੀਰ ਆ ਉਹ ਹੁਣ ਵਾਪਸ ਨਹੀਂ ਆ ਸਕਦੇ, ਉਹ ਤੇ ਚੱਲ ਗਏ। ਲਫ਼ਜ਼ ਜਿਹੜੇ ਆ ਉਹ ਤੁਸੀਂ ਕਹਿਤੇ, ਤੁਹਾਡੇ ਮਨ 'ਚ ਕੁਝ ਸੀਗਾ, ਤੁਹਾਡੇ ਮਨ 'ਚ ਕੁਝ ਨਹੀਂ ਸੀਗਾ, ਇਹ ਤੇ ਹੁਣ ਕੌਣ ਜਾਣਦਾ ਤੇ ਤੁਸੀਂ ਜਾਣਦੇ ਹੋ। ਸੋ ਅੱਜ ਆਪਾਂ ਗੱਲ ਕਰਾਂਗੇ ਕਿ ਕਿਸੇ ਦੇ ਨਾਲ ਵੀ ਗੱਲ ਕਰੋ। ਇੱਕ ਤੇ ਬਾਡੀ ਲੈਂਗੁਏਜ ਬਾਰੇ ਅਸੀਂ ਪਹਿਲੇ ਗੱਲ ਕੀਤੀ ਸੀ ਕਿ ਸਰੀਰ ਦੀ ਇੱਕ ਜ਼ੁਬਾਨ ਹੁੰਦੀ ਹੈ। ਕਿਸੇ ਦੇ ਨਾਲ ਹੱਸ ਕੇ ਬੋਲਣਾ ਜਾਂ ਕਿਸੇ ਦੇ ਨਾਲ ਮੱਥੇ ਤੇ ਵੱਟ ਪਾ ਕੇ ਬੋਲਣਾ ਜਾਂ ਕਿਸੇ ਦੇ ਨਾਲ ਥੋੜਾ ਜਿਹਾ ਐਟੀਟਿਊਡ ਵਿਖਾ ਕੇ ਬੋਲਣਾ, ਉਹ ਭਾਵੇਂ ਤੁਹਾਡਾ ਦਿਲ ਬਹੁਤ ਚੰਗਾ ਹੈ, ਤੁਹਾਡਾ ਮਨ ਬਹੁਤ ਚੰਗਾ ਹੈ, ਤੁਸੀਂ ਬੜਾ ਚੰਗਾ ਸੋਚਦੇ ਹੋ ਉਸ ਬੰਦੇ ਬਾਰੇ, ਪਰ ਉਹ ਬੰਦਾ ਤੁਹਾਡੇ ਲਈ ਕੀ ਇੰਪ੍ਰੈਸ਼ਨ ਰੱਖੇਗਾ ਕਿ ਤੁਸੀਂ ਸ਼ਾਇਦ ਕਿਸੇ ਗੱਲ ਤੋਂ ਨਾਰਾਜ਼ ਹੈਗੇ ਹੋ ਜਾਂ ਤੁਹਾਨੂੰ ਉਸ ਦੀ ਕੋਈ ਗੱਲ ਚੰਗੀ ਨਹੀਂ ਲੱਗ ਰਹੀ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਇਸ ਬਾਰੇ ਕਿ ਜਦੋਂ ਕਿਸੇ ਦੇ ਨਾਲ ਕੋਈ ਮਜ਼ਾਕ ਕੀਤਾ ਜਾਏ, ਕੀ ਤੁਹਾਡੇ ਨਾਲ ਇਸ ਤਰ੍ਹਾਂ ਕਦੀ ਹੋਇਆ ਹੈ? ਆਪਾਂ ਇਹ ਗੱਲ ਕਰਕੇ ਕੀ ਨਿਚੋੜ ਕੱਢਾਂਗੇ ਕਿ ਸਾਨੂੰ ਮਜ਼ਾਕ ਕਰਦੇ ਹੋਏ ਜਾਂ ਕੋਈ ਗੱਲ ਕਰਦੇ ਹੋਏ ਕਿਸੇ ਦੇ ਨਾਲ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਕਿ ਫਿਰ ਮਾਫੀ ਮੰਗ ਲੈਣੀ ਚਾਹੀਦੀ ਹੈ ਕਿ ਤੁਹਾਡੇ ਨਾਲ ਕੁਝ ਐਸਾ ਇਦਾਂ ਦਾ ਹੋਇਆ ਜਿਹੜਾ ਕਿ ਅਸੀਂ ਅੱਗੇ ਤੋਂ ਉਸ ਚੀਜ਼ ਦਾ ਖਿਆਲ ਰੱਖੀਏ। ਕਿਉਂਕਿ ਬੜੇ ਸਾਰੇ ਰਿਸ਼ਤੇ ਨੇ ਜਿਹੜੇ ਕਿ ਛੋਟੀਆਂ-ਛੋਟੀਆਂ ਨਿੱਕੀਆਂ-ਨਿੱਕੀਆਂ ਗੱਲਾਂ ਕਰਕੇ ਦੂਰ ਹੋ ਰਹੇ ਨੇ। ਉਹਨਾਂ ਦੇ ਦਿਲਾਂ ਦੇ ਵਿੱਚ ਉਹ ਗੱਲਾਂ ਬੈਠੀਆਂ ਹੋਈਆਂ ਨੇ। ਕਿੰਨੇ ਸਾਲ ਹੋ ਗਿਆ ਲੋਕਾਂ ਨਾਲ ਗੱਲ ਕਰੋ ਤੇ ਉਹ ਕਹਿੰਦੇ ਆ ਕਿ ਫਲਾਨੀ ਗੱਲ ਹੋਈ ਸੀਗੀ ਤੇ ਉਹ ਗੱਲ ਹੋਈ ਸੀ ਤੇ ਹੁਣ ਹੋਈ ਤੇ ਠੀਕ ਕਰ ਲਓ, ਆਪਸ ਵਿੱਚ ਗੱਲਬਾਤ ਕਰੋ, ਮਿਲੋ ਇੱਕ ਦੂਜੇ ਨੂੰ। ਉਹ ਕਹਿੰਦੇ ਨਹੀਂ ਜੀ ਉਹ ਤੇ ਹੁਣ ਪੱਥਰ ਦੀ ਲਕੀਰ ਹੋ ਗਈ ਹੈ ਗੱਲ, ਅਸੀਂ ਉਸ ਤੋਂ ਹੁਣ ਮੁੜ ਨਹੀਂ ਸਕਦੇ ਆ। ਚਲੋ ਜੀ ਤੁਹਾਡੇ ਫੋਨ ਕਾਲਸ ਕੀ ਕਹਿੰਦੇ ਆ ਤੁਹਾਡੇ ਤੋਂ ਸੁਣਦੇ ਆ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੇਟੇ, ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਸ਼ਰੀ? ਹਾਂਜੀ ਮੈਂ ਠੀਕ ਠਾਕ ਜੀ, ਤੁਸੀਂ ਦੱਸੋ।
ਹਾਂ ਬੇਟਾ ਵਧੀਆ, ਤੇਰਾ ਬਹੁਤ ਸੋਹਣਾ ਪ੍ਰੋਗਰਾਮ ਹੈ। ਕਈ ਗੁੱਸਾ ਕਰ ਲੈਂਦੇ ਆ, ਕਈ ਨਹੀਂ ਕਰਦੇ ਬੇਟਾ। ਹਾਂਜੀ, ਕਦੀ ਹੋਈ ਤੁਹਾਡੇ ਨਾਲ ਇਦਾਂ ਕਿ ਕੋਈ ਤੁਸੀਂ ਗੱਲ ਕੀਤੀ ਹੋਏ? ਜਿਹੜਾ ਸੁਭਾਅ ਆ ਨਾ, ਮੈਨੂੰ ਕੋਈ ਵੀ ਗੱਲ ਕਵੇ ਮੈਂ ਕਦੀ ਗੁੱਸਾ ਨਹੀਂ ਬੇਟਾ। ਮੈਂ ਐਕਚੁਅਲੀ ਅੱਜ ਇਹ ਗੱਲ ਕਰਨਾ ਚਾਹੁੰਦੀ ਸੀ ਕਿ ਕਈ ਲੋਕ ਸਾਰੀ ਜ਼ਿੰਦਗੀ ਮਿਸਾਲ ਬਣ ਜਾਂਦੇ ਆ, ਉਹਨੂੰ ਬੜੀ ਵੱਡੀ ਗੱਲ ਬਣਾ ਦਿੰਦੇ ਆ। ਹਾਂ, ਬੜੀ ਵੱਡੀ ਗੱਲ ਬਣਾਉਂਦੇ ਆ ਜੀ, ਉਹ ਉਹਦੇ ਤੇ ਹੀ ਗੱਲਾਂ ਕਰਦੇ ਰਹਿੰਦੇ ਆ। ਲੱਖੀ ਆ ਤੇ ਉਹਨੂੰ ਬਹੁਤ ਲੰਬਾ ਲੈ ਜਾਣਾ, ਬਹੁਤ ਲੰਬਾ। ਮੇਰੀ ਬੇਟਾ ਆਟ ਮੈਂ ਕਦੇ ਕਿਸੇ ਦਾ ਗੁੱਸਾ ਹੀ ਨਹੀਂ ਕੀਤਾ। ਅੱਛਾ, ਮੇਰੇ ਦਰਾਣੀ ਠਾਣੀ ਕੀਤਾ ਸੀਗਾ, ਮੇਰੇ ਨੂੰਹ ਆ, ਬੇਟੀ ਆ, ਮੈਂ ਨਹੀਂ ਕਿਸੇ ਦਾ ਗੁੱਸਾ ਕੀਤਾ। ਤੁਹਾਨੂੰ ਗੁੱਸਾ ਆਉਂਦਾ ਨਹੀਂ ਕਿ ਤੁਸੀਂ ਉਸ ਨਹੀਂ ਬੱਚੇ ਗੁੱਸਾ? ਅੱਛਾ, ਤੁਸੀਂ ਕਿਸੇ ਗੱਲ ਦਾ ਬੁਰਾ ਨਹੀਂ। ਪਰਿਵਾਰ ਕੇ ਸਾਰੇ ਆਉਂਦੇ ਨੇ ਵੀ ਪਤਾ ਨਹੀਂ ਕਿਸ ਤਰ੍ਹਾਂ ਦੀ ਬਣੀ, ਇਹਨੂੰ ਗੁੱਸਾ ਨਹੀਂ ਆਉਂਦਾ। ਮੇਰੇ ਬੱਚਿਆਂ ਨੂੰ ਵੀ ਆਉਂਦਾ ਵਾ, ਮੇਰੀ ਨੂੰਹ ਨੂੰ ਵੀ ਆਉਂਦਾ ਵਾ, ਪਰ ਮੈਨੂੰ ਨਹੀਂ ਬੱਚੇ ਗੁੱਸਾ ਆਉਂਦਾ। ਅੱਛਾ, ਫਿਰ ਇਸ ਦੇ ਕਰਕੇ ਤੁਹਾਨੂੰ ਪਿਆਰ ਸਾਰੇ ਕਰਦੇ ਹੋਣੇ ਆ? ਹਾਂਜੀ, ਮੈਨੂੰ ਨਹੀਂ ਬੱਚੇ ਗੁੱਸਾ ਆਉਂਦਾ। ਹਾਂ, ਹੋਰ ਬੇਟਾ? ਬਿਲਕੁਲ ਠੀਕ। ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਤੀ ਹੈ ਕਹਿ ਕੇ ਕਿ ਤੁਹਾਨੂੰ ਗੁੱਸਾ ਨਹੀਂ ਆਉਂਦਾ ਹੈਗਾ। ਨਹੀਂ ਆਉਂਦਾ ਬੇਟਾ, ਮੈਨੂੰ ਬਿਲਕੁਲ ਨਹੀਂ ਆਉਂਦਾ। ਮੈਨੂੰ ਭਾਵੇਂ ਕੋਈ ਵੀ ਕੁਛ ਆਖੀ ਜਾਵੇ, ਪਰ ਤੁਹਾਨੂੰ ਪਤਾ ਹੈ ਨਾ ਕਿ ਹਰੇਕ ਦਾ ਸੁਭਾਅ ਇਦਾਂ ਦਾ ਨਹੀਂ ਹੁੰਦਾ। ਹਾਂਜੀ, ਨਹੀਂ ਹੁੰਦਾ। ਤੇ ਮੈਂ ਨਹੀਂ ਬੇਟਾ ਕਰਦੀ ਗੁੱਸਾ। ਕਹਿਣ ਵਾਲੇ ਵੀ ਗੁੱਸਾ ਕਰ ਜਾਂਦੇ ਆ ਤੇ ਜਿਨ੍ਹਾਂ ਨੂੰ ਕਿਹਾ ਜਾਂਦਾ ਉਹ ਵੀ ਗੁੱਸਾ ਕਰ ਜਾਂਦੇ ਆ। ਸੋ ਥੈਂਕ ਯੂ ਸੋ ਮਚ, ਤੁਸੀਂ ਇੱਕ ਆਪਣਾ ਉਦਾਹਰਨ ਦਿੱਤਾ ਕਿ ਤੁਹਾਨੂੰ ਗੁੱਸਾ ਨਹੀਂ ਆਉਂਦਾ ਹੈਗਾ। ਚਲੋ ਜੀ, ਗੱਲ ਹੋ ਰਹੀ ਹੈ ਕਿ ਮਜ਼ਾਕ ਕਿੱਦਾਂ ਦਾ ਹੋਣਾ ਚਾਹੀਦਾ ਹੈ ਜੀ। ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਕੌਣ ਗੱਲ ਕਰ ਰਹੇ ਹੋ? ਹਾਂਜੀ, ਅੱਛਾ ਜੀ, ਤਾਂ ਨਾ ਕਰਨੀ ਗੱਲ। ਹਾਂਜੀ, ਮੈਂ ਬੋਲ ਰਹੀ ਹਾਂ ਜੀ। ਹਾਂਜੀ, ਤੇ ਆਪ ਤੇ ਪ੍ਰੋਗਰਾਮ ਦੂਜਾ ਜੇ ਤੇ ਕਰਨਾ ਜਿਹੜਾ। ਹਾਂਜੀ, ਜਿਹੜਾ ਸ਼ੂਗਰ ਦਾ ਨੁਕਤਾ ਦੱਸਿਆ ਸੀ, ਉਹਨਾਂ ਰਸ ਦੇ ਵਿੱਚ ਭੇਜਦਾ ਨਹੀਂ, ਉਹ ਪੁਰਸ਼ੋਤਮ ਸਿੰਘ ਨੂੰ ਪੁੱਛ ਕੇ ਕੱਲ ਦੱਸਣ। ਅੱਛਾ ਜੀ, ਠੀਕ ਹੈ ਜੀ, ਓਕੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਫੋਨ ਮਿਲ ਗਿਆ ਤੁਹਾਡਾ, ਟੀਵੀ ਦੀ ਆਵਾਜ਼ ਪਲੀਜ਼ ਹੌਲੀ ਕਰ ਦਿਓ। ਹੈਲੋ ਸ਼ੈਰੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਨੀਨਾ ਜੀ, ਕੀ ਹਾਲ ਹੈ? ਮੈਂ ਜਾਣ ਲਿਆ ਫਟਾਫਟ। ਬਸ ਠੀਕ ਹੈ, ਅਸੀਂ ਤਿਆਰੀ ਕਰ ਰਹੇ ਸੀ ਕੀ ਸ਼ੈਰੀ ਨਾਲ ਗੱਲ ਕਰੀਏ। ਸ਼ੈਰੀ ਦਾ ਜਲਦੀ ਮਿਲ ਗਿਆ। ਹਾਂਜੀ ਹਾਂਜੀ, ਹੋਰ ਸੁਣਾਓ ਸ਼ੈਰੀ, ਕਿੱਦਾਂ? ਅੱਜ ਕੱਲ ਬੜੇ ਚਮਕ ਦਮਕ ਕੇ ਆ ਰਹੇ YouTube ਤੇ ਆਨ ਕਰਕੇ, खूब बड़े बड़े झुमके पाए होंगे है, वधिया वधिया। नहीं नीना जी, पता कि हर दिन कुछ ना कुछ कोशिश ही करी दी है अपने वालों। सो जी नीना जी, आज दे विषय बारे तुसी कुछ दसना चाहते हो? कदी कोई मजाक किसी नाल, सहेली नाल, रिश्तेदारी विच होया कि सब कुछ ठीक है? सब कुछ ठीक है, ना ज्यादा किसी को कुछ कहीदा, ना ज्यादा कोई सानू कहंदा। नहीं, पर जरूरी तो नहीं है कि साडी हर गल हरेक नू चंगी लगदी होए। हां जी, मेरियां तो वैसे काफी गल्लां काफी उन्हें चंगी लगदियां। ओके नहीं, मेरी नेचर एहो जी है। ओ किस वजह ते? गल फटाफट कह दिंदी आ मुंह ते। नहीं, मुंह ते साफ कहना, सुखी रहना, ਉਹ ਤੇ ਬਹੁਤ ਚੰਗੀ ਗੱਲ ਹੈ ਕਿ ਤੁਹਾਡਾ ਮਨ ਸਾਫ਼ ਹੈ ਕਿ ਤੁਸੀਂ ਕਿਸੇ ਦੇ ਲਈ ਬੁਰਾ ਨਹੀਂ ਸੋਚਦੇ, ਤੁਸੀਂ ਕਹਿ ਦਿੰਦੇ ਹੋ। ਇਹ ਤੇ ਬਹੁਤ ਚੰਗੀ ਗੱਲ ਹੈ, ਪਰ ਬੁਰਾ ਕਿਉਂ ਲੱਗਦੀ ਹੈ? ਹਾਂਜੀ, ਫਿਰ ਉਹ ਕਿਉਂ ਤੁਸੀਂ ਕਹਿ ਰਹੇ ਹੋ ਕਿ ਸੱਚੀ ਗੱਲ ਨਹੀਂ ਅੱਛੀ ਲੱਗਦੀ ਨਾ? ਅੱਜ ਕੱਲ ਦਾ ਜ਼ਮਾਨਾ ਹੀ ਐਸਾ ਹੈ ਕਿ ਸੱਚੀ ਗੱਲ ਕਹਿ ਹੀ ਨਹੀਂ ਸਕਦੇ ਕਿਸੇ ਨੂੰ। ਸੋ ਤੁਹਾਡੇ ਮੁਤਾਬਿਕ ਅੱਜ ਕੱਲ ਜ਼ਮਾਨਾ ਇਹੋ ਜਿਹਾ ਕਿ ਸੱਚੀ ਗੱਲ ਨਹੀਂ ਕਹਿ ਸਕਦੇ। ਹਾਂਜੀ, ਝੂਠ ਬੋਲਣਾ ਨਹੀਂ ਆਉਂਦਾ, ਝੂਠ ਬੋਲਣਾ ਨਹੀਂ ਆਉਂਦਾ, ਬੁਰੇ ਬਣ ਜਾਈਦਾ ਜੀ। ਪਰ ਕਈ ਲੋਕ ਤੇ ਹਾਸੇ ਮਜ਼ਾਕ ਦੇ ਵਿੱਚ ਕੁਝ ਗੱਲਾਂ ਕਹਿੰਦੇ ਆ ਜਿਹੜੀਆਂ ਕਿ ਲੋਕਾਂ ਨੂੰ ਬੁਰੀ ਲੱਗ ਜਾਂਦੀਆਂ ਨੇ। ਹਾਂਜੀ, ਉਹ ਇੱਕ ਵੱਖਰੀ ਗੱਲ ਹੈ ਨਾ? ਹਾਂਜੀ ਹਾਂਜੀ ਜੀ ਓਕੇ ਨੀਨਾ ਜੀ, ਕਰਦੇ ਆ ਸਾਰਿਆਂ ਦੇ ਨਾਲ ਗੱਲ। ਪ੍ਰੋਗਰਾਮ ਦਾ ਪਹਿਲਾ ਬ੍ਰੇਕ ਬਹੁਤ ਛੋਟਾ ਜਿਹਾ ਬ੍ਰੇਕ ਹੈਗਾ। ਤੁਸੀਂ ਸੋਚ ਕੇ ਰੱਖੋ ਕਿ ਕਦੀ ਕਿਸੇ ਦੇ ਨਾਲ ਕੋਈ ਤੁਹਾਡੀ ਇਦਾਂ ਦੀ ਗੱਲ ਹੋਈ ਹੈ ਕਿ ਜੋ ਤੁਸੀਂ ਮਜ਼ਾਕ ਦੇ ਵਿੱਚ ਕੀਤੀ ਔਰ ਬਾਅਦ ਵਿੱਚ ਬਹੁਤ ਵੱਡੀ ਗੱਲ ਬਣ ਗਈ। ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸਿੱਖ ਸੈਂਟਰ ਸੇਲਮਾ ਕੈਲੀਫੋਰਨੀਆ ਵਿਖੇ ਵਿਸਾਖੀ ਦੇ ਸੰਬੰਧ ਵਿੱਚ 20ਵਾਂ ਮਹਾਨ ਨਗਰ ਕੀਰਤਨ ਆਪ ਸੰਗਤਾਂ ਦੀ ਸਹਿਯੋਗ ਨਾਲ 13 ਅਪ੍ਰੈਲ ਦਿਨ ਐਤਵਾਰ ਨੂੰ ਹੋ ਰਿਹਾ ਹੈ। ਪ੍ਰੋਗਰਾਮ 11 ਅਪ੍ਰੈਲ ਆਰਾਮ ਸ਼੍ਰੀ ਅਖੰਡ ਪਾਠ ਸਾਹਿਬ ਸਵੇਰੇ 8 ਵਜੇ, 12 ਅਪ੍ਰੈਲ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਅਤੇ ਅੰਮ੍ਰਿਤ ਸੰਚਾਰ ਸਵੇਰੇ 10 ਵਜੇ,
13 ਅਪ੍ਰੈਲ ਭੋਗ ਸ਼੍ਰੀ ਅਖੰਡ ਪਾਠ ਸਾਹਿਬ ਸਵੇਰੇ 8 ਵਜੇ। ਬੁਲਾਏ ਗਏ ਉੱਗੇ ਵਿਦਵਾਨਾਂ ਦੀਆਂ ਤਕਰੀਰਾਂ 9 ਵਜੇ ਤੋਂ 10 ਵਜੇ ਤੱਕ। ਨਗਰ ਕੀਰਤਨ ਆਰੰਭ ਸਵੇਰੇ 10 ਵਜੇ। ਪੰਜ ਪ੍ਰਸਿੱਧ ਢਾਡੀ ਕੀਰਤਨੀ ਜਥੇ ਅਤੇ ਕਥਾਵਾਚਕ ਸੰਗਤਾਂ ਨੂੰ ਗੁਰੂ ਜਸ ਨਾਲ ਨਿਹਾਲ ਕਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸਿੰਘ ਕੇਸਰੀ ਦਸਤਾਰਾ ਸਜਾ ਕੇ ਤੇ ਬੀਬੀਆਂ ਕੇਸਰੀ ਚੁੰਨੀਆਂ ਲੈ ਕੇ ਨਗਰ ਕੀਰਤਨ ਵਿੱਚ ਸ਼ਾਮਲ ਹੋਣ। ਪਹੁੰਚਣ ਲਈ ਗੁਰਦੁਆਰਾ ਸਾਹਿਬ ਦਾ ਪਤਾ ਹੈ 2211 ਹਾਈਲੈਂਡ ਐਵੇਨਿਊ, ਸੈਲਮਾ, ਕੈਲੀਫੋਰਨੀਆ। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। ਇਸ ਨਗਰ ਕੀਰਤਨ ਦਾ ਸਿੱਧਾ ਪ੍ਰਸਾਰਣ ਵੇਖੋ ਸਿਰਫ ਗੈਟ ਪੰਜਾਬੀ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗुरु जी की फतेह। पेश है द सबसे बढ़िया रोटी चैलेंज, जिसे जीतने के लिए आपकी रोटी होनी चाहिए स्वादिष्ट और सॉफ्ट। देखते हैं ऋतु जी की रोटी। ठीक है, नेक्स्ट कंटेस्टेंट मीता जी। ये टूटी नहीं रही है, आई एम सॉरी। अब रोमा जी की रोटी। दिखने में अच्छी है, मैदा मिला है क्या? जी नहीं, ये बनी है एमपी के खास व्हाइट होल व्हीट आटे से बनी प्रीमियम शरबती चपाती फ्लावर से। इतनी नरम, स्वादिष्ट है। और अब असली चैलेंज, किसकी रोटी रहे 8 घंटों तक फ्रेश, एकदम पापड़। इतनी नरम और टेस्टी, वो भी 8 घंटों के बाद। क्योंकि ये बनी है लक्ष्मी शरबती चपाती फ्लावर से, जो रखे आपकी रोटी को बिल्कुल सॉफ्ट और फ्रेश 8 घंटों के बाद भी। लक्ष्मी शरबती चपाती फ्लावर, होल व्हीट, नो मैदा, रखे आपकी रोटी को सॉफ्ट और फ्रेश 8 घंटों के बाद भी। Jasprit Singh, attorney at law. For all your immigration matters, asylum cases, deportation, family law, divorce, bankruptcy, entertainment visas, green card, etc., please contact the law offices of Jasprit Singh. With over 15 years of experience, we have handled many critical cases. We have 4 offices conveniently located in New York, Fremont, Sacramento, and Fresno. For free consultation, please contact 718-533-8444, 510-657-6444, 559-271-5511, 916-372-4448. ਲੋਕ ਕੀ ਕਹਿਣਗੇ। ਵੈਲਕਮ ਬੈਕ। ਪਰ ਇਹ ਨਾ ਲੋਕ ਕੀ ਕਹਿਣਗੇ, ਇੱਥੇ ਆ ਕੇ ਤਾਂ ਆਪਾਂ ਮਾਰ ਖਾ ਜੰਨੇ ਆ ਜੀ। ਪਿਆਰੇ ਦਰਸ਼ਕੋ, ਮੇਰੀ ਗੱਲ ਹੋ ਰਹੀ ਹੈ ਹਰਦਵਾਰੀ ਲਾਲ ਅੰਕਲ ਜੀ ਦੇ ਨਾਲ। ਅੰਕਲ ਕਹਿ ਰਹੇ ਕਿ ਜੇ ਕੋਈ ਗੱਲ ਉਹਨਾਂ ਨੂੰ ਬੁਰੀ ਲੱਗਦੀ ਹੈ ਕਿਸੇ ਦੀ, ਜਾਂ ਉਹ ਸਮਝਾਉਣ ਦੇ ਨੇਚਰ ਉਹਨਾਂ ਦਾ ਹੈਗਾ, ਉਹ ਕਿਸੇ ਨੂੰ ਕੋਈ ਗੱਲ ਕਹਿੰਦੇ ਆ ਤੇ ਲੋਕੀ ਸਾਫ਼ ਗੱਲ ਬਰਦਾਸ਼ਤ ਨਹੀਂ ਕਰਦੇ, ਉਹਨਾਂ ਨੂੰ ਬੁਰੀ ਲੱਗ ਜਾਂਦੀ ਹੈ। ਤੇ ਮੈਂ ਅੰਕਲ ਦੇ ਨਾਲ ਗੱਲ ਕਰ ਰਹੀ ਹਾਂ, ਡਿਸਕਸ਼ਨ ਕਰ ਰਹੀ ਹਾਂ। ਮੈਂ ਕਹਿ ਰਹੀ ਹਾਂ ਕਿ ਹੋ ਸਕਦਾ ਹੈ ਲੋਕਾਂ ਦੇ ਵਿੱਚ ਉਸ ਗੱਲ ਦਾ ਸਾਹਮਣਾ ਕਰਨ ਦਾ, ਉਸ ਨੂੰ ਫੇਸ ਕਰਨ ਦਾ ਕੌਨਫੀਡੈਂਸ ਨਾ ਹੋਏ। ਉਹਨਾਂ ਲੱਗਦਾ ਹੈ ਕਿ ਲੋਕ ਗੱਲਾਂ ਬਣਾਉਣਗੇ, ਜਾਂ ਸਾਡੇ ਬੱਚੇ ਬਾਰੇ ਲੋਕੀ ਆਸਾਨੀ ਨਾਲ ਸੁਣਦੇ ਨਹੀਂ ਹੈਗੇ। ਅੰਕਲ, ਜੇ ਕੋਈ ਮੈਨੂੰ ਕਹੇਗਾ ਕਿ ਤੁਹਾਡੀ ਬੇਟੀ ਦੇ ਵਿੱਚ ਆਹ ਗੱਲ ਠੀਕ ਨਹੀਂ ਆ, ਬੇਟਾ ਇਦਾਂ ਆ, ਤੇ ਉਹ ਪਹਿਲੀ ਵਾਰ ਤੇ ਮੈਨੂੰ ਗੱਲ ਬੁਰੀ ਲੱਗੇਗੀ, ਉਹ ਸੁਭਾਵਿਕ ਹੈ ਹੈ ਨਾ। ਪਰ ਇਸ ਦੇ ਵਿੱਚ ਕੀ ਮਜ਼ਾਕ ਕਰਨ ਦੇ ਵੇਲੇ ਇੱਕ ਹੁੰਦਾ ਨਾ, ਬਿਲਕੁਲ ਮਜ਼ਾਕ ਦਾ ਮਾਹੌਲ ਹੈ। ਜੇ ਮਜ਼ਾਕ ਚ ਕਹਤੇ ਉਹ ਤੇਰੇ ਦੰਦ ਬਾਹਰ ਨਿਕਲੇ ਹੋਏ ਆ, ਤੇਰੇ ਤੇ ਵਾਲ ਚਿੱਟੇ ਹੋਣ ਲੱਗੇ, ਤੂੰ ਤਾਂ ਇੰਨੀ ਮੋਟੀ ਹੋ ਗਈ, ਤੈਨੂੰ ਤਾਂ ਕੁਝ ਪਤਾ ਨਹੀਂ ਹੈਗਾ, ਇਹ ਗੱਲਾਂ ਹੁੰਦੀਆਂ ਕਈ ਵਾਰ ਮਜ਼ਾਕ ਦੇ ਵਿੱਚ। ਪਰ ਇਹਨਾਂ ਗੱਲਾਂ ਨੂੰ ਕਈ ਲੋਕ ਬਹੁਤ ਦਿਲ ਤੇ ਲੈ ਜਾਂਦੇ ਆ। ਦਿਲ ਤੇ ਲੈ ਜਾਂਦੇ ਨੇ। ਹਾਂ ਹਾਂ, ਦਿਲ ਤੇ ਲੈ ਜਾਂਦੇ ਨੇ। ਸੋ ਕੀ ਮਜ਼ਾਕ ਕਰਦੇ ਹੋਏ ਸੋਚਣਾ ਚਾਹੀਦਾ ਹੈ? ਹਾਂਜੀ ਜੀ, ਤੁਸੀਂ ਕੀ ਕਹਿੰਦੇ ਹੋ? ਮਜ਼ਾਕ ਕਰਦੇ ਹੋਏ ਸੋਚ ਕੇ ਮਜ਼ਾਕ ਕਰਨਾ ਚਾਹੀਦਾ? ਨਹੀਂ, ਜਦੋਂ ਆਪਾਂ ਮਜ਼ਾਕ ਕਰ ਰਹੇ ਹਾਂ ਔਰ ਕਰਵਾ ਰਹੇ ਹਾਂ, ਫਿਰ ਤਾਂ ਕੋਈ ਸੋਚਣ ਵਾਲੀ ਗੱਲ ਨਹੀਂ। ਮਜ਼ਾਕ ਦੇ ਵਿੱਚ ਤਾਂ 2 ਗੱਲਾਂ ਕਹੀਆਂ ਵੀ ਜਾਂਦੀਆਂ ਨੇ, ਕਹਾਈਆਂ ਵੀ ਜਾਂਦੀਆਂ ਨੇ। ਠੀਕ ਹੈ, ਠੀਕ ਹੈ। ਪਰ ਜੇ ਕਿਸੇ ਨੂੰ ਮਜ਼ਾਕ ਬੁਰਾ ਲੱਗ ਜੇ ਤੇ ਫਿਰ ਉਸ ਤੋਂ ਬਾਅਦ ਕੀ ਕਰਨਾ ਚਾਹੀਦਾ? ਤੇ ਪਾਸਾ ਲੈ ਲਓ, ਤੇ ਪਾਸਾ ਵੱਟ ਲਓ ਉੱਥੋਂ। ਅੱਛਾ, ਇਹੀ ਹੋਊਗਾ, ਕਿਉਂਕਿ ਅਗਲੇ ਨੂੰ ਆਪਣਾ ਮਜ਼ਾਕ ਨਹੀਂ ਚੰਗਾ ਲੱਗਦਾ, ਆਪਾਂ ਇੱਕ ਸਾਈਡ ਤੇ ਹੋ ਜਾਓ ਫਿਰ ਉੱਥੋਂ। ਠੀਕ ਹੈ, ਓਕੇ। ਪਰ ਅਗਲਾ ਸਾਨੂੰ ਕੋਈ ਮਜ਼ਾਕ ਚ ਅਗਲਾ ਕੋਈ ਬੁਰੀ ਗੱਲ ਕਹਿ ਦੇਵੇ, ਉਹਨੂੰ ਵੀ ਨਹੀਂ ਚੰਗਾ ਲੱਗਦਾ, ਵੀ ਸਾਨੂੰ ਵੀ ਨਾ ਚੰਗਾ ਲੱਗਦੇ, ਫਿਰ ਮੈਂ ਤੂੰ ਹੋ ਜੂਗੀ ਗੱਲ ਉੱਥੇ। ਠੀਕ ਹੈ, ਓਕੇ, ਬਹੁਤ ਸ਼ੁਕਰੀਆ। ਪ੍ਰਭਜੋਤ ਦਾ ਕਹਿਣਾ ਹੈਗਾ ਕਿ ਅਸੀਂ ਸਾਰੀ ਸਹੇਲੀਆਂ ਬੈਠੇ ਸੀਗੇ, ਔਰ ਸਹੇਲੀਆਂ ਤਾਂ ਤੁਹਾਨੂੰ ਪਤਾ ਹੈ ਕਿ ਬਹੁਤ ਮਜ਼ਾਕ ਚੱਲਦਾ ਹੈ, ਪਰ ਕਹਿੰਦੀ ਕਿ ਨਹੀਂ, ਸਹੇਲੀਆਂ ਦੇ ਵਿੱਚ ਵੀ ਮਜ਼ਾਕ ਕਰਦੇ ਵਕਤ ਬਹੁਤ ਸੋਚ ਕੇ ਕਰਨਾ ਚਾਹੀਦਾ ਹੈ। ਉਹਨੇ ਕਿਹਾ ਤੇਰੇ ਦੰਦ ਬਾਹਰ ਹੈਗੇ ਆ, ਤੇ ਮੈਂ ਕਿਹਾ ਵੀ ਤੇਰਾ ਕੱਦ ਬਹੁਤ ਛੋਟਾ ਹੈਗਾ। ਸੋ ਉਹ ਅਸੀਂ ਸਹੇਲੀਆਂ ਨੇ ਕਿੰਨੇ ਟਾਈਮ ਤੱਕ ਇੱਕ ਦੂਜੇ ਨਾਲ ਇਸ ਗੱਲ ਤੋਂ ਮਤਲਬ ਗੱਲ ਹੀ ਨਹੀਂ ਕੀਤੀ ਅੱਗੇ। ਮੈਨੂੰ ਸਮਝ ਨਹੀਂ ਆਇਆ ਕਿ ਇਹ ਸਭ ਕੁਦਰਤ ਦੀ ਦੇਣ ਹੈ, ਇਸ ਦੇ ਵਿੱਚ ਗੱਲ ਨਾ ਕਰਨ ਦਾ ਕੀ ਮਕਸਦ ਸੀਗਾ, ਉਹ ਵੀ ਸਹੇਲੀਆਂ ਦੇ ਵਿੱਚ। ਸੋ ਜੇ ਸਹੇਲੀਆਂ ਦੇ ਵਿੱਚ ਇਹ ਹਾਲ ਹੈਗਾ ਤੇ ਰਿਸ਼ਤੇਦਾਰੀ ਦੇ ਵਿੱਚ ਕਿੰਨਾ
ਮਤਲਬ ਔਖਾ ਹੁੰਦਾ ਰਿਸ਼ਤਿਆਂ ਨੂੰ ਨਿਭਾਉਣਾ, ਰਿਸ਼ਤਿਆਂ ਨੂੰ ਚਲਾਉਣਾ, ਛੋਟੀ ਛੋਟੀ ਗੱਲ ਨੂੰ ਸੰਭਾਲ ਕੇ ਕਰਨਾ। ਪਰ ਫਿਰ ਵੀ ਕਈ ਰਿਸ਼ਤੇਦਾਰ ਹੁੰਦੇ ਆ, ਕਈ ਯਾਰ ਦੋਸਤ ਹੁੰਦੇ ਆ, ਕਈ ਸੱਜਣ ਮਿੱਤਰ ਹੁੰਦੇ ਆ ਜਿਹੜੇ ਕਿ ਤੁਹਾਨੂੰ ਨਾ ਚਾਹੁੰਦੇ ਹੋਏ ਵੀ ਕੋਈ ਗੱਲ ਇਹੋ ਜਿਹੀ ਕਰ ਜਾਂਦੇ ਆ ਜਿਹੜੀ ਕਿ ਮਜ਼ਾਕ ਦੇ ਰੂਪ 'ਚ ਹੁੰਦੀ ਹੈ, ਪਰ ਉਹ ਤੁਹਾਨੂੰ ਸੁਣਾਉਣ ਦੀ ਖਾਤਰ ਹੁੰਦੀ ਹੈ ਔਰ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਸੀਂ ਉਸ ਗੱਲ ਤੇ ਫੱਬਦੇ ਨਹੀਂ ਹੋ, ਪਰ ਉਹਨਾਂ ਨੇ ਤੁਹਾਨੂੰ ਕਹੀ ਹੈਗੀ ਹੈ। ਸੋ ਇਹੋ ਜਿਹੀ ਸਿਚੁਏਸ਼ਨ 'ਚ ਕੀ ਕਰਨਾ ਚਾਹੀਦਾ ਕਿ ਤੁਸੀਂ ਉਹ ਸਮਾਜ ਦੇ ਵਿੱਚ ਰਿਸ਼ਤਾ ਬਚਾਉਣ ਦੀ ਖਾਤਰ ਉਸ ਰਿਸ਼ਤੇ ਨੂੰ ਘਸੀਟਦੇ ਜਾਓਗੇ, ਜਾਂ ਤੁਹਾਡਾ ਕੰਮ ਹੈ, ਤੁਹਾਡੇ ਕੰਮ ਦੀ ਮਜਬੂਰੀ ਹੈਗੀ ਹੈ, ਜਾਂ ਤੁਸੀਂ ਵੱਡੇ ਛੋਟੇ ਦਾ ਲਿਹਾਜ਼ ਕਰਦੇ ਹੋ, ਭਾਈ ਆ ਤੇ ਵੱਡੇ ਹੈਗੇ ਆ, ਇਹਨਾਂ ਨੇ ਤੇ ਕੋਈ ਗੱਲ ਕਹਿਤੀ ਤੇ ਚਲੋ ਕਹਿਣ ਦਿਓ ਕੋਈ ਗੱਲ ਨਹੀਂ, ਜਾਂ ਇਹ ਵਿਚਾਰਾ ਬਹੁਤ ਛੋਟਾ ਹੈਗਾ ਜਾਂ ਬਹੁਤ ਛੋਟੀ ਹੈ, ਇਹਨੂੰ ਇੰਨਾ ਐਕਸਪੀਰੀਅੰਸ ਨਹੀਂ ਹੈਗਾ, ਕਿ ਆਪਾਂ ਉਸ ਟਾਈਮ ਤੇ ਉਸ ਗੱਲ ਨੂੰ ਪੀ ਜਾਂਦੇ ਆ। ਤੁਸੀਂ ਦੱਸੋ ਮੈਨੂੰ ਖੁੱਲ ਕੇ ਕਿ ਕਦੀ ਕੁਝ ਇਸ ਤਰ੍ਹਾਂ ਦਾ ਤੁਹਾਡੇ ਨਾਲ ਹੋਇਆ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸ਼ੈਰੀ ਜੀ। ਹਾਂਜੀ ਪਛਾਣ ਲਿਆ ਜੀ? ਰਮਨ ਜੀ। ਰਮਨ ਜੀ 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 ਜੀ। ਰਮਨ ਜੀ ਕੀ ਹਾਲ ਹੈ? ਹਾਂਜੀ ਸ਼ੈਰੀ ਜੀ, ਮਜ਼ਾਕ ਮੇਰੇ ਹਿਸਾਬ ਦੇ ਨਾਲ ਮਜ਼ਾਕ ਉਹੋ ਜਿਹਾ ਕੀਤਾ ਜਾਵੇ ਜਿਹੜਾ ਕਿਸੇ ਨੂੰ ਬੁਰਾ ਨਾ ਲੱਗੇ, ਔਰ ਆਪ ਨੂੰ ਵੀ ਉਹ ਮਜ਼ਾਕ ਕਰਨ ਤੋਂ ਬਾਅਦ ਵਿੱਚ ਤੁਹਾਨੂੰ ਪਛਤਾਉਣਾ ਨਾ ਪਵੇ। ਪਰ ਰਮਨ ਜੀ ਕਈ ਵਾਰ ਕੀ ਹੁੰਦਾ ਹੈ ਕਿ ਕਈ ਲੋਕ ਆਪਣੀ ਐਵੇਂ ਕਹਿ ਲਓ ਤੁਸੀਂ ਕਿ ਮੰਨ ਲਓ ਸੱਸ ਹੈ, ਚਲੋ ਹੋਰ ਕਿਸੇ ਦੀ ਗੱਲ ਨਹੀਂ ਕਰਦੇ, ਮੰਨ ਲਓ ਸੱਸ ਹੈ, ਇੱਕ ਸੱਸ ਦਾ ਰਿਸ਼ਤਾ ਬੜਾ ਪਾਵਰਫੁਲ ਰੋਲ ਹੁੰਦਾ ਘਰ ਦੇ ਵਿੱਚ ਕਿ ਉਹ ਉਸ ਦਾ ਮੁੰਡਾ ਹੈ, ਉਹ ਵਿਆਹ ਕੇ ਲਿਆਈ ਹੈਗੀ ਹੈ, ਠੀਕ ਹੈ, ਜਾਂ ਜਠਾਣੀ ਹੈ, ਜਠਾਣੀ ਜਿਹੜੀ ਕਿ ਪਹਿਲੇ ਵਿਆਹ ਕੇ ਆਈ ਹੋਈ ਹੈ ਜੀ, ਰਾਈਟ, ਉਹਨਾਂ ਦਾ ਬੜਾ ਅਧਿਕਾਰ ਹੁੰਦਾ ਕਿ ਅਸੀਂ ਇਸ ਘਰ ਨੂੰ ਨੀਂਵ ਖੜੀ ਕੀਤੀ, ਬਣਾਇਆ, ਹੁਣ ਤੱਕ ਸਾਂਭਿਆ, ਤੇ ਸਾਨੂੰ ਅਧਿਕਾਰ ਹੈ ਅਸੀਂ ਕੋਈ ਵੀ ਕਿਸੇ ਵੀ ਤਰੀਕੇ ਦੀ ਗੱਲ ਕਰ ਸਕਦੇ ਹਾਂ। ਤੇ ਉਹ ਆਪਣੀ ਨੂੰਹ ਨੂੰ ਜਾਂ ਜਠਾਣੀ ਆਪਣੀ ਦਰਾਣੀ ਨੂੰ ਕੋਈ ਇਹੋ ਜਿਹੀ ਗੱਲ ਕਰ ਜਾਏ ਕਿ ਜਿਹੜੀ ਕਿ ਮੰਨ ਲਓ ਚਲੋ ਦਾਜ ਦੀ ਗੱਲ ਹੈਗੀ ਹੈ, ਫੋਰ ਐਗਜ਼ਾਮਪਲ ਅੱਜ ਕੱਲ ਵੈਸੇ ਦਾਜ ਦਾ, ਡੌਰੀ ਦਾ, ਦਹੇਜ ਦਾ ਕੋਈ ਰਿਵਾਜ ਨਹੀਂ ਹੈਗਾ, ਮੰਨ ਲਓ ਕਹਿ ਦੇ ਕਿ ਉਹ ਸਾਡੀ ਤਾਂ ਵੱਡੀ ਤੇ ਇੰਨਾ ਕੁਝ ਲੈ ਕੇ ਆਈ ਸੀਗੀ, ਤੇ ਇਹ ਜਿਹੜੀ ਹੈਗੀ ਆ ਇਹਦੇ ਤੇ ਘਰੋਂ ਕੋਈ ਅਸੀਂ ਨਾ ਲਿੱਤਾ ਨਹੀਂ, ਨਾ ਇੰਨਾ ਆਇਆ ਵੀ ਨਹੀਂ, ਗੱਲ ਤੇ ਮਾਮੂਲੀ ਜੀ ਹੈਗੀ ਹੈ, ਮਾਮੂਲੀ ਜੀ। ਆਪਾਂ ਉਹ ਗੱਲ ਮਾਮੂਲੀ ਜੀ ਕਹਿਣ ਦਾ ਤਰੀਕਾ ਵਾ, ਉਹ ਸਭ ਕੁਝ ਅੰਦਰ ਤੱਕ ਬੰਦੇ ਦੇ ਮਤਲਬ ਉਹ ਆਪਾਂ ਮੋਟੀ ਜੀ ਪੰਜਾਬੀ ਚ ਕਹਿ ਦਈਏ ਬੰਦੇ ਦੇ ਅੰਦਰ ਤੱਕ ਚੀਰ ਕੇ ਲੰਘ ਜਾਂਦੀ ਹੈ, ਪਰ ਗੱਲ ਕੁਝ ਵੀ ਹੈ ਨਹੀਂ, ਉਹ ਲਫ਼ਜ਼ਾਂ ਦੇ ਵਿੱਚ ਕਹਿ ਦੇਣਾ ਸਾਰਾ ਕੁਝ, ਕਹਿ ਦੇਣਾ ਸਾਰਾ ਕੁਝ। ਰਮਨ ਜੀ ਤੁਸੀਂ ਦੱਸੋ ਕਦੀ ਏਦਾਂ ਹੋਈ ਕੋਈ ਤੁਸੀਂ ਗੱਲ ਕੀਤੀ ਹੋਈ ਜਾਂ ਕਿਸੇ ਨੇ ਕੀਤੀ ਹੋਈ ਜਿਹੜੀ ਮਜ਼ਾਕ ਸੀਗੀ ਪਰ ਖਰਾਬ ਹੋ ਗਈ ਬੜਾ? ਹਾਂਜੀ ਸ਼ੈਰੀ ਜੀ ਬਿਲਕੁਲ, ਮੈਂ ਮਜ਼ਾਕ ਬਹੁਤ ਲੌਂਗ ਟਾਈਮ ਪਹਿਲਾਂ, ਬਹੁਤ ਹੀ ਕਈ ਸਾਲ ਹੀ ਪਹਿਲਾਂ ਕੀਤਾ ਸੀ, ਪਰ ਮੈਂ ਉਹ ਮਜ਼ਾਕ ਕਰਨ ਤੋਂ ਬਾਅਦ ਵਿੱਚ ਆਪਦੇ ਕੰਨ ਆਪ ਹੀ ਖਿੱਚ ਲਏ ਵੀ ਮੈਨੂੰ ਇੰਨਾ ਬੁਰਾ ਲੱਗਿਆ ਨਾ ਮਜ਼ਾਕ ਕੀਤਾ ਹੋਇਆ, ਕੀਤਾ ਵੀ ਅੱਧੀ ਰਾਤ ਕੋਈ ਲਾਈਕ ਮੈਨੂੰ ਲੱਗਦਾ 1, 2, 1:30 ਦੇ ਵਿਚਕਾਰ ਟਾਈਮ ਹੋਣਾ। ਅੱਛਾ ਜੀ। ਉਹ ਕੀ ਗੱਲ ਸੀ, ਦੂਜੇ ਦਿਨ ਸੀਗੀ ਆਪਣੇ 1 ਅਪ੍ਰੈਲ, ਠੀਕ ਹੈ 1 ਅਪ੍ਰੈਲ, ਜਿਸ ਦੇ ਵਿੱਚ ਅਸੀਂ ਸਾਰੇ ਮਜ਼ਾਕ ਕਰਦੇ ਹਾਂ। ਮੈਂ ਕੀਤਾ ਤਾਂ ਵੈਸੇ ਮਜ਼ਾਕ ਉਸ ਹਿਸਾਬ ਨਾਲ ਸੀਗਾ, ਉਹ ਜਿਨ੍ਹਾਂ ਨੂੰ ਮਜ਼ਾਕ ਕੀਤਾ ਸੀ ਉਹ ਵਿਚਾਰੇ ਕੁਝ ਸੀਗੇ ਵੀ ਅਨਪੜ੍ਹ ਜਿਹੇ ਹੀ, ਬਲੌਗ ਵੀ ਕੁਝ ਘਟੀਆ ਜਿਹੇ ਏਰੀਆ ਤੋਂ ਹੀ ਕਰਦੀਆਂ ਸੀ। 2 ਭੈਣਾਂ ਸਾਡੇ ਪਿੰਡ ਵਿੱਚ ਸਕੀਆਂ ਵਿਆਹੀਆਂ ਹੋਈਆਂ ਸੀ, ਇੱਕ ਭੈਣ ਤਾਂ ਸੀਗੀ ਸਾਡੇ ਘਰਾਂ ਦੇ ਵਿੱਚੋਂ, ਜਿਵੇਂ ਆਪਾਂ ਕਹਿ ਦਿੰਦੇ, ਇੱਕ ਸੀ ਥੋੜੇ ਜਿਹੇ ਹੋਰ ਆਪਣੇ ਘਰ ਛੱਡ ਕੇ ਜੀ, ਠੀਕ ਹੈ। ਜਿਹੜੀ ਛੋਟੀ ਭੈਣ ਸੀ ਉਹ ਅਚਾਨਕ ਆਪਣੀ ਨਣਦ ਕੋਲ ਗਈ ਹੋਈ ਸੀ, ਤੇ ਜਿਹੜਾ ਉਹਦੇ ਘਰ ਵਾਲਾ ਸੀਗਾ ਉਹ ਸਾਡੇ ਘਰਾਂ ਦੇ ਵਿੱਚ ਸਾਡਾ ਵੀਰ ਦਾ ਦਾਦਾ ਸੀ, ਵੀ ਸਾਡਾ ਭਾਈ ਉਹ ਲੱਗਦਾ ਸੀ। ਜਿਹੜੀ ਉਹਦੀ ਮਾਂ ਸੀ ਉਹ ਰਾਤ ਨੂੰ ਫੋਨ, ਜੇ ਕਿਸੇ ਦਾ ਕੋਈ ਕਹਿੰਦਾ ਹੁੰਦਾ ਸੀ ਸਾਡੀ ਇਹਦੇ ਨਾਲ ਗੱਲ ਕਰਵਾਵੋ ਭਰਾ ਨਾਲ, ਉਹ ਕਿਸੇ ਨੂੰ ਫੋਨ ਚੱਕਣ ਨਹੀਂ ਸੀ ਦਿੰਦੀ, ਆਪ ਹੀ ਅਟੈਂਡ ਕਰਦੀ ਸੀ ਤੇ ਕਹਿੰਦੀ ਸੀ ਉਹ ਤਾਂ ਮੋਟਰ ਤੇ ਗਿਆ ਹੋਇਆ, ਉਹ ਨਹੀਂ ਘਰੇ ਹੈਗਾ। ਮੈਂ ਕਿਹਾ ਵੀ ਅੱਜ ਤਾਈ ਨੂੰ ਮਜ਼ਾਕ ਜ਼ਰੂਰ ਕਰਨਾ ਵਾ, ਵੀ ਅੱਜ ਉਹਦੇ ਨਾਲ ਗੱਲ ਜ਼ਰੂਰ ਕਰਨੀ ਹੈ, ਵੀ ਦੇਖਦੇ ਹਾਂ ਫਿਰ ਉਹਨੂੰ ਫੋਨ ਦੇਊਗੀ ਕਿ ਨਹੀਂ ਦੇਊਗੀ ਜੀ, ਠੀਕ ਹੈ। ਅਸੀਂ ਮਾਮਾ ਧੀਆਂ ਦੋਨੇ ਜਣੀਆਂ ਗੱਲਾਂ ਕਰਦੀਆਂ, ਤੇ ਮੈਂ ਆਪਣੀ ਮਾਂ ਨੂੰ ਕਿਹਾ, ਮੈਂ ਕਿਹਾ ਬੀਬੀ ਆਪਾਂ ਮਜ਼ਾਕ ਕਰਦੇ ਹਾਂ, ਉਹਨੂੰ ਵਿਚਾਰੀ ਨੂੰ ਇੰਨਾ ਪਤਾ ਨਹੀਂ ਸੀ, ਕਹਿੰਦੀ ਚੱਲ ਧੀਏ ਕਰ ਲੈ ਤੇਰੀ ਮਰਜ਼ੀ ਆ। ਮੈਂ ਵੀ ਤੁਸੀਂ ਦੇਖ ਲਓ ਸ਼ੈਰੀ ਜੀ, ਫੋਨ ਲਾਇਆ ਉਹਨਾਂ ਦੇ ਘਰ ਨੂੰ ਜੀ, ਉਹ ਜਿਹੜੀ ਵਿਚਾਰੀ ਗਈ ਹੋਈ ਸੀ ਆਪਣੀ ਨਣਦ ਦੇ ਕੋਲ ਨੂੰ, ਉਹਨਾਂ ਦੇ ਗਾਹਾਂ ਭਰਾ ਤਾਜ਼ੇ ਅੱਡ ਹੋਏ ਸੀ, ਔਰ ਮਾਂ ਉਹਨਾਂ ਦੀ ਬਿਮਾਰ ਰਹਿੰਦੀ ਸੀ। ਅੱਛਾ ਜੀ, ਠੀਕ ਹੈ। ਹਾਂਜੀ, ਮੈਂ ਉਹਨੂੰ ਫੋਨ ਕੀਤਾ ਤਾਂ ਮੈਂ ਬੰਦਿਆਂ ਵਾਲੀ ਆਵਾਜ਼ ਕੱਢ ਲਈ। ਕੁਛ ਤੁਸੀਂ ਦੇਖ ਲਓ ਵੀ 1:30 ਦਾ ਟਾਈਮ ਹੋਵੇ ਤਾਂ ਕੁਛ ਬੰਦੇ ਨੂੰ ਆਵੇਂ ਨੇ ਆਵਾਜ਼ ਪਤਾ ਹੀ ਨਹੀਂ ਲੱਗਦਾ ਵੀ ਜਨਾਨੀ ਬੋਲ ਰਹੀ ਹੈ ਕਿ ਬੰਦਾ ਬੋਲ ਰਿਹਾ, ਠੀਕ ਹੈ। ਮੈਂ ਮੋਟੀ ਜੀ ਆਵਾਜ਼ ਕੱਢ ਕੇ ਕਿਹਾ, ਮੈਂ ਕਿਹਾ ਵੀ ਤੋਈ ਮੇਰੀ ਦਿੱਲੀ ਨਾਲ ਗੱਲ ਕਰਾਓ। ਅੱਛਾ ਉਹ ਕਹਿੰਦੀ ਉਹ ਤਾਂ ਹੈ ਨਹੀਂ, ਉਹ ਤਾਂ ਮੋਟਰ ਤੇ ਗਿਆ ਹੋਇਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਨੂੰ ਉਹਨਾਂ ਦੇ ਬਹੂਆਂ ਦੇ ਭਰਾ ਦਾ ਨਾਂ ਪਤਾ ਸੀਗਾ। ਅੱਛਾ, ਠੀਕ ਹੈ। ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਂ ਤਾਂ ਬਿੰਦਰ ਬੋਲਦਾ। ਉਹ ਕਹਿੰਦੀ ਰੁਕ ਜਾ ਬਿੰਦਰਾ, ਤੇ ਇੰਨੀ ਲੇਟ ਫੋਨ ਕੀਤਾ ਤੇ ਸਾਰੇ ਸੁੱਖ ਸਾਂਭ ਹੈ, ਕੀ ਗੱਲ ਆ? ਮੈਂ ਹੁਣੇ ਤੇਰੀ ਗੱਲ ਕਰਾਉਣੀ, ਦਿੱਲੀ ਦਾ ਘਰੇ ਹੀ ਆ। ਅੱਛਾ ਚਲੋ ਜੀ, ਉਹ ਆ ਗਿਆ। ਮੈਂ ਉਹਨੂੰ ਤਾਂ ਆਉਣ ਤੱਕ ਦਿੱਤਾ ਹੀ ਨਹੀਂ ਵੀ ਮੇਰੀ ਅਗਲਾ ਆਵਾਜ਼ ਨਾ ਪਛਾਣ ਲਵੇ, ਕਿਉਂ ਉਹ ਆਪਣੇ ਸਾਲੇ ਦੀ ਆਵਾਜ਼ ਕਿਵੇਂ ਨਹੀਂ ਪਛਾਣੂ। ਮੈਂ ਉਹਨੂੰ ਇਹ ਕਹਤਾ, ਮੈਂ ਕਿਹਾ ਤਾਈ ਬਈ ਬੀਬੀ ਪੂਰੀ ਹੋ ਗਈ,
ਮੈਂ ਉਹਨੂੰ ਐਂ ਕਹਤਾ ਮੈਂ ਬੀਬੀ ਪੂਰੀ ਹੋ ਗਈ। ਉਹ ਕਹਿੰਦੀ ਵਾਹ ਅੱਛਾ ਵੀ ਉਹ ਤਾਂ ਭਾਈ ਥੋੜਾ ਤੁਸੀਂ ਤਾਜ਼ੇ ਅੱਡ ਹੋਏ ਸੀ, ਉਹ ਤੁਹਾਡਾ ਅੱਡ ਹੋਇਆ ਤਾਂ ਚੱਲ ਨਹੀਂ ਸਕੀ ਹੈਗੀ ਵੀ ਤਾਂ ਅੱਛਾ ਉਹ ਕਰਕੇ ਫੋਨ ਕੱਟ ਗਈ। ਉਹਨੇ ਭਾਈ ਆਪਣੇ ਮੁੰਡੇ ਨੂੰ ਉਠਾ ਲਿਆ, ਮੁੰਡੇ ਨੂੰ ਉਠਾ ਕੇ ਕਹਿੰਦੀ ਤੂੰ ਜਸਵਿੰਦਰ ਨੂੰ ਫੋਨ ਲਾ, ਜਿਹੜੀ ਛੋਟੀ ਉਹਨਾਂ ਦੇ ਬਹੂ ਭਰਜਾਈ ਸਾਡੀ ਗਈ ਸੀ ਆਪਣੀ ਨਨਾਣ ਕੋਲ। ਉਹ ਵਿਚਾਰਾ ਸਾਜਰੇ ਸ਼ਹਿਰੀ ਜੀ ਜਾ ਕੇ ਸਕੂਟਰ ਤੇ ਉਹਨੂੰ ਘਰ ਲਿਆਇਆ। ਜਿਹੜੇ ਦੂਜੀ ਉਹਦੀ ਉਹ ਭੈਣ ਸਾਡੇ ਸਰੀਕੇ 'ਚ ਵਿਆਹੀ ਹੋਈ ਸੀ ਵੱਡੀ ਜੀ। ਤੁਸੀਂ ਸੱਚ ਪੁੱਛਿਓ ਸ਼ਹਿਰੀ ਜੀ, ਕਿਸੇ ਨੇ ਇੰਨੀ ਨਹੀਂ ਜਾਂਚ ਕੀਤੀ ਵੀ ਆਪਾਂ ਪਹਿਲਾਂ ਆਪਣੇ ਪੇਕੇ ਘਰ ਫੋਨ ਕਰਕੇ ਤਾਂ ਪੁੱਛ ਲਈਏ ਵੀ ਕੀ ਗੱਲ ਹੋਈ ਸੀ ਬੀਬੀ ਨੂੰ, ਬੀਬੀ ਕਿਵੇਂ ਪੂਰੀ ਹੋ ਗਈ। ਉਹਨਾਂ ਨੇ ਉੱਥੇ ਜਾਣ ਵਾਸਤੇ ਆਸ ਗੁਆਂਢ ਵਿੱਚ ਵੀ ਕਹਿਤਾ ਵੀ ਸਾਡੇ ਨਾਲ ਸੰਸਕਾਰ ਤੇ ਚੱਲਿਓ, ਟੈਂਪੂ ਵੀ ਕਰ ਲਿਆ 1500 ਰੁਪਏ ਵਿੱਚ। ਅੱਛਾ ਜੀ, ਉਹ ਵੀ ਕਰ ਲਿਆ। ਤੇ ਉਦੋਂ ਬਾਅਦ ਵਿੱਚ ਜਿਹੜੀ ਵੱਡੀ ਕੁੜੀ ਦੇ ਘਰ ਵਾਲਾ ਸੀਗਾ, ਉਹ ਇੱਥੇ ਆਪਣੇ ਕਿਸੇ ਫੈਕਟਰੀ ਦੇ ਵਿੱਚ ਮੈਨੇਜਰ ਸੀ। ਉਹ ਥੋੜਾ ਜਿਹਾ ਪੜ੍ਹਿਆ ਲਿਖਿਆ ਸੀ। ਉਹ ਕਹਿੰਦਾ ਵੀ ਆਪਾਂ ਫੋਨ ਕਰ ਲਈਏ ਵੀ ਸੰਸਕਾਰ ਕਦੋਂ ਕਰਨਾ, ਕਿੰਨੇ ਟਾਈਮ ਤੇ ਕਰਨਾ, ਆਪਾਂ ਉਸ ਟਾਈਮ ਤੇ ਘਰੋਂ ਚੱਲਾਂਗੇ। ਉਹਨਾਂ ਨੇ ਜਦੋਂ ਫੋਨ ਕੀਤਾ ਤਾਂ ਅੱਗੋਂ ਚੱਕ ਉਸੇ ਨੇ ਲਿਆ ਜਿਹਨੂੰ ਮੈਂ ਮਰੀ ਹੋਈ ਕਹਿਤਾ, ਚੱਕ ਉਸੇ ਬੀਬੀ ਨੇ ਲਿਆ। ਹਾਂਜੀ ਹਾਂਜੀ। ਉਹ ਕਹਿੰਦੇ ਵੀ ਸਾਨੂੰ ਤਾਂ ਰਾਤ ਫੋਨ ਆਇਆ ਵੀ ਤੂੰ ਮਰ ਗਈ। ਕਹਿੰਦੀ ਤੁਹਾਨੂੰ ਕੌਣ ਕਹਿੰਦਾ, ਮੈਂ ਤਾਂ ਜਿਉਂਦੀ ਫਿਰਦੀ ਆ। ਓ ਮਾਈ ਗॉड। ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਿਆ ਵੀ ਕਿਸੇ ਨੇ ਤੁਹਾਨੂੰ ਰਾਤ ਮਜ਼ਾਕ ਕਰਤਾ। ਉਹਨਾਂ ਨੂੰ ਤਾਂ ਬਿਲਕੁਲ ਨਹੀਂ ਪਤਾ ਲੱਗਿਆ ਵੀ ਮੈਂ ਉਹਨਾਂ ਨਾਲ ਮਜ਼ਾਕ ਕੀਤਾ, ਪਰ ਮੈਂ ਉਹਨਾਂ ਨੂੰ ਤੁਰਦੇ ਫਿਰਦੇ ਯਾਰ ਜਿਹੜੀ ਉਹਨਾਂ ਨੇ ਭੱਜ ਨੱਠ ਕੀਤੀ ਉਹ ਦੇਖ ਕੇ ਮੈਂ ਆਪਣੇ ਕੰਨ ਆਪੇ ਖਿੱਚ ਲਿਆ। ਮੈਂ ਹਮੇਸ਼ਾ ਹੀ ਹਰੇਕ ਨੂੰ ਕਹਿੰਦੀ ਆ ਵੀ ਮਜ਼ਾਕ ਉਹ ਕਰੋ ਜਿਹੜਾ ਥੋੜਾ ਜਿਹਾ ਸੀਮਤ ਜਾ ਰਹੇ ਯਾਰ, ਬਾਹਰ ਵਿੱਚ ਹਾਸੇ ਮਖੌਲ ਵਾਲੇ ਰਹੇ ਵੀ ਇਹ ਜਿਆਦਾ ਕਿਸੇ ਨੂੰ ਕਰਨਾ ਚਾਹੀਦਾ। ਰਮਨ ਜੀ ਮੈਨੂੰ ਬਹੁਤ ਮੈਂ ਸਾਰੀ ਰਾਤ ਵਿਚਾਰੇ ਜੀ ਪਿਆਰੇ ਦਰਸ਼ਕੋ ਥੈਂਕ ਯੂ ਸੋ ਮਚ ਰਮਨ ਜੀ। ਰਮਨ ਜੀ ਤੁਸੀਂ ਬਿਲਕੁਲ ਸਿੱਧੀ ਕਲੀਅਰ ਗੱਲ ਕੀਤੀ ਹੈ, ਇਸ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਛੋਟਾ ਜਿਹਾ ਬ੍ਰੇਕ। अपने देश की सभ्यता, अपने ही लोग, अपनी मातृभूमि आपके पास लाते हुए अपने देश की हर ग्रोसरी आपका अपना बाजार। Apna Bazaar, cash and carry, with locations in New York and New Jersey. The latest Apna Bazaar location and the largest Indian grocery store in New York is now open in Hicksville. Apna Bazaar. ਕੈਲੀਫੋਰਨੀਆ ਦੀਆਂ ਟਰੱਕਿੰਗ ਕੰਪਨੀਆਂ ਵਿੱਚੋਂ ਇੱਕੋ ਇੱਕ ਤਜਰਬੇਕਾਰ ਤੇ ਭਰੋਸੇਯੋਗ ਨਾਮ SNS ਟਰੱਕਿੰਗ, ਜੋ ਪਿਛਲੇ 20 ਸਾਲਾਂ ਤੋਂ ਤੁਹਾਡੀ ਸੇਵਾ ਕਰਦੀ ਆ ਰਹੀ ਹੈ। ਸਾਨੂੰ ਕੈਲੀਫੋਰਨੀਆ ਤੋਂ ਫਲੋਰੀਡਾ ਦੇ ਡੈਡੀਕੇਟਡ ਰਨ ਲਈ ਤਜਰਬੇਕਾਰ ਓਨਰ ਆਪਰੇਟਰਾਂ ਦੀ ਜ਼ਰੂਰਤ ਹੈ। ਲੋਡ ਲਾਉਣ ਤੋਂ ਤੁਰੰਤ ਬਾਅਦ ਆਪਣਾ ਪੇਪਰ ਵਰਕ ਦਫ਼ਤਰ ਵਿੱਚ ਜਮ੍ਹਾਂ ਕਰਵਾਓ ਤੇ ਆਪਣਾ ਚੈੱਕ ਲੈ ਕੇ ਖੁਸ਼ੀ ਆਪਣੇ ਘਰ ਨੂੰ ਜਾਓ। ਵਧੇਰੇ ਜਾਣਕਾਰੀ ਲੈਣ ਲਈ ਕਾਲ ਕਰੋ ਬਾਈ ਜੀ ਨਾਜ਼ਰ ਸਹੋਤਾ ਤੇ ਸਟੀਵ ਢਿੱਲੋਂ ਨੂੰ 559 277 8831 ਉੱਤੇ। Plasma Records and Rajveer Entertainment present Three Brothers, Three Stars, Manmoon Varis, Kamal Heer and Sangtal. One great show, Punjabi Virsa 2014 USA, April 12th, Monroe Township School Auditorium, New Jersey. April 13th, Golden Center, Queens College, New York, Punjabi Virsa 2014 USA. अंबा ज्वेलर, हर किसी दी पहली पसंद। वेस्टर्न ते ट्रेडिशनल ज्वेलरी दी वैरायटी दी है परमार। हर तरह की पार्टी वेडिंग ओकेजन ਲਈ ਤੁਹਾਨੂੰ ਕਰਦਾ ਹੈ ਤਿਆਰ। ਨਾਲ ਹੀ ਅਵੇਲੇਬਲ ਹਨ 24 ਕੈਰਟ 골ਡ coins ਤੇ ਸਪੈਸ਼ਲ ਗਿਫਟਸ। Amba Jewelers, 3713 74th Street, Jackson Heights, New York. Phone 718-639-2300. ਵੈਲਕਮ ਬੈਕ। ਪਿਆਰੇ ਦਰਸ਼ਕੋ, ਗੱਲ ਹੋ ਰਹੀ ਹੈ ਕਿ ਕਿਸੇ ਦੇ ਨਾਲ ਵੀ ਮਜ਼ਾਕ ਕਿਸ ਤਰੀਕੇ ਦਾ ਹੋਣਾ ਚਾਹੀਦਾ ਹੈ। ਕੋਈ ਗੱਲ ਇਹੋ ਜਿਹੀ ਕਹਿ ਦਿੱਤੀ ਕਿ ਤੁਹਾਡੇ ਰਿਸ਼ਤੇ ਜ਼ਿੰਦਗੀ ਭਰ ਦੇ ਲਈ ਮਨ ਦੇ ਵਿੱਚ ਇੱਕ
ਕੌੜਾਪਨ ਲੈ ਕੇ ਚੱਲ ਰਹੇ ਨੇ ਉਹ ਰਿਸ਼ਤੇ ਫਿਰ ਰਿਸ਼ਤੇ ਨਹੀਂ ਹੈਗੇ ਆ। ਰਿਸ਼ਤੇ ਉਹ ਨੇ ਜਿਹੜੇ ਕਿ ਸੱਚੇ ਨੇ, ਜਿਹੜੇ ਕਿ ਅੱਖਾਂ ਤੇ ਵੀ ਉਹੀ ਨੇ, ਜ਼ੁਬਾਨ ਤੇ ਵੀ ਉਹੀ ਨੇ ਤੇ ਦਿਲ ਵਿੱਚ ਵੀ ਉਹੀ ਨੇ। ਜਦੋਂ ਰਿਸ਼ਤਿਆਂ ਦੇ ਵਿੱਚ ਇਹ ਤਿੰਨੋਂ ਚੀਜ਼ਾਂ ਨਹੀਂ ਮਿਲਦੀਆਂ ਹੈਗੀਆਂ ਤੇ ਸਾਹਮਣੇ ਵਾਲੇ ਨੂੰ ਪਤਾ ਜ਼ਰੂਰ ਚੱਲ ਜਾਂਦਾ ਹੈ, ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰੋ ਪਤਾ ਜ਼ਰੂਰ ਚੱਲ ਜਾਂਦਾ ਹੈ, ਪਰ ਕੀ ਹੈ ਕਿ ਉਹ ਜਿਹੜੀ ਇੱਜ਼ਤ ਹੈਗੀ ਹੈ, ਜਿਹੜਾ ਉਹ ਪਿਆਰ ਹੈਗਾ, ਉਹ ਉਵੇਂ ਦਾ ਕਦੀ ਵੀ ਨਹੀਂ ਰਹਿੰਦਾ। ਸੋ ਜਾਂ ਤਾਂ ਗੱਲਾਂ ਨੂੰ ਖੁੱਲ ਕੇ ਕਰੀਏ, ਜੇ ਗੱਲਾਂ ਨੂੰ ਖੁੱਲ ਕੇ ਕਰਦੇ ਆ ਤੇ ਉਹ ਕਿਸ ਤਰੀਕੇ ਦੇ ਨਾਲ ਕੀਤੀਆਂ ਜਾਣ, ਮਜ਼ਾਕ ਦੇ ਵਿੱਚ ਕੋਈ ਗੱਲ ਕੀਤੀ ਜਾਏ। ਇੱਕ ਬਹੁਤ ਛੋਟਾ ਜਿਹਾ ਐਗਜ਼ਾਮਪਲ ਹੈਗਾ, ਉਹ ਮੈਂ ਤੁਹਾਨੂੰ ਦੱਸਦੀ ਹੈਗੀ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ। हेलो शारी जी, सत श्री अकाल। सत श्री अकाल जी, कौन गल कर रहे हो? मीता बोल रही हूँ। हाँ जी मीता जी, कैसे हो? मैं बिल्कुल ठीक ठाक, आप सुनाओ कैसे? जी बिल्कुल ठीक, थैंक यू मीता जी। जी बताएं मीता जी, कोई आपको आज के टॉपिक से जुड़ी कोई बात कुछ दर्शकों के साथ आप शेयर करना चाहते हो? हाँ, एक ना मेरे नेफ्यू है, वो उन्हें काफी मतलब की मजाक करने की आदत है। अच्छा। तो वो हर मैरिज पे ना उसको वैसे सभी बुलाते हैं कि अगर ये आएगा तो बड़ी रौनक लग जाएगी। अच्छा, रौनक लग जाएगी, ठीक है। लेकिन वो पेशेंस होनी चाहिए अगर वो मजाक बहुत हद तक करते हैं। ठीक है, पता भी है हाँ जी वो मजाक करते हैं। ठीक है, तो हमें भी पेशेंस रखनी पड़ती है कि हाँ भी वो मजाक करता है तो उसका गुस्सा नहीं करना चाहिए। जी ठीक है। अगर वो हमें हद तक मजाक करते हैं तो हमें पता है कि इस बंदे का नेचर है कि इसने मजाक करना है और ये कैसा भी कर सकता है जी। जब बूढ़ा है तो बूढ़े के साथ जैसा भी कोई पर्सन उसके साथ करता है जी। ये तो अपने ऊपर डिपेंड करता है कि तुम उसने कैसी हुई है, तो बंदे का नेचर का पता चल जाता है। जी बिल्कुल ठीक है। तो होता ही नहीं है ना कि ठीक है, जिसके साथ हम कोई हमें मजाक, कोई नया बंदा आएगा तो वो हमें मजाक करेगा। जी ठीक है। इतनी हिम्मत नहीं बनती कि फर्स्ट टाइम तुम्हारे से मिले और तुम्हें मजाक करे। बिल्कुल ठीक है। अगर तुम्हारे साथ उसके साथ लॉन्ग रिलेशन है, फ्रेंडशिप है, तो उसका टेस्ट का पता चलेगा। जी बिल्कुल ठीक है। कि भी वो कितने देर से हमारे साथ रहते हैं, इसका तो नेचर ही ऐसा। मेरा नेचर ऐसा है कि अगर मेरे को कुछ कोई कहता है तो मेरे को पता होता है कि फ्रंट वाला रेगुलर हमारे से बात करता है तो ये हमें मजाक कर रहे हैं। ये मजाक कर सकता है, उतना हक मिल जाता है बात करने का, मजाक करने ये का। अपने ऊपर ही डिपेंड करता है। अदरवाइज तो गुस्सा करना मैं तो नहीं कहती, क्योंकि बंदे फ्रंट वाले का पता चल जाता है कि हम इससे इतना मिल वर्त रहे हैं भी, अगर इसके नेचर ऐसे होगी भी, इसने नहीं मेरे को ऐसी। जी तो मीता जी, फिर वो जो आपका नेफ्यू की बात कर रहे थे उसकी क्या बात थी? वो ऐसे मजाक करता है तो ऐसे एक मेरी ननंद है, उसको गुस्सा लगा कि इसने ये मेरे को बात क्यों कही। ठीक है। उसने बोला कि तू तो अपनी नूह ते बहुत कुछ लिता दहेज कि हुण तू खुश नहीं हैगी, फिर भी होर की चाहिदा सी। तो ऐसे करके उसे गुस्सा लगा, तो उसने काफी महीने तक उससे बात नहीं की। तो मेरे जो नेफ्यू की वाइफ ने उससे पूछा कि बीबी तो क्या बात है, आप ऐसे हमारे से नाराज हो गए, मजाक की आदत ही है कि हाँ उन्हें मैंने क्यों इंज किया भी, ऐसे कर कहना नहीं चाहिए था। तो अच्छा। मेरे नेफ्यू ने उससे बात क्लियर कर ली। बहुत अच्छा किया। क्लियर करी कि मैंने ऐसे नहीं, मैं तो मजाक में बोला था ऐसे। बिल्कुल ठीक है। वही है। बात मैं बता रही हूँ ना कि भी इंसान को पता होना चाहिए, ये तो बंदा हर तरह का मजाक करता है और मजाक करता ही है, और ये मजाक करता है और इसके मन में कुछ बात नहीं है। हाँ ठीक है। कई वरना बहुत हार्टेड क्लियर होते हैं कई लोगों की आदत होता है। तो मेरे मन से तो मेरे को नहीं लगता कि भी कोई किसको गुस्सा करना चाहिए। अगर ठीक है बिल्कुल ठीक, थैंक यू सो मच मीता जी। मीता जी ਦੀ ਗੱਲ ਤੋਂ ਇੱਕ ਗੱਲ ਜੋ ਮੇਰੇ ਮਨ ਦੇ ਵਿੱਚ ਆ ਰਹੀ ਹੈ ਉਹ ਇਹ ਕਿ ਰਿਸ਼ਤੇ ਦਾ ਲਿਹਾਜ਼ ਜ਼ਰੂਰ ਕਰਨਾ ਚਾਹੀਦਾ ਹੈ। ਤੁਸੀਂ ਪ੍ਰੋਫੈਸ਼ਨਲ ਹੋ, ਕਿਸੇ ਕੰਮ ਦੇ ਵਿੱਚ ਹੋ, ਤੁਸੀਂ ਬੌਸ ਹੋ, ਤੁਹਾਡੇ EMPLOYEES ਹੈਗੇ ਆ, ਜਾਂ ਤੁਸੀਂ ਵਰਕਰ ਹੋ, ਤੁਹਾਨੂੰ ਆਪਣੀ ਪੋਜੀਸ਼ਨ ਵੇਖ ਕੇ ਮਜ਼ਾਕ ਕਰਨਾ ਜਾਂ ਪੋਜੀਸ਼ਨ ਵੇਖ ਕੇ ਆਪਣਾ ਦੇਖ ਕੇ ਕਿ ਤੁਸੀਂ ਕੰਮ ਕਰ ਰਹੇ ਹੋ ਕਿ ਤੁਹਾਡਾ ਦੋਸਤਾਨਾ ਰਿਸ਼ਤਾ ਠੀਕ ਹੈ, ਕਿਉਂ ਤੁਸੀਂ ਗੱਲ ਕਰ ਰਹੇ ਹੋ ਇਦਾਂ ਦੀ ਕਿ ਉਹ ਗੱਲ ਬਾਅਦ ਵਿੱਚ ਤੁਹਾਡੇ ਜਿਹੜੇ ਕੰਮ ਦੇ ਰਿਸ਼ਤੇ ਹੈਗੇ ਆ ਉਸ ਨੂੰ ਖਰਾਬ ਤੇ ਨਹੀਂ ਕਰ ਦੇਗੀ। ਕਈ ਵਾਰੀ ਅਸੀਂ ਜਾਣੇ ਅਣਜਾਣੇ ਬੈਠ ਕੇ ਕੋਈ ਗੱਲਾਂ ਕਰ ਰਹੇ ਹੈਗੇ ਆ ਤੇ ਉਹ ਗੱਲਾਂ ਜਿਹੜੀਆਂ ਉਹ ਮਜ਼ਾਕ ਵਿੱਚ ਕੀਤੀਆਂ ਜਾਂਦੀਆਂ, ਪਰ ਉਹ ਕਿਤੇ ਨਾ ਕਿਤੇ ਦਿਲ ਨੂੰ ਲੱਗਦੀਆਂ ਕਿ ਇਹਨਾਂ ਨੇ ਸ਼ਾਇਦ ਮੈਨੂੰ ਸੁਣਾਉਣ ਵਾਸਤੇ, ਕਿਉਂਕਿ ਅੱਜ ਕੱਲ ਕੋਈ ਇੰਨੀ ਗੱਲ ਨਹੀਂ ਸਮਝਦਾ ਹੈਗਾ ਕਿ ਕੋਈ ਬਹੁਤ ਭੋਲੇ ਭਾਅ ਨਾਲ ਕੀਤੀ ਹੈ। ਅੱਜ ਕੱਲ ਕੋਈ ਭੋਲੇ ਭਾਅ ਦੇ ਨਾਲ ਸੋਚੇ ਕਿ ਅਣਜਾਣ ਸੀਗਾ, ਉਹਨੇ ਜਾਣਬੁੱਝ ਕੇ ਨਹੀਂ ਕਹੀ ਹੈ, ਨਹੀਂ। ਅੱਜ ਕੱਲ ਹਰ ਗੱਲ ਦਾ ਮਤਲਬ ਇਹੀ ਹੁੰਦਾ ਕਿ ਜਾਣਬੁੱਝ ਕੇ ਕੀਤੀ ਹੈ। ਲੋਕੀ ਬਹੁਤ ਸਮਾਰਟ ਨੇ, ਲੋਕੀ ਤੁਹਾਨੂੰ ਮਿਹਣੇ ਮਾਰਨ ਦਾ, ਤੁਹਾਨੂੰ ਕੋਈ ਗੱਲ ਕਰਨ ਦਾ, ਤੁਹਾਨੂੰ ਅਪਸੈਟ ਕਰਨ ਦਾ ਕੋਈ ਬਹਾਨਾ ਲੱਭਦੇ ਹੈਗੇ ਆ। ਸੋ ਇਸ ਕਰਕੇ ਅਸੀਂ ਉਹ ਗੱਲ ਨੂੰ ਕਦੀ ਵੀ ਪੋਜ਼ਿਟਿਵ ਨਹੀਂ ਲੈਂਦੇ ਹੈਗੇ। ਜਦੋਂ ਅਸੀਂ ਉਸ ਗੱਲ ਨੂੰ ਪੋਜ਼ਿਟਿਵ ਨਹੀਂ ਲੈਂਦੇ ਤੇ ਉਹ ਸਾਡੇ ਮਨ ਦੇ ਵਿੱਚ ਚਲਦੀ ਰਹਿੰਦੀ ਔਰ ਸਾਡੇ ਰਿਸ਼ਤਿਆਂ ਦੇ ਵਿੱਚ ਔਰ ਸਾਡੇ ਕੰਮ ਦੇ ਵਿੱਚ ਬਹੁਤ ਫਰਕ ਪੈਂਦਾ ਇਸ ਗੱਲ ਦਾ। ਸੋ ਕਿਸ ਪੋਜੀਸ਼ਨ ਤੇ ਹੋ ਤੁਸੀਂ? ਤੁਹਾਡਾ ਸੱਸ ਨੂੰਹ ਦਾ ਰਿਸ਼ਤਾ ਹੈ, ਤੁਹਾਡਾ ਵਰਕਰ EMPLOYEE ਦਾ ਰਿਸ਼ਤਾ ਹੈਗਾ, ਬੌਸ ਦਾ ਰਿਸ਼ਤਾ ਹੈਗਾ, ਤੁਸੀਂ ਸਹੇਲੀਆਂ ਹੈਗੀਆਂ ਹੋ, ਤੁਹਾਡਾ ਰਿਸ਼ਤਾ ਕੀ ਹੈ ਕਿ ਉਹ ਰਿਸ਼ਤਾ ਇਸ ਲਾਇਕ ਹੈਗਾ ਕਿ ਤੁਸੀਂ ਉਸ ਦੇ ਨਾਲ ਕੋਈ ਮਜ਼ਾਕ ਕਰ ਸਕਦੇ ਹੋ? ਹੋ ਸਕਦਾ ਹੈ ਉਹ ਰਿਸ਼ਤਾ ਹਰ ਵਕਤ ਤੁਹਾਨੂੰ ਹੱਸਦੇ ਹੋਏ ਵੇਖਣਾ ਚਾਹੁੰਦਾ ਹੋਏ,
ਉਹ ਰਿਸ਼ਤਾ ਹਮੇਸ਼ਾ ਸੋਚਦਾ ਹੈ ਕਿ ਤੁਸੀਂ ਜਦੋਂ ਵੀ ਮਿਲਣਾ ਤੁਸੀਂ ਹੱਸ ਕੇ ਮਿਲੋਗੇ ਔਰ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਉਮੀਦ ਲਾ ਰਹੇ ਹੋ ਕਿ ਉਹ ਮੈਂ ਜ਼ਿਆਦਾ ਸੋਚ ਰਿਹਾ ਜਾਂ ਮੈਂ ਜ਼ਿਆਦਾ ਸੋਚ ਰਹੀ ਹਾਂ। ਸੋ ਛੋਟਾ ਜਿਹਾ ਐਗਜ਼ਾਮਪਲ ਮੈਂ ਤੁਹਾਨੂੰ ਦੇਣਾ ਹੈਗਾ, ਕਾਲ ਲਈਏ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸ਼ਹਿਰੀ, ਹੋਰ ਸੁਣਾ ਸਰ? ਹਾਂਜੀ ਠੀਕ ਠਾਕ। ਤੁਸੀਂ ਕੌਣ ਬੋਲ ਰਹੇ ਹੋ? ਮੈਂ ਨਿਰਮਲ ਕੋਲ ਬੋਲਦੀ, ਠੋਲੇ ਵਾਲੀ। ਹਾਂਜੀ ਕੀ ਹਾਲ ਹੈ? ਜਲੰਧਰ ਵਾਲੇ। ਹਾਂਜੀ ਜਲੰਧਰ ਵਾਲੇ ਜੀ। ਹਾਂ, ਇਹ ਫੋਨ ਹੁਣ ਲੱਗਦਾ ਕਹਿੰਦਾ ਨਹੀਂ ਛੇਤੀ, ਬਹੁਤ ਲੱਗਦਾ ਨਹੀਂ ਫੋਨ ਛੇਤੀ, ਬੜੇ ਚਿਰਾਂ ਦਾ ਲਾਉਂਦੇ। ਅੱਛਾ ਜੀ, ਓਕੇ ਜੀ। ਹਾਂਜੀ ਦੱਸੋ। ਮੈਨੂੰ ਆ 20 ਤਰੀਕ ਨੂੰ ਮਹੀਨਾ ਹੋ ਜਾਣਾ ਫੋਨ ਲਾਉਂਦੀ ਨੂੰ। ਸੱਚੀ? ਅੱਛਾ ਹਾਂ, ਮਹੀਨਾ ਹੋ ਗਿਆ ਮਾਰਚ ਨੂੰ ਜੀ। ਸਾਡੇ ਤੁਹਾਨੂੰ ਦੱਸਿਆ ਨਾ ਬੇਟੀ ਦੇ ਬੇਬੀ ਹੋਣ ਵਾਲਾ ਬੇਟਾ ਹੋਇਆ। ਜੀ ਜੀ ਜੀ, ਮੁਬਾਰਕ ਹੋਏ ਜੀ ਫਿਰ ਤੇ, ਬਹੁਤ ਬਹੁਤ ਮੁਬਾਰਕ ਹੋਏ। ਗੁੱਡ। ਹਾਂ, ਕਰਨਵੀਰ ਨਾਂ ਰੱਖਿਆ। ਅੱਛਾ ਜੀ, ਹਾਂ ਵੈਰੀ ਨਾਈਸ। ਮੈਂ ਕਿਹਾ ਮੈਂ ਦੱਸਦੀ ਸ਼ਹਿਰੀ ਨੂੰ। ਥੈਂਕ ਯੂ। ਲੱਗਦਾ ਫੋਨ ਲੱਗਦਾ ਬਸ ਇਦਾਂ ਹੀ। ਤੁਸੀਂ ਮੈਨੂੰ ਦੱਸਿਆ, ਯਾਦ ਰੱਖਿਆ। ਹਾਂਜੀ ਬਹੁਤ ਬਹੁਤ ਪਿਆਰ ਮੇਰੇ ਵੱਲੋਂ, ਬਹੁਤ ਪਿਆਰ ਬੇਟੇ ਨੂੰ। ਛੋਟਾ ਜਿਹਾ ਬੇਟਾ ਆਇਆ। ਚਲੋ ਅੱਜ ਦੇ ਵਿਸ਼ੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ? ਜੀ ਹਾਂ, ਦੋਤਾ ਹੈ। ਹਾਂਜੀ ਹਾਂਜੀ ਜੀ। ਅੱਜ ਬਾਰੇ ਮੈਂ ਤਾਂ ਬਥੇਰਾ ਮਜ਼ਾਕ ਕਰ ਲੈਣੀ ਹੁੰਦੀ ਆ। ਕੋਈ ਬੁਰਾ ਮੰਨ ਜਾਂਦਾ ਤੁਹਾਡੇ ਮਜ਼ਾਕ ਦਾ? ਬੁਰਾ ਨਹੀਂ, ਮੈਂ ਆਪਾਂ ਕਰੀਦਾ ਬਾਹਲਾ ਤੌਰ ਤੇ, ਵੱਡਾ ਮਜ਼ਾਕ ਕਰਨਾ ਹੋਵੇ ਤਾਂ ਆਪਾਂ ਘਰ ਦੇ ਵਿੱਚ ਕਰੀਦਾ, ਸਕੇ ਸੋਧਰਿਆ ਨਾ। ਅੱਛਾ, ਫਿਰ ਉਹ ਤੁਹਾਡੀ ਗੱਲ ਨੂੰ ਸਮਝਦੇ ਆ, ਉਹ ਬੁਰਾ ਨਹੀਂ ਮੰਨਦੇ? ਨਾ, ਉਹ ਹੱਸ ਪਾ ਕੇ। ਅਸੀਂ ਅਪ੍ਰੈਲ ਫੂਲ ਤੇ ਅਸੀਂ ਜ਼ਰੂਰ, ਸਾਡੀ ਜਠਾਣੀ ਲੱਗਦੀ, ਕਾਲ ਲੱਗ ਕੇ ਮਿਸਤਰੀ ਹੁੰਦੇ ਸੀ, ਉਹਨਾਂ ਨੂੰ ਫੋਨ ਕਰਨਾ। ਅੱਛਾ। ਅਸੀਂ ਫੋਨ ਕਰਨਾ, ਇੱਕ ਵਾਰੀ ਜਠਾਣੀ ਨੂੰ ਅਸੀਂ ਕਿਹਾ ਵੀ ਤੂੰ ਭੱਜ ਕੇ ਘਰ ਨੂੰ ਆਈ, ਵੀ ਪਤਾ ਨਹੀਂ ਕੀ ਗੱਲ ਹੋਈ ਆ। ਉਹ ਖੂਤੋਂ ਆਈ ਘਰਾਂ ਚੋਂ ਹੀ, ਨੱਠੀ ਆਈ, ਜਦ ਘਰ ਆਈ ਅਸੀਂ ਸਾਰਿਆਂ ਨੇ ਤਾੜੀ ਮਾਰਤੀ, ਗਾਲਾਂ ਕੱਢਦੀ, ਨੱਠ ਗਈ। ਅੱਛਾ, ਪਰ ਬਾਅਦ ਚ ਗੱਲ ਖਰਾਬ ਤੇ ਨਹੀਂ ਨਾ ਹੋਈ? ਰਿਸ਼ਤਾ ਤੇ ਨਹੀਂ ਨਾ ਖਰਾਬ ਹੋਇਆ? ਨਹੀਂ, ਉਹਨਾਂ ਨੂੰ ਪਤਾ। ਫੇਰ ਅਸੀਂ ਕੀ ਕੀਤਾ ਵੀ ਫੇਰ ਨਾ ਸਾਡੇ ਨਾ ਅਲੱਗ ਮਿਸਤਰੀ ਸੀਗੇ ਜੀ, ਤੇ ਮੈਂ ਗਈ ਤੇ ਮੈਂ ਜਾ ਕੇ ਨਾ ਮੈਂ ਕਿਹਾ ਵੀ ਸਾਡਾ ਪੱਖਾ ਨਹੀਂ ਚੱਲਦਾ, ਮੁੰਡੇ ਨਾਲ ਜੱਸੀ ਨੂੰ ਘੱਲਿਓ। ਉਹਨਾਂ ਨਾ ਮੁੰਡਾ ਆ ਗਿਆ, ਮੁੰਡੇ ਦੀ ਮਾਂ ਵੀ ਆ ਗਈ, ਮੁੰਡਾ ਵੀ ਆ ਗਿਆ। ਕਹਿੰਦੀ ਕਿਹੜਾ ਪੱਖਾ ਚੱਲਦਾ? ਅਸੀਂ ਤਾੜੀਆਂ ਮਾਰਦੀਆਂ। ਕਹਿੰਦੀ ਫਿੱਟੇ ਮੂੰਹ, ਕਹਿੰਦੀ ਤੁਸੀਂ ਤੇ ਕਹਿੰਦੀ ਬੜਾ ਮਜ਼ਾਕ ਫਾੜਦੀਆਂ, ਜਦੋਂ ਐਪਰੋਸ ਕਹਿੰਦੀ ਹੱਸ ਪਏ ਜਾਂਦੇ। ਓਕੇ, ਅਸੀਂ ਤਾਂ ਪਿੰਡ ਬਹੁਤ ਮਜ਼ਾਕ ਕਰੀ, ਇੱਥੇ ਵੀ ਕਈ ਵਾਰੀ ਅਸੀਂ ਕਰਦੇ ਤੇ ਇੱਕ ਦੂਜੀਆਂ ਨਾਲ। ਠੀਕ ਹੈ, ਤੇ ਸਾਰੀਆਂ ਮਜ਼ਾਕ ਨੂੰ ਬਰਦਾਸ਼ਤ ਕਰ ਲੈਂਦੀਆਂ, ਜਰ ਲੈਂਦੀਆਂ? ਕੋਈ ਏਦਾਂ ਦੀ ਤੁਹਾਨੂੰ ਸ਼ਿਕਾਇਤ ਨਹੀਂ ਹੈਗੀ ਕਿ ਕੋਈ ਬੁਰਾ ਮੰਨਦਾ? ਨਹੀਂ, ਸਾਨੂੰ ਸ਼ਿਕਾਇਤ ਨਹੀਂ। ਹੁਣ ਤਾਂ ਸਾਨੂੰ ਸਾਡਾ ਵੀ ਬਥੇਰੇ ਮਜ਼ਾਕ ਹੋ ਜਾਂਦੇ ਆ, ਕਰ ਵੀ ਲਈਦੇ ਤੇ ਚੱਲ ਵੀ ਲਈਦੇ ਜੀ। ਠੀਕ ਹੈ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਲਓ ਜੀ, ਇਸ ਦੇ ਨਾਲ ਹੀ ਵੇਲਾ ਹੋ ਚਲੇ ਇੱਕ ਛੋਟੇ ਜਿਹੇ ਬ੍ਰੇਕ ਦਾ। ਤੁਸੀਂ ਦੱਸੋਗੇ ਮੈਨੂੰ ਕੋਈ ਗੱਲ ਜਿਸ ਦੇ ਨਾਲ ਕਿ ਤੁਸੀਂ ਕਿਸੇ ਦੇ ਨਾਲ ਕੋਈ ਮਜ਼ਾਕ ਕੀਤਾ ਔਰ ਰਿਸ਼ਤਾ ਤੁਹਾਡਾ ਜਿਹੜਾ ਉਸ ਦੇ ਵਿੱਚ ਕੁਝ ਫਰਕ ਪਿਆ ਹੋਏ? ਸੋ ਅੱਗੇ ਦੇ ਬਾਰੇ ਅਸੀਂ ਇਹਨਾਂ ਗੱਲਾਂ ਦਾ ਰੱਖਾਂਗੇ ਖਿਆਲ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੁਨਾਲ ਜੁਐਲਰ ਦੇ ਗਹਿਣੇ, ਵਾਹ ਭਈ ਵਾਹ ਕਿਆ ਕਹਿਣੇ, ਗਹਿਣਿਆਂ ਨਾਲ ਭਰ ਲੈ ਜਾਓ, ਘਰ ਵਾਲੀ ਨੂੰ ਹੂਰ ਬਣਾਓ। ਕੁਨਾਲ ਜੁਐਲਰ ਤੇ ਆਓ, ਗਹਿਣਿਆਂ ਨਾਲ ਸਜ ਧਜ ਕੇ ਬਾਗੋ ਬਾਗ ਹੋ ਜਾਓ। ਅਸੀਂ ਤੁਹਾਡੀ ਪਸੰਦ ਦੇ 22 ਅਤੇ 24 ਕੈਰਟ ਦੇ ਕੜੇ, ਚੇਨ, ਕੋਇਨਸ, ਡਾਇਮੰਡ ਕੱਟ ਬੈਂਗਲਸ ਆਰਡਰ ਤੇ ਤਿਆਰ ਕਰਦੇ ਹਾਂ। ਗਹਿਣਿਆਂ ਦੀ ਰਿਪੇਅਰ ਵੀ ਇੱਥੇ ਹੀ ਕਰਦੇ ਹਾਂ। ਤੁਸੀਂ ਆਪਣੀ ਰਾਸ਼ੀ ਦੇ ਬਰਸਟੋਨ ਵੀ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਕੋਲ ਡਾਇਮੰਡ ਜੁਐਲਰੀ ਦੀ ਇੱਕ ਤੋਂ ਵੱਧ ਇੱਕ ਵੈਰਾਈਟੀ ਹੈ। ਹੋਰ ਜਾਣਕਾਰੀ ਲਈ ਬਿੱਟੂ ਨੂੰ ਹੁਣੇ ਕਾਲ ਕਰੋ 7184787200। ਯਾਦ ਰੱਖੋ, ਕੁਨਾਲ ਜੁਐਲਰ, 37-08 74 ਸਟਰੀਟ, ਜੈਕਸਨ ਹਾਈਟਸ, ਨਿਊਯਾਰਕ। ਟੈਕਸ ਪ੍ਰੋਬਲਮ? ਨੋ ਪ੍ਰੋਬਲਮ। ਕੰਪਿਊਟੈਕਸ INC ਆਓ ਤੇ ਆਪਣੇ ਟੈਕਸਾਂ ਦਾ ਮਸਲਾ ਸੁਲਝਾਓ। ਕੰਪਿਊਟੈਕਸ INC ਬਿਜ਼ਨਸ ਅਤੇ ਪਰਸਨਲ ਇਨਕਮ ਟੈਕਸ। ਅਸੀਂ ਪੇਰੋਲ ਐਂਡ ਸਰਟੀਫਾਈਡ ਪੇਰੋਲ ਟੈਕਸਸ, MTA ਟੈਕਸਸ, ਵਰਕਰਸ ਕੰਪਨਸੇਸ਼ਨ, ਬੁੱਕ ਕੀਪਿੰਗ ਆਦਿ ਵੀ ਕਰਦੇ ਹਾਂ। ਕੰਪਿਊਟੈਕਸ INC ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। 20 ਸਾਲਾਂ ਦਾ ਤਜਰਬਾ। We cover all 50 states. ਅਸੀਂ ਪੰਜਾਬੀ, ਉਰਦੂ ਅਤੇ ਹੋਰ ਵੀ ਭਾਸ਼ਾ ਬੋਲਦੇ ਹਾਂ। ਵਧੇਰੀ ਜਾਣਕਾਰੀ ਲਈ ਸਾਨੂੰ ਕੰਟੈਕਟ ਕਰੋ 7183715555 7184265695। ਪੰਜਾਬੀਆਂ ਦੀ ਪਪੂਲਰ ਡਿਮਾਂਡ ਨੂੰ ਦੇਖਦਿਆਂ ਸਾਮਰਾ ਪ੍ਰੋਡਿਊਸ ਐਕਸਪ੍ਰੈਸ ਖੁੱਲ ਗਿਆ ਹੁਣ ਆਰਟੀਸੀਆ ਕੈਲੀਫੋਰਨੀਆ ਵਿੱਚ। ਫਰੈਸ਼ ਸੀਜ਼ਨਲ ਵੈਜੀਟੇਬਲਸ, ਫਰੂਟਸ ਤੇ ਇੰਡੀਅਨ ਗਰੋਸਰੀਜ਼ ਦਾ ਖਜ਼ਾਨਾ। Everyday fresh produce directly from the farm. Religious events ਤੇ restaurants ਲਈ special prices. For shipping all over US and Canada, call 213-486-0086. Samra Produce.
ਨੰਬਰ 1 ਹੋਲਸੇਲ ਡਿਸਟ੍ਰੀਬਿਊਟਰ ਪੂਰੇ ਅਮਰੀਕਾ ਤੇ ਕੈਨੇਡਾ ਵਿੱਚ। This ad is sponsored by Samra Produce। ਵੈਲਕਮ ਜੀ, ਵੈਲਕਮ ਬੈਕ। ਮੇਰੇ ਨਾਲ ਗੱਲ ਕਰ ਰਹੇ ਨੇ ਇਸ ਵਕਤ ਪਲਦੀਪ ਜੀ। ਜੀ ਪਲਦੀਪ ਜੀ। ਹਾਂਜੀ ਸ਼ੈਰੀ ਜੀ। ਹਾਂਜੀ, ਬਲਵਿੰਦਰ ਜੀ ਦਾ ਫੋਨ ਕੱਟਿਆ ਗਿਆ, ਬੜੇ ਚੰਗੇ ਐਗਜ਼ਾਮਪਲਸ ਦੇ ਰਹੇ ਸੀਗੇ। ਸੋ ਤੁਸੀਂ ਦੱਸੋ ਪਲਦੀਪ ਜੀ, ਅੱਜ ਦੇ ਇਸ ਵਿਸ਼ੇ ਬਾਰੇ ਕੀ ਤੁਸੀਂ ਸੋਚਦੇ ਹੋ? ਕਦੀ ਮਜ਼ਾਕ ਕੀਤਾ ਕਿਸੇ ਦੇ ਨਾਲ? ਕੋਈ ਸਲਾਹ ਦਿਓ। ਵਧੀਆ ਵਿਸ਼ਾ ਆ ਤੁਹਾਡਾ, ਬਹੁਤ ਵਧੀਆ ਟੌਪਿਕ ਹੈ ਅੱਜ ਦਾ ਸ਼ੈਰੀ। ਥੈਂਕ ਯੂ। ਜੇ ਤੁਸੀਂ ਮੇਰਾ ਪੁੱਛਦੇ ਆ, ਮੈਂ ਤਾਂ ਕਦੀ ਕਿਸੇ ਨਾਲ ਮਜ਼ਾਕ ਨਹੀਂ ਕੀਤਾ ਤੇ ਨਾ ਮੈਨੂੰ ਚੰਗਾ ਲੱਗਦਾ ਆ। ਅੱਛਾ, ਤੁਹਾਨੂੰ ਚੰਗਾ ਨਹੀਂ ਲੱਗਦਾ? ਓਕੇ। ਮੈਨੂੰ ਨਹੀਂ ਚੰਗਾ ਲੱਗਦਾ ਕਿਉਂਕਿ ਜਿੱਦਾਂ ਹੁਣ ਪਹਿਲਾਂ ਗੱਲ ਕਰ ਚੁੱਕੇ ਆ 1 ਅਪ੍ਰੈਲ ਤੇ, ਜਿੱਦਾਂ ਇਹ ਹੁਣ ਥੋੜਾ ਇਹ ਹੈਗਾ ਆ ਵੀ ਕਿਉਂਕਿ ਸਭ ਲੋਕਾਂ ਨੂੰ ਪਤਾ ਆ ਇਹਨਾਂ ਦਿਨਾਂ ਵਿੱਚ ਤਾਂ ਸ਼ੈਰੀ ਠੀਕ ਆ, ਕੋਈ ਇੱਕ ਦੂਜੇ ਨਾਲ ਕਰਦਾ, ਕੋਈ ਬੁਰਾ ਨਹੀਂ ਮਨਾਉਂਦਾ ਜੀ। ਠੀਕ ਹੈ। ਹਾਂਜੀ, ਪਰ ਮੈਂ ਇਹ ਕਹਿੰਦੀ ਆ ਕਿ ਜਿੱਦਾਂ ਹੁਣ ਇਸ ਟਾਈਮ ਵਿੱਚ ਲੋਕਾਂ ਵਿੱਚ ਸਹਿਣਸ਼ੀਲਤਾ ਬਿਲਕੁਲ ਨਹੀਂ ਹੈਗੀ। ਬਿਲਕੁਲ ਠੀਕ ਕਹਿ ਰਹੇ ਹੋ, ਬਿਲਕੁਲ ਨਹੀਂ ਹੈ ਸਹਿਣਸ਼ੀਲਤਾ। ਆਪਣੇ ਬੱਚਿਆਂ ਦੇ ਵਿੱਚ ਨਹੀਂ ਹੁੰਦੀ ਹੈ। ਮਜ਼ਾਕ ਵਿੱਚ ਵੀ ਤੁਸੀਂ ਕੋਈ ਗੱਲ ਕਹਿੰਦੇ ਆ ਜਾਂ ਮਤਲਬ ਤੁਸੀਂ ਉਹਦੀ ਕੋਈ ਬੁਰਾਈ ਮਜ਼ਾਕ ਵਿੱਚ ਦੱਸਦੇ ਆ, ਉਹ ਨਹੀਂ, ਕਿਸੇ ਨੂੰ ਵੀ ਨਹੀਂ ਚੰਗਾ ਲੱਗਦਾ। ਨਹੀਂ ਚੰਗਾ ਲੱਗਦਾ। ਹਾਂਜੀ। ਤੇ ਪਰ ਮੈਂ ਵੀ ਇਦਾਂ ਹੀ ਆ, ਮੈਂ ਕਿਸੇ ਨੂੰ ਕਦੀ ਇਦਾਂ ਮਜ਼ਾਕ ਨਹੀਂ ਕਰਦੀ ਹੈਗੀ। ਪਰ ਜੇ ਕੋਈ ਮੈਨੂੰ ਫੇਰ ਵੀ ਜਿੱਦਾਂ ਆਪਾਂ ਇਕੱਠੇ ਕਿਤੇ ਬੈਠੇ ਆ ਸਾਰਿਆਂ ਦੇ ਵਿੱਚ ਕੋਈ ਮਾੜੀ ਗੱਲ ਵੀ ਮਜ਼ਾਕ ਵਿੱਚ ਕਹਿ ਦੇਵੇ, ਮੈਨੂੰ ਚੰਗਾ ਨਹੀਂ ਲੱਗਦਾ। ਤੁਹਾਨੂੰ ਚੰਗਾ ਨਹੀਂ ਲੱਗਦਾ। ਤੇ ਜੇ ਕਿਸੇ ਨੂੰ ਮਜ਼ਾਕ ਆਪਾਂ ਕਰਦੇ ਆ ਤਾਂ ਬਿਲਕੁਲ ਸੋਚ ਸਮਝ ਕੇ ਕਰਨਾ ਚਾਹੀਦਾ ਆ ਵੀ ਕਿਸੇ ਨੂੰ ਜਿਹਨੂੰ ਆਪਾਂ ਕਰ ਰਹੇ ਆ ਉਹਨੂੰ ਬੁਰਾ ਨਾ ਲੱਗੇ, ਗੱਲ ਬੁਰੀ ਨਾ ਲੱਗੇ। ਜੇ ਉਹਦੇ ਵਿੱਚ ਕੋਈ ਬੁਰਾਈ ਦਿਸਦੀ ਆ, ਉਹਨੂੰ ਮਜ਼ਾਕ ਵਿੱਚ ਨਾ ਕਰੋ, ਉਹਨੂੰ ਸਾਈਡ ਤੇ ਕਰਕੇ ਉਹਦੇ ਨਾਲ ਗੱਲ ਕਰੋ। ਅੱਛਾ ਪਲਦੀਪ ਜੀ, ਤੁਹਾਡੀ ਇਸ ਗੱਲ ਤੋਂ ਮੈਨੂੰ ਇੱਕ ਗੱਲ ਹੋਰ ਚੇਤੇ ਹੈ ਕਿ ਜੇ ਪਤਾ ਚੱਲ ਜਾਏ ਕਿ ਮੰਨ ਲਓ ਤੁਹਾਨੂੰ ਮਜ਼ਾਕ ਪਸੰਦ ਨਹੀਂ ਹੈ, ਹਾਂਜੀ, ਔਰ ਤੁਹਾਨੂੰ ਸਾਰਿਆਂ ਦੇ ਸਾਹਮਣੇ ਕੋਈ ਇੰਨੀ ਵੀ ਗੱਲ ਕਹਿ ਦੇਵੇ ਕਿ ਓਹੋ ਇਹਨਾਂ ਦੇ ਨਾਲ ਤੇ ਇਹਨਾਂ ਤੋਂ ਛੱਡੋ, ਇਹਨਾਂ ਨੂੰ ਤੇ ਗੱਲ ਹੀ ਨਹੀਂ ਕਰ ਸਕਦੇ, ਇਹਨਾਂ ਤੇ ਮਜ਼ਾਕ ਹੀ ਬਹੁਤ ਬੁਰਾ ਲੱਗ ਜਾਂਦਾ ਹੈ। ਇਹ ਵੀ ਬੁਰੀ ਗੱਲ ਹੈ ਨਾ? ਬਿਲਕੁਲ, ਇਹ ਵੀ ਬੁਰਾ ਲੱਗਣਾ ਹੈ ਨਾ, ਇਹ ਵੀ ਬੁਰਾ ਲੱਗਣਾ ਹੈ। ਹਾਂ, ਇਹ ਵੀ ਨਹੀਂ ਹੈਗਾ ਸਹੀ ਹੈਗਾ। ਪਰ ਆਪਾਂ ਕਿਸੇ ਨੂੰ ਨਹੀਂ, ਮਜ਼ਾਕ ਵਿੱਚ ਵੀ ਗਲਤ ਗੱਲ ਤਾਂ ਇੱਕ ਪਾਸੇ ਰਹੀ, ਮਜ਼ਾਕ ਵਿੱਚ ਵੀ ਮੈਂ ਕਿਸੇ ਨੂੰ ਨਹੀਂ ਬੁਰਾ ਭਲਾ ਕਹਿ ਸਕਦੀ ਹੈਨਾ। ਤੇ ਹੈ ਤਾਂ ਸਹੀ, ਬਣਿਆ ਤਾਂ ਮਜ਼ਾਕ ਇੱਕ ਦੂਜੇ ਨਾਲ ਕਰਨ ਨੂੰ ਹੀ ਆ, ਪਰ ਉਹਨਾਂ ਕੁ ਕਰੋ ਜਿੰਨਾ ਕੁ ਕੋਈ ਜਿਹਦੇ ਨਾਲ ਤੁਸੀਂ ਕਰਦੇ ਹੋ ਸਹਿ ਸਕਦਾ ਆ, ਉਹ ਸਹਿ ਸਕਦਾ ਹੈ। ਠੀਕ ਹੈ ਨਾ। ਇੰਨਾ ਨਾ ਕਰੋ ਵੀ ਆਪਣਾ ਰਿਸ਼ਤੇਦਾਰੀ ਚ ਜਾਂ ਆਪਣੇ ਮਤਲਬ ਫਰੈਂਡਾਂ ਵਿੱਚ ਫਰਕ ਪੈ ਜਾਵੇ, ਕਿਉਂਕਿ ਆਪਾਂ ਨੂੰ ਪਤਾ ਹੁੰਦਾ ਨੇਚਰ ਦਾ ਸਾਹਮਣੇ ਵਾਲੇ ਦਾ, ਵੀ ਜਿਹਨੂੰ ਅਸੀਂ ਕਰ ਰਹੇ ਆ ਪਤਾ ਹੋਣਾ ਚਾਹੀਦਾ ਵੀ ਉਹ ਸਹਿਣਸ਼ੀਲਤਾ ਹੈ ਉਹਦੇ ਵਿੱਚ, ਕਰ ਸਕਦਾ ਉਹ, ਹੈ ਨਾ ਜੀ। ਪਲਦੀਪ ਜੀ, ਔਰ ਇਸ ਦੇ ਨਾਲ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਸਾਡਾ ਰਿਸ਼ਤਾ ਕਿਹੋ ਜਿਹਾ ਹੈ। ਹਾਂ ਬਿਲਕੁਲ, ਸਾਡਾ ਦੋਸਤੀ ਸਹੇਲੀਆਂ ਹੈਗੀਆਂ, ਅਸੀਂ ਦੂਰ ਦੇ ਰਿਸ਼ਤੇਦਾਰ ਹੈਗੇ ਆ, ਅਸੀਂ ਸ਼ਰੀਕ ਹੈਗੇ ਆ, ਅਸੀਂ ਸੱਸ ਨੂੰ ਹੈਗੇ ਆ, ਅਸੀਂ ਦਰਾਣੀ ਜਠਾਣੀ ਆ। ਜੇ ਅਸੀਂ ਉਸ ਰਿਸ਼ਤੇ ਤੋਂ ਜੇ ਅਸੀਂ ਕੰਮ ਕਰਦੇ ਆ, ਹੈ ਨਾ, ਅਸੀਂ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਇੱਕ ਵੱਖਰੇ ਤਰੀਕੇ ਦੇ ਨਾਲ ਕੋਈ ਮਜ਼ਾਕ ਸ਼ੁਰੂ, ਭਾਵੇਂ ਤੁਸੀਂ ਤੁਹਾਡਾ ਬਹੁਤ ਚੰਗੇ ਰਿਸ਼ਤੇ ਹੈਗੇ ਆ, ਉਹਨਾਂ ਵਿੱਚ ਵੀ ਆ ਜਾਏਗਾ ਕਿ ਇਸਨੇ ਮੈਨੂੰ ਇਹ ਗੱਲ ਕਿਉਂ ਕਹੀ। ਬਿਲਕੁਲ ਤੁਹਾਡੀ ਗੱਲ, ਇਸਨੇ ਮੇਰਾ ਮਜ਼ਾਕ ਉਡਾਇਆ, ਇਸਨੇ ਮੈਨੂੰ ਇਹ ਗੱਲ ਕਹੀ। ਹਾਂ ਬਿਲਕੁਲ, ਦੇਖ ਕੇ ਕਰਨਾ, ਰਿਸ਼ਤਾ ਵੇਖ ਕੇ ਕਰਨਾ ਚਾਹੀਦਾ ਹੈ। ਹਾਂਜੀ ਬਿਲਕੁਲ ਬਿਲਕੁਲ, ਬਹੁਤ ਸੋਚਣ ਵਾਲੀ, ਇਹ ਬਹੁਤ ਵਧੀਆ ਅੱਜ ਦਾ ਟੌਪਿਕ ਹੈ ਤੁਹਾਡਾ, ਬਹੁਤ ਇਸ ਗੱਲ ਤੇ ਤਾਂ ਬਹੁਤ ਜ਼ਰੂਰੀ ਸੀ ਗੱਲ ਕਰਨੀ। ਥੈਂਕ ਯੂ ਬਲਦੀਪ ਜੀ, ਥੈਂਕ ਯੂ। ਰੋਜ਼ਮर्रा ਦੀਆਂ ਗੱਲਾਂ ਹੁੰਦੀਆਂ, ਅਸੀਂ ਸਾਰੇ ਨਹੀਂ ਕਰਾਂਗੇ ਤੇ ਕੁਛ ਨਾ ਕੁਛ ਨਵਾਂ ਹੀ ਪਤਾ ਚੱਲਦਾ ਹੈ, ਕੁਝ ਸਿੱਖਣ ਨੂੰ ਮਿਲਦਾ ਹੈ। ਸਾਰਿਆਂ ਦੀ ਘਰ ਦੀ ਗੱਲ ਹੈਗੀ ਆ, ਹਰੇਕ ਦੀ ਕੋਈ ਏਦਾਂ ਦੀ ਗੱਲ ਨਹੀਂ ਹੈ ਕਿ ਕੋਈ ਖਾਸ ਕਿਸੇ ਬਾਰੇ ਗੱਲ ਹੋ ਰਹੀ ਹੈ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਸ਼ੈਰੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮੈਂ ਪੰਮੀ। ਹਾਂਜੀ ਪੰਮੀ ਜੀ, ਰਿਚਮੰਡ ਹਿਲ ਵਾਲੇ? ਹਾਂਜੀ ਆਹਾ, ਰਿਚਮੰਡ ਹਿਲ ਵਾਲੇ। ਸ਼ੈਰੀ ਨਾਲ ਫੋਨ ਬਣਾਏ ਲਈਏ ਪਹਿਲਾਂ। ਵਾਹ ਜੀ ਵਾਹ, ਕੀ ਹਾਲ ਜੀ? ਬਸ ਵਧੀਆ ਜੀ, ਮਜ਼ਾਕ ਦੀਆਂ ਗੱਲਾਂ ਚੱਲ ਰਹੀਆਂ ਅੱਜ। ਪੰਮੀ ਜੀ, ਮੈਂ ਦਰਅਸਲ ਇਹ ਸੋਚਦੀ ਹਾਂ ਕਿ ਅਸੀਂ ਜਦੋਂ ਇਸ ਪ੍ਰੋਗਰਾਮ ਦੇ ਜ਼ਰੀਏ ਸਾਰੇ ਜਣੇ ਇਕੱਠੇ ਹੁੰਨੇ ਆ ਤੇ ਕੋਈ ਨਾ ਕੋਈ ਇਹੋ ਜਿਹੀ ਗੱਲ ਕਰੀਏ ਕਿ ਜਿਸ ਦੇ ਬਾਰੇ ਅਸੀਂ ਖਿਆਲ ਵੀ ਰੱਖੀਏ। ਇਹ ਨਹੀਂ ਕਿ ਆਪਾਂ ਹਾਸੇ ਮਜ਼ਾਕ 'ਚ ਗੱਲਾਂ ਕਰਤੀਆਂ ਸੁਣਾਤੀਆਂ, ਤੇ ਉਹ ਸਿੱਖੀਏ ਵੀ ਕੁਝ ਨਾ ਕੁਝ। ਰੋਜ਼ ਦੀਆਂ ਗੱਲਾਂ ਨੇ। ਤੇ ਤੁਸੀਂ ਦੱਸੋ ਪੰਮੀ ਜੀ, ਕੀ ਗੱਲ ਮਤਲਬ ਮਜ਼ਾਕ ਕਿਸੇ ਨਾਲ ਕਰਨਾ ਚਾਹੀਦਾ ਤੇ ਕੀ ਸੋਚ ਸਮਝ ਕੇ ਕਰਨਾ ਚਾਹੀਦਾ? ਕੋਈ ਤੁਹਾਡੇ ਨਾਲ ਹੋਈ ਕਿ ਤੁਸੀਂ ਮਜ਼ਾਕ ਕੀਤਾ? ਮੇਰੀਆਂ ਭੈਣਾਂ ਨੇ ਸਾਰੀਆਂ ਨੇ ਕਹਿ ਦਿੱਤਾ ਮਜ਼ਾਕ ਕਰੋ ਜਿਹੜਾ ਵੈਸੇ ਅਗਲੇ ਨੂੰ ਕੋਈ ਪ੍ਰੋਬਲਮ ਨਾ ਆਵੇ, ਕਿਉਂਕਿ ਹਰ ਕੋਈ ਨਹੀਂ ਸਾਰ ਸਕਦਾ। ਮੇਰੇ ਅੰਕਲ ਜੀ ਆਏ ਹੋ, ਇਹਨਾਂ ਦਾ ਮਜ਼ਾਕ ਸੁਣੋ। ਹਾਂ, ਤੇ ਇਹਨਾਂ ਨਾਲ ਮਜ਼ਾਕ ਇਹਨੇ ਕੀਤਾ ਹੋਈ, ਦੇਖੋ ਕਿਆ ਕਹਿੰਦੇ ਆ। ਕੀ ਕਹਿੰਦੇ ਆ ਦੱਸੋ? ਹਾਂ ਆ ਲਓ ਜੀ ਅੰਕਲ। ਅੱਛਾ, ਜੀ ਹਾਂਜੀ ਅੰਕਲ ਜੀ, ਸਤਿ ਸ਼੍ਰੀ ਅਕਾਲ।
नमस्ते गुड्डी। नमस्ते जी, नमस्ते अंकल, की हाल चाल है? हाल बहुत वधिया जी। अंकल की दस रहे सीगे, तुसी दसो सानू भी गल। ਤੁਹਾਡੀ ਗੱਲ ਹੋ ਰਹੀ ਸੀ ਨਾ ਮਜ਼ਾਕਾ ਨਹੀਂ, ਤੇ ਮੈਨੂੰ ਯਾਦ ਆ ਗਈ। ਮੈਂ ਪੰਮੀ ਨੂੰ ਗੱਲ ਦੱਸੀ, ਅਸੀਂ ਇਕੱਠੇ ਬੈਠੇ ਆ। हाँ जी। ਮੈਂ ਕਿਹਾ ਅਸੀਂ ਵੀ ਮਜ਼ਾਕ ਕੀਤਾ ਸੀ, ਮੇਰੀ ਲੜਕੀ ਹੈ ਇੱਥੇ। अच्छा जी। ਇਹ ਵੀ ਮੇਰੀ ਲੜਕੀ ਵਾਲੀ ਇਹਨੇ ਦੋਨੇ ਆਸਰੇ हाँ ਲੜਕੀ ਹੈ। हाँ जी, हाँ जी। नमस्ते नमस्ते सत श्री अकाल। अंकल टीवी ते ना सुनो, मेरे ना फोन ते करते रहो गल। हाँ जी। अच्छा उधरों तुम बंद घट करते। हाँ जी, थोड़ी जी कट कर लो जी। अच्छा मैं मिडिल टाउन सीगा, उत्थे मेरी लड़की इत्थे है, मेरा जवाई भी इत्थे है, सारे बच्चे इत्थे ही है। अच्छा जी। लॉन्ड्री से मैनू उत्थे लॉन्ड्री काम करदा सी, अपनी ही वो। अच्छा जी, ठीक है। उत्थे मेरे जवाई भैन भी उत्थे ही है, और जवाई है जो ਉਹਦੇ ਭਰਾ ਆ ਸਾਰੇ ਉੱਥੇ, ਮਾਂ ਬਾਪ ਵੀ ਉੱਥੇ ਹੀ ਆ। ਅਸੀਂ ਸਲਾਹ ਕੀਤੀ 1 ਅਪ੍ਰੈਲ ਨੂੰ ਕਿ ओम प्रकाश है मेरे सामने लाना। अच्छा जी। मैं कहा ओम प्रकाश ਨੂੰ ਆਪਾਂ ਮਜ਼ਾਕ ਕਰੀਏ 1 ਅਪ੍ਰੈਲ ਚ। अच्छा जी। ਸਾਡੇ ਲੌਂਡਰੀ ਦਾ ਦਰਵਾਜ਼ਾ ਟੁੱਟ ਗਿਆ ਸੀ, ਕਾਰ ਲੱਗੀ ਸੀ ਵਿੱਚ, ਤਾਂ ਉਹ ਜਿਹਨੇ ਬਣਾਇਆ ਸੀ ਉਹ ਆਉਂਦਾ ਸੀਗਾ, ਉਹਨੂੰ ਪੈਸੇ ਦੇਣੇ ਸੀਗੇ। ਠੀਕ ਹੈ। ਤੇ ਜਿਹੜੀ ਸਲਾਹ ਕੀਤੀ ਵੀ ਤੁਸੀਂ ਇਹ ਕਹੋ, ਸਾਰੇ ਸਲਾਹ ਕਾਲੀ ਇਕੱਠੇ ਬਹਿ ਕੇ, ਤੇ ਉਹ ਪ੍ਰਧਾਨ ਨੂੰ ਕਹਿ ਕੇ ਤੁਹਾਡੇ ਡੈਡੀ ਨੂੰ ਫੜ ਕੇ ਲੈ ਗਏ ਪੁਲਿਸ। ਉਹ ਅੱਛਾ। ਤੇ ਉਹ ਬੰਦਾ ਆਇਆ ਸੀਗਾ ਪੈਸੇ ਮੰਗਣ, ਉਹ ਲੜ ਪਿਆ, ਉਹਨਾਂ ਪੁਲਿਸ ਨੂੰ ਬੁਲਾ ਲਈ, ਉਹ ਫੜ ਕੇ ਲੈ ਗਏ। ਉਹ ਅੱਛਾ ਅੱਛਾ। ਉਹ ਕਹਿੰਦੇ ਫੇਰ ਕੀ ਹੋਇਆ? ਕਹਿੰਦੇ ਹੁਣ ਉਹ ਲੈ ਗਏ, ਅਸੀਂ ਜਾਣਦੇ ਆ, ਦੇਖਦੇ ਆ। ਪਤਾ ਨਹੀਂ ਮੈਂ ਉਹਨਾਂ ਬੰਦੇ ਲੈ ਕੇ। ਓਹੋ ਅੱਛਾ ਅੱਛਾ। ਉਹ ਜਿਹੇ ਬੰਦੇ ਲੈ ਕੇ, ਉਹ ਕਹਿੰਦੇ ਬੰਦੇ ਨਾ ਲਿਆ, ਤੂੰ ਫਿਕਰ ਨਾ ਕਰ। ਉਹਦੇ ਲੜਕੇ ਦੇ ਬਾਪ ਨੇ ਵੀ, ਉਹਦੀ ਮਦਦ ਨੂੰ ਵੀ ਕਿਹਾ ਸੀ ਹੈਗੇ ਇੱਥੇ। ਕਹਿੰਦੇ ਨਹੀਂ ਅਸੀਂ ਆਉਣੇ ਹੁਣੇ ਬੰਦੇ ਲੈ ਕੇ ਹੋਰ ਜੀ। ਮਿੰਟ ਉਹਨੇ ਇੱਥੋਂ 1.5 ਘੰਟਾ ਲੱਗ ਜਾਣ ਨੂੰ ਜੀ। ਇਹਨੂੰ ਬਥੇਰੇ ਡੱਕੇ, ਪਰ ਮੰਨਣ ਨਾ। ਕਹਿੰਦੇ ਨਹੀਂ ਅਸੀਂ ਤਾਂ ਆਏ ਹੁਣੇ, ਪਤਾ ਨਹੀਂ ਕੀ ਕਰੂਗੇ ਪੁਲਿਸ ਵਾਲੇ। ਸਾਡੇ ਕਰਾਣੇ ਫਿਰ ਮੈਂ ਅੰਦਰ ਸੀ, ਲੌਂਡਰੀ ਵਿੱਚ ਸੀਗੇ ਜੀ। ਅਸੀਂ ਹੱਸੀ ਜਾਂਦੇ ਸਾਰੇ ਜਣੇ। ਤੇ ਮੈਂ ਕੋਕ ਪੀ ਲਿਆ ਮਾੜਾ ਜਿਹਾ, ਤਾਂ ਮੇਰੇ ਜਿਹੜੇ ਸਾਹ ਰਗ ਹੁੰਦੇ ਆ ਉਹਦੇ ਵਿੱਚ ਵੜ ਗਿਆ ਕੋਕ। ਤੁਸੀਂ ਹੱਸ ਰਹੇ ਸੀਗੇ ਇਸ ਕਰਕੇ? ਹਾਂਜੀ ਹੱਸ ਰਹੇ ਸੀਗੇ, ਤੇ ਮੇਰਾ ਸਾਹ ਬੰਦ ਹੋ ਗਿਆ। ਠੀਕ ਹੈ। ਉਹ ਬਿਲਕੁਲ ਬੰਦ ਹੋ ਗਿਆ, ਮੈਂ ਮਰਨ ਵਾਲਾ ਹੋ ਗਿਆ। ਓ ਮਾਈ ਗॉड। ਅੱਛਾ ਜੀ। ਉਹਦੀ ਲੜਕੀ ਸੀ ਰੱਖੀ, ਉਹ ਮੈਨੂੰ ਮੁੰਡੇ ਕਰਕੇ ਮੇਰੇ ਪਿੱਛੇ ਮਾਰੇ ਇਸ ਤਰ੍ਹਾਂ ਜ਼ੋਰ ਜ਼ੋਰ। ਅੱਛਾ ਜੀ। ਮਾਰੇ। ਅੱਛਾ ਜੀ। ਇਹ ਸਾਹ ਮੁੜਿਆ। ਅੱਛਾ ਜੀ। ਤੇ ਜਦ ਤੋਂ ਇਨੀ ਫਿਰ ਉਹ ਟੈਲੀਫੋਨ ਤੇ ਟੈਲੀਫੋਨ ਆਈ ਜਾਣ, ਜਿਹਨੂੰ ਵੀ ਜਾਣ, ਸਾਰਿਆਂ ਨੂੰ ਹੋਣ ਜੀ। ਉਹ ਕਹਿੰਦੇ ਹਾਂ ਲੈ ਕੇ ਫੜ ਕੇ, ਸਾਰੇ ਕਹੀ ਜਾਣ, ਪੱਕਾ ਹੋ ਗਿਆ। ਹਾਂ ਜਿਹੜਾ ਤੁਸੀਂ ਮਜ਼ਾਕ ਕੀਤਾ ਸੀ। ਆਉਣ ਲੱਗੇ ਕਹਿੰਦੇ ਆਇਓ। ਪਲੀਜ਼ ਹੋਲਡ ਕਰੋ ਛੋਟਾ ਜਿਹਾ ਬ੍ਰੇਕ ਜੀ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥਿਕ ਕੰਸਲਟੈਂਟ। ਪਿਛਲੇ 26 ਸਾਲ ਹੋਮਿਓਪੈਥਿਕ ਮੈਡੀਕਲ ਕਾਲਜਾਂ ਵਿੱਚ ਪੜ੍ਹਾਉਣ ਤੋਂ ਬਾਅਦ 17 ਸਾਲਾਂ ਤੋਂ ਬੇ ਏਰੀਏ ਵਿੱਚ ਤੁਹਾਡੀ ਸੇਵਾ ਕਰ ਰਿਹਾ ਹਾਂ ਹੋਮਿਓਪੈਥਿਕ ਮੈਡੀਸਿਨ ਤੇ ਟ੍ਰੀਟਮੈਂਟ ਦੇ ਰਾਹੀਂ। ਬੇਸਿਕ ਤੌਰ ਤੇ ਹਰ ਆਦਮੀ ਨੂੰ ਜਾਣਨੀਆਂ ਬੜੀਆਂ ਜ਼ਰੂਰੀ ਨੇ ਕਿ ਹਰ ਬਿਮਾਰੀ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਅਹਿਸਾਸ ਤੋਂ ਹੁੰਦੀ ਹੈ। ਤੁਸੀਂ ਹਰ ਬਿਮਾਰੀ ਦੇ ਸੰਬੰਧ ਵਿੱਚ ਇਹ ਗੱਲਾਂ ਜਾਣ ਸਕੋ ਕਿ ਕੀ ਹੋ ਸਕਦਾ, ਉਹਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ, ਔਰ ਉਹਨਾਂ ਦਾ ਨਿਵਾਰਨ ਕਿਵੇਂ ਹੋ ਸਕਦਾ ਸੌਖੇ ਤਰੀਕੇ ਦੇ ਨਾਲ, ਤਾਂ ਕਿ ਉਹ ਭਿਆਨਕ ਰੂਪ ਧਾਰਨ ਕਰਨ ਤੋਂ ਪਹਿਲਾਂ ਹੀ ਛੇਤੀ ਤੋਂ ਛੇਤੀ ਉਹ ਠੀਕ ਹੋ ਸਕੇ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥਿਕ ਕੰਸਲਟੈਂਟ, 1192 ਈਸਟ ਸੈਂਟਾ ਕਲਾਰਾ ਸਟਰੀਟ, ਸਨੋਜ਼ੇ ਦੇ ਉੱਪਰ। ਮੇਰਾ ਫੋਨ ਨੰਬਰ 4086871899। Sahil, America's favorite fashion store. Visit our showroom in Chicago and New Jersey or online at sahil.com. Rupal Law, efficient legal service providers. ਜਦੋਂ ਆਪਣੇ ਪੰਜਾਬੀ ਲੋਕਾਂ ਨੂੰ ਕੋਈ ਲੀਗਲ ਪ੍ਰੋਬਲਮ ਹੋ ਜਾਂਦੀ ਹੈ, ਉਹ ਗੋਰੇ ਵਕੀਲਾਂ ਕੋਲ ਜਾਂਦੇ ਨੇ ਜਾਂ ਕਾਲੇ ਵਕੀਲਾਂ ਕੋਲ ਜਾਂਦੇ ਨੇ, ਉਹਨਾਂ ਨੂੰ ਆਪਣੀਆਂ ਗੱਲਾਂ ਸਮਝਾਉਣੀਆਂ ਬੜੀਆਂ ਔਖੀਆਂ ਹੋ ਜਾਂਦੀਆਂ। We specialize in immigration law, family law, civil litigation, wills and trusts. Clients ਨਾਲ open ਤੇ effective communication ਨਾਲ solve ਕਰਦੇ ਹਨ ਹਰ ਮੈਟਰ। ਮੈਂ ਚਾਹਨਾ ਕਿ ਜਿਹੜੇ ਆਪਣੇ ਇੱਥੋਂ ਦੇ ਪੰਜਾਬੀ ਲੋਕ ਨੇ ਜਾਂ ਇੰਡੀਅਨ ਲੋਕ ਨੇ, ਉਹਨਾਂ ਨੂੰ ਮੈਂ ਸਰਵ ਕਰਾਂ। Better solutions ਤੇ free consultation ਲਈ ਕਾਲ ਕਰੋ 9512412571।
ਵੈਲਕਮ ਬੈਕ ਜੀ। ਹੁਣ ਮੇਰੇ ਨਾਲ ਗੱਲਬਾਤ ਕਰ ਰਹੇ ਨੇ ਸਾਡੇ ਸਾਰਿਆਂ ਦੇ ਆਪਣੇ ਪੁਰਸ਼ੋਤਮ ਅੰਕਲ। ਪੁਰਸ਼ੋਤਮ ਅੰਕਲ ਜੀ, ਅੱਜ ਦੇ ਸਬਜੈਕਟ ਬਾਰੇ ਤੁਸੀਂ ਆਪਣਾ ਤਜਰਬਾ ਦੱਸੋ, ਕੀ ਕਹਿੰਦਾ? ਹਾਂਜੀ ਬੇਟਾ ਜੀ, ਅੱਜ ਦੇ ਸਬਜੈਕਟ ਬਾਰੇ ਜਿਵੇਂ ਇਹ ਰੁੱਤਾਂ, ਇਹ ਮੌਸਮ, ਇਹ ਬਹਾਰਾਂ ਬਦਲ ਗਈਆਂ ਨਾ, ਇਸ ਤਰ੍ਹਾਂ ਸਾਡੇ ਉਹ ਮਖੌਲ ਕਰਨ ਦੇ ਜਿਹੜੇ ਪੁਰਾਣੇ ਤਰੀਕੇ ਹੁੰਦੇ ਸੀ ਨਾ, ਉਹ ਵੀ ਬਦਲ ਗਏ ਜੀ। ਠੀਕ ਹੈ। ਜਦੋਂ ਪਹਿਲਾ ਜ਼ਮਾਨਾ ਸੀ, ਬੜੇ ਵੱਡੇ ਵੱਡੇ ਵੀ ਲੋਕੀ ਮਖੌਲ ਕਰ ਜਾਂਦੇ ਸੀ ਤੇ ਉਹਨਾਂ ਦਾ ਕੋਈ ਗੁੱਸਾ ਨਹੀਂ ਸੀ ਕਰਦਾ ਜੀ। ਉਹਦੇ ਵਿੱਚ ਸਾਡਾ ਇਹ ਨਾਲੋਂ ਵੀ ਸਾਡਾ ਮਨ ਪਰਚਾਵਾ ਵੀ ਇਹੀ ਚੀਜ਼ ਸੀ ਜੀ। ਬਿਲਕੁਲ ਠੀਕ। ਮਖੌਲ ਕਰਨੇ ਜੀ, ਜਿਵੇਂ ਕੋਈ ਵਿਆਹ ਦੇ ਵਿੱਚ ਆ ਪਰੌਣਾ ਸੱਦ ਲਿਆ, ਬਿਨਾਂ ਪੁਣੀ ਮੰਜੀ ਤੋਂ ਬਾਤਾਂ ਨੂੰ ਥੱਲੇ ਸੁੱਟਤਾ, ਉਹਦੀ ਜੁੱਤੀ ਲਿਖਾ ਦੀ, ਦਿੱਤੀ ਨਾ ਬਿਸ਼ੰਗਦੀ, ਭਾਵੇਂ ਨੰਗੀ ਪੈਣੀ ਜਾਏ, ਜਿੰਨਾ ਚਿਰ 500 1000 ਦੀ ਸ਼ਰਤ ਪੂਰੀ ਨਹੀਂ ਕਰਦਾ। ਠੀਕ ਕਹਿ ਰਹੇ ਹੋ। ਹਾਂਜੀ, ਸੂਰੇ ਲਾਤੇ। ਰਾਈਟ। ਇਹ ਚੀਜ਼ਾਂ ਆਮ ਮਖੌਲਾਂ ਚ ਆਉਂਦੀਆਂ ਜੀ। ਜੀ ਠੀਕ ਅੱਜ ਹੈ। ਕਰਕੇ ਵੇਖੋ, ਕੁੜੀ ਵੀ ਉੱਥੇ ਛੱਡ ਜਾਣਾ, ਮਗਰ ਉਹ ਮਾਂ ਪਿਓ ਭਾਵੇਂ ਉੱਥੇ ਉਹਦੇ ਨਾਲ ਗਾਂ ਛੱਡ ਕੇ ਆ। ਅੱਜ ਮਤਲਬ ਵੀ ਉਹ ਜਿਹੜੀ ਸਹਿਣਸ਼ੀਲਤਾ ਸੀ ਨਾ ਇਨਸਾਨ ਦੇ ਵਿੱਚੋਂ, ਉਹ ਬਿਲਕੁਲ ਖੰਭ ਲਾ ਕੇ ਉੱਡ ਚੁੱਕੀ। ਪਰ ਅੰਕਲ, ਲੋਕਾਂ ਦੇ ਇੱਕ ਸਿਰਫ ਸਹਿਣਸ਼ੀਲਤਾ ਨਹੀਂ, ਲੋਕਾਂ ਦੇ ਮਨ ਵੀ ਬਦਲ ਚੁੱਕੇ ਨੇ। ਉਹ ਮਜ਼ਾਕ ਨੂੰ ਉਸ ਬਹਾਨੇ ਨਾਲ ਕਰਦੇ ਨੇ ਕਿ ਅਗਲੇ ਦਾ ਮਨ ਦੁਖੇ। ਫਿਰ ਬੀਬਾ ਜੀ, ਬਹਾਨੇ ਨਾਲ ਮਨ ਦੁਖੇ। ਅੱਜ ਕੱਲ ਤਾਂ ਪਹਿਲੀ ਗੱਲ ਤਾਂ ਵੱਡੀ ਸਿਆਣਪ ਇਹ ਆ ਵੀ ਤੁਸੀਂ ਕਿਸੇ ਨੂੰ ਕੁਝ ਵੀ ਨਾ ਆਖੋ। ਕੁਝ ਵੀ ਨਾ ਆਖੋ, ਬਿਲਕੁਲ ਠੀਕ ਹੈ। ਹਾਂ, ਬਿਲਕੁਲ ਠੀਕ ਹੈ। ਪਹਿਲੋਂ ਜਿਵੇਂ ਸਿਆਣਿਆਂ ਨੇ ਅਖਾਣ ਬਣਾਇਆ ਸੀ, ਪਹਿਲੋਂ ਤੋਲੋ ਫਿਰ ਬੋਲੋ ਜੀ। ਅੱਜ ਇਹ ਜ਼ਮਾਨਾ ਆ ਗਿਆ। ਦੂਸਰੀ ਗੱਲ ਹੈ ਬੇਟਾ, ਜਦੋਂ ਤੁਸੀਂ ਵੀ ਕਰਦੇ ਹੋ, ਜਿਵੇਂ ਹੁਣ ਦੁਨੀਆ ਬੜੀ ਹੁਸ਼ਿਆਰ ਹੈ, ਐਕਟਿਵ ਆ, ਜਦੋਂ ਜੇ ਤੁਸੀਂ ਕਿਸੇ ਨੂੰ ਅਣਜਾਣੇ ਹੀ ਤੁਹਾਡੇ ਮੂੰਹੋਂ ਕੋਈ ਵੀ ਇਹਦੀ ਗੱਲ ਨਿਕਲ ਜਾਂਦੀ ਹੈ, ਜਿਵੇਂ ਅਗਲਾ ਫੀਲ ਕਰ ਰਿਹਾ, ਤੇ ਉਹਦੇ ਚਿਹਰੇ ਦੇ ਹਾਪਾ ਵੀ ਬਦਲ ਜਾਂਦੇ ਨੇ। ਪਰ ਤੁਸੀਂ ਆਪਦੀ ਜ਼ੁਬਾਨ ਨੂੰ ਬਦਲੋ, ਕਿਉਂਕਿ ਤੁਹਾਡਾ ਉਹ ਗੁੱਸੇ ਦੇ ਵਿੱਚ ਕਨਵਰਟ ਨਾ ਕਿਤੇ ਹੋ ਜਾਵੇ। ਹਾਂ, ਬਿਲਕੁਲ ਠੀਕ ਹੈ। ਇਹ ਬੜੀ ਵੱਡੀ ਚੀਜ਼ ਹੈ। ਜਦੋਂ ਵੀ ਕਿਸੇ ਨਾਲ ਤੁਸੀਂ ਉਹਦੀ ਗੱਲ ਕਰਦੇ ਹੋ, ਉਹ ਸਹੀ ਸੂਟ ਨਹੀਂ ਬਹਿ ਰਹੀ, ਪਿੰਚ ਨਹੀਂ, ਤੇ ਉਹਦੀ ਫੀਲਿੰਗ ਵੇਖੋ ਵੀ ਉਹਨੂੰ ਅੱਗੋਂ ਕੀ ਤਕਲੀਫ ਹੋ ਰਹੀ ਹੈ। ਪਰ ਅੰਕਲ, ਅੱਜ-ਕੱਲ ਤੁਹਾਡੇ ਗੱਲ ਨਹੀਂ ਪੈਗਾ, ਲੇਕਿਨ ਉਹਦਾ ਚਿਹਰੇ ਦਾ ਹਾਵ ਦੱਸੇਗਾ ਵੀ ਮੈਂ ਤੈਨੂੰ ਲਾਈਕ ਨਹੀਂ ਕਰਦਾ। ਅੰਕਲ, ਇਹ ਬਿਲਕੁਲ ਇੱਕਦਮ ਤੁਸੀਂ ਐਕੂਰੇਟ ਗੱਲ ਕਹੀ ਹੈ। ਇਹੀ ਗੱਲ ਹੈ ਕਿ ਇੱਕ ਤਾਂ ਸਹਿਣਸ਼ੀਲਤਾ ਖਤਮ ਹੋ ਗਈ ਹੈ, ਦੂਜਾ ਗੱਲ ਏਦਾਂ ਦੀ ਕਰੀ ਜਾਂਦੀ ਹੈ ਕਿ ਸਾਹਮਣੇ ਵਾਲੇ ਦਾ ਮਨ ਦੁਖੇ, ਔਰ ਉਸ ਤੋਂ ਬਾਅਦ ਜੋ ਮਨ ਦੁਖਾਣ ਵਾਲਾ ਬੰਦਾ ਉਹ ਸੋਚਦਾ ਹੈ ਕਿ ਮੈਂ ਸ਼ਾਇਦ ਕੋਈ ਜੰਗ ਜਿੱਤ ਲਿੱਤੀ ਹੈ ਜਾਂ ਮੈਂ ਕੁਝ ਹਾਸਲ ਕਰ ਲਿੱਤਾ ਹੈ, ਇਸ ਦਾ ਮਨ ਦੁਖਾ ਕੇ। ਸੋ ਮਜ਼ਾਕ ਤੇ ਅੱਜਕੱਲ ਤੁਸੀਂ ਕਰ ਹੀ ਨਹੀਂ ਸਕਦੇ ਕਿਸੇ ਦੇ ਨਾਲ। ਹਾਂਜੀ ਹਾਂ, ਨਹੀਂ ਜੀ, ਹੁਣ ਤਾਂ ਬਿਲਕੁਲ ਹੀ ਬੇਟਾ ਕਿਸੇ ਕਿਸਮ ਦਾ ਆਪਸ ਦੇ ਵਿੱਚ ਵੀ ਈਵਨ ਬਹੁਤ ਤੁਸੀਂ ਗੂੜੀਆਂ ਕਿਤੇ ਫੈਮਲੀਆਂ 'ਚ ਵੀ ਜਾਂਦੇ ਹੋ, ਉੱਥੇ ਵੀ ਜਿਵੇਂ ਦੇ ਗੱਲ ਕਰਨ ਦੀ ਵਾਹ ਨਹੀਂ ਰਹਿ ਗਈ। ਵੈਸੇ ਜੇ ਗੁਰਬਾਣੀ ਦੇ ਮੁਤਾਬਕ ਚੱਲੀਏ, ਜਿਹੜੇ ਗੁਰਸਿੱਖਾਂ ਦਾ ਪਹਿਲੋਂ ਆਪਣਾ ਰੁਝਾਨ ਹੀ ਹੈ ਸੀ। ਮਹਾਰਾਜ ਨੇ ਵੀ ਲਿਖਿਆ, ਹੱਸਣਾ ਖੇਡਣਾ ਮਨ ਕਾ ਚਾਓ। ਇਹ ਸਾਡੇ ਹੱਸਣ ਖੇਡਣ ਦੇ ਵਿੱਚ ਆਉਂਦਾ ਸੀ, ਨਾ ਕਿ ਕਿਸੇ ਇਤਰਾਜ਼ ਦੇ ਵਿੱਚ ਇਹ ਚੀਜ਼ ਆਉਂਦੀ ਸੀ। ਲੇਕਿਨ ਹੁਣ ਤਾਂ ਜੇ ਗੱਲ ਆਵੇ, ਤੂੰ ਮੈਨੂੰ ਮੂੰਹੋਂ ਕੱਢ ਤੇ ਮੈਂ ਤੈਨੂੰ ਪਹਿਲੋਂ ਕੱਢਦੀ ਆ, ਇੱਥੋਂ ਤੱਕ ਨੌਬਤ ਆ ਚੁੱਕੀ ਹੈ। ਪਤਾ ਨਹੀਂ ਕੀ ਦੁਨੀਆ ਦੇ ਵਿੱਚ। ਮੈਂ ਇੱਕ ਬੜੀ ਡੂੰਘੀ ਗੱਲ ਹੈ, ਪਿਆਰੀ ਗੱਲ ਹੈ। ਕਿਸੇ ਚੀਜ਼ ਨੂੰ ਤੁਸੀਂ ਅੰਦਾਜ਼ਾ ਲਾਓ ਵੀ ਪਾਲ ਪੋਸ ਕੇ ਇੰਨਾ ਵੱਡਾ ਕਰਤਾ ਹੋਵੇ, ਉਹਨੂੰ ਕਿਸੇ ਮੁਰਾਬਤੇ ਤੇ ਵੀ ਪਹੁੰਚਾਤਾ ਹੋਵੇ, ਤੇ ਸਹਿ ਸੁਭਾਅ ਉਹਦੇ ਨਾਲ ਗੱਲ ਕੀਤੀ ਹੋਵੇ, ਤੇ ਉਹਨੇ ਅਗਲੇ ਨੂੰ ਘਰੋਂ ਕੱਢਣ ਤੱਕ, ਮੈਂ ਉਹ ਨਾਂ ਨਹੀਂ ਲੈਣਾ ਚਾਹੁੰਦਾ, ਇੱਕ ਅੱਗੋਂ ਇੱਕ ਜਿਵੇਂ ਆਂਦੇ ਨੇ ਉੱਠ ਕੇ ਘਸੋਲੀ ਨਹੀਂ ਮਾਰੇ ਔਰ ਕਸਰ ਨਹੀਂ ਰਹਿ ਗਈ। ਦੱਸੋ, ਇਹਦੇ ਉੱਤੇ ਪਿਆਰੀ ਚੀਜ਼ ਨੂੰ ਗੱਲ ਕਰਨ ਦੀ ਕੋਈ ਵਾਹ ਨਹੀਂ ਰਹਿ ਗਈ। ਠੀਕ ਕਹਿ ਰਹੇ ਹੋ ਤਾਂ। ਥੈਂਕ ਯੂ ਸੋ ਮਚ ਅੰਕਲ। ਪੁਰਸ਼ੋਤਮ ਅੰਕਲ, ਬਹੁਤ ਬਹੁਤ ਸ਼ੁਕਰੀਆ। ਕੱਲ ਉਮੀਦ ਕਰਦੀ ਹਾਂ ਕਿ ਦਰਸ਼ਕਾਂ ਦੇ ਲਈ ਘਰੇਲੂ ਨੁਕਤਿਆਂ ਦੇ ਨਾਲ ਫਿਰ ਤੁਸੀਂ ਸ਼ਾਮਲ ਹੋਵੋਗੇ। ਸੋ ਥੈਂਕ ਯੂ ਵਨਸ ਅਗੇਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਕੌਣ ਗੱਲ ਕਰ ਰਹੇ ਹੋ? ਹਾਂਜੀ, ਮੈਂ ਇੰਸਟਾਗ੍ਰਾਮ ਤੋਂ ਗੱਲ ਕਰਦੀ, ਕੈਲੀਫੋਰਨੀਆ। ਹਾਂਜੀ ਮੈਂ ਸੀ ਨਾ ਪੁੱਛਣਾ ਸੀ ਕਿ ਜਦ ਇੱਕ ਦਿਨ ਇਹਨਾਂ ਨੇ ਦੱਸਿਆ, ਮੈਂ ਪਹਿਲੀ ਵਾਰ ਕਾਲ ਕੀਤੀ ਆ ਜੀ, ਦੱਸਿਆ ਸੀ ਕਿ ਛਾਈਆਂ ਵਾਸਤੇ ਪੁਦੀਨਾ, ਤੇ ਮੈਨੂੰ ਪੁਦੀਨੇ 'ਚ ਇਹ ਯਾਦ ਭੁੱਲ ਗਿਆ ਕਿ ਉਹ ਦਹੀਂ ਪਾਣਾ ਹੈ ਕਿ ਨਿੰਬੂ ਪਾਣਾ ਹੈ। ਅੱਛਾ, ਉਸ 'ਚ ਸ਼ਾਇਦ ਦਹੀਂ ਪਾਣਾ ਸੀਗਾ। ਦਹੀਂ ਪਾਣਾ ਸੀ ਜੀ। ਹਾਂਜੀ, ਬਸ ਮੈਂ ਨਾ ਉਹ ਮੇਰੀ ਬੇਟੀ ਦੀ ਛਾਈਆਂ ਸੀ ਤੇ ਮੈਂ ਜੀ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਵਾਲ ਪੁੱਛਿਆ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਉਹ ਦਰੀ ਕਿਵੇਂ, ਠੀਕ ਠਾਕ? ਬਿਲਕੁਲ ਠੀਕ ਆ, ਤੁਸੀਂ ਸੁਣਾਓ ਜੀ। ਹਾਂ, ਅੱਜ ਚੱਲਦਾ ਟੌਪਿਕ ਆਪਣਾ ਹਾਸੇ ਮਖੌਲ ਤੇ। ਦਰਅਸਲ ਹਾਸੇ ਮਖੌਲ ਦਾ ਟੌਪਿਕ ਪਰ ਹੈ ਬੜਾ ਸੀਰੀਅਸ ਹੈ। ਹੈ ਤਾਂ ਸੀਰੀਅਸ ਹੈ ਨਾ, ਕਿ ਆਪਾਂ ਅੱਜ ਦੇ ਜ਼ਮਾਨੇ 'ਚ ਹੈ ਨਹੀਂ, ਮੌਕੂ ਸਮਾਂ ਹੈ ਨਹੀਂ ਅੱਜ ਕੱਲ੍ਹ ਇਸ ਕਰਨ ਦਾ, ਹੈ ਨਾ। ਫਿਰ ਆਪਾਂ ਹੱਸੀਏ ਮਜ਼ਾਕ ਕਿਹਦੇ ਨਾਲ ਕਰੀਏ?
ਆਪਾਂ ਕਰ ਤਾਂ ਲੈਂਦੇ ਆ, ਫਿਰ ਉਹ ਕਈਆਂ ਦਾ ਅੰਦਾਜ਼ ਕੁਛ ਇਹੋ ਜਿਹਾ ਹੁੰਦਾ ਹਾਸੇ ਮਖੌਲ ਚ, ਮੈਂ ਕਹਿੰਦਾ ਗੱਲ ਸੁਣਾਉਣੀ, ਮੈਂ ਕਹਿੰਦੇ ਮਗਰੋਂ ਕਹਿ ਦੇਣਾ ਮੈਂ ਤਾਂ ਹਾਸੇ ਹਾਸੇ ਸੁਣਾ ਦਿੰਦੀ ਹੁੰਦੀ ਆ। ਹਾਂ, ਉਹ ਵੀ ਔਖਾ ਲੱਗਦਾ ਵਾ ਫਿਰ, ਹਨਾ। ਉਹ ਵੀ ਔਖਾ ਲੱਗਦਾ। ਮੈਂ ਕਈਆਂ ਤੋਂ ਗੱਲ ਸੁਣੂ ਨਾ, ਸੁਣੀਏ ਕਈਆਂ ਤੋਂ ਗੱਲ ਕਰਦੀ, ਨਹੀਂ ਮੈਂ ਤਾਂ ਫਲਾਣੀ ਮੈਂ ਤਾਂ ਹਾਸੇ ਹਾਸੇ ਜੀ ਸਾਡੇ ਤੇ ਲਾ ਦੇਵੇ। ਪਤਾ ਕੀ, ਔਰ ਉਹ ਸੋਚਦੇ ਆ ਵੀ ਹਾਸੇ ਹਾਸੇ ਚ ਕਿਸੇ ਨੂੰ ਪਤਾ ਨਹੀਂ ਚੱਲਦੀ। ਅੱਜ ਕੱਲ ਤੇ ਬੱਚੇ ਨੂੰ ਪਤਾ ਚੱਲ ਜਾਂਦੀ ਹੈ। ਅੱਜ ਕੱਲ ਦੁਨੀਆ ਤੇ ਬਹੁਤ ਸਾਰੇ ਅੱਗੇ ਸੀ ਹਾਸੇ ਮਖੌਲ ਆਏ, ਸ਼ਹਿਰੀ ਹੁਣ ਨਹੀਂ ਹੈਗੇ। ਠੀਕ ਕਹਿ ਰਹੇ ਹੋ ਤੁਸੀਂ, ਬਿਲਕੁਲ ਠੀਕ ਕਹਿ ਰਹੇ ਹੋ। ਮੌਸਮ ਟਾਈਮ ਬਹੁਤ ਬਦਲਿਆ ਹੋਇਆ ਵਾ, ਬਿਲਕੁਲ ਠੀਕ ਕਹਿ ਰਹੇ ਹੋ ਜੀ। ਔਰ ਪੰਮੀ ਜੀ ਦੇ ਅੰਕਲ ਨਾਲ ਗੱਲ ਹੋ ਰਹੀ ਸੀ, ਅੰਕਲ ਨੇ ਕਿਹਾ ਕਿ ਸ਼ਹਿਰੀ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਵੀ ਲੋਕੀ ਭਾਵੇਂ ਦਾਜ ਲੈਣਾ ਹੈਗਾ, ਭਾਵੇਂ ਕੋਈ ਫਰਕ ਕਰਨਾ ਹੈ, ਔਰ ਉਹ ਸਭ ਕੁਝ ਇੱਥੇ ਆ ਕੇ ਵੀ ਕਰਦੇ ਹੈਗੇ ਆ। ਸਾਨੂੰ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਕੁਝ ਸਿੱਖਣ ਨੂੰ ਮਿਲਿਆ। ਕੀ ਸਿੱਖਣ ਨੂੰ ਮਿਲਿਆ? ਅਸੀਂ ਕੀ ਕਮਾਇਆ, ਕੀ ਖਟਿਆ, ਕੀ ਲੈ ਕੇ ਜਾਣਾ ਹੈਗਾ। ਮੈਂ ਜੇ ਆਪਣੇ ਭਰਾ ਨਾਲ ਗੱਲ ਕਰਦੀ ਹਾਂ ਤੇ ਉਸ ਦਾ ਇੱਕੋ ਜਵਾਬ ਹੁੰਦਾ, ਕਿਉਂਕਿ ਹੁਣ ਤੱਕ ਵੀ ਮੇਰੇ ਦਾਦਾ ਜੀ ਗੀਤਾ ਦਾ ਪਾਠ ਕਰਦੇ ਹੈਗੇ ਆ, ਸਵੇਰੇ ਸ਼ਾਮ ਵਰਤ ਰੱਖਦੇ ਨੇ ਸਾਰੇ। ਤਕਰੀਬਨ 92-93 ਸਾਲ, ਸ਼ਾਇਦ ਜ਼ਿਆਦਾ ਉਮਰ ਹੈ, ਕਦੀ ਦੱਸਦੇ ਨਹੀਂ ਹੈਗੇ ਆ। ਤੇ ਹੁਣ ਵੀ ਉਹ ਮੈਨੂੰ ਕਹਿ ਦੇਗਾ ਕਿ ਕੋਈ ਗੱਲ ਛੱਡ, ਗੀਤਾ ਸਾਰ ਪਤਾ ਹੈ ਨਾ। ਗੀਤਾ ਸਾਰ ਕਹਿੰਦਾ ਹੈਗਾ ਕਿ ਕੀ ਤੁਸੀਂ ਦੁਨੀਆ ਦੇ ਵਿੱਚ ਲੈ ਕੇ ਆਏ ਹੋ, ਤੁਸੀਂ ਖਾਲੀ ਹੱਥ ਆਏ ਹੋ, ਤੁਸੀਂ ਖਾਲੀ ਹੱਥ ਜਾਣਾ ਹੈ। ਆਤਮਾ ਨਾ ਪੈਦਾ ਹੁੰਦੀ ਹੈ ਨਾ ਮਰਦੀ ਹੈਗੀ ਹੈ, ਜੋ ਹੈ ਇੱਥੇ ਹੀ ਹੈਗਾ। ਆਪਣੇ ਕਰਮਾਂ ਦਾ ਫਲ ਤੁਹਾਨੂੰ ਜ਼ਰੂਰ ਮਿਲੇਗਾ। ਪਰ ਫਿਰ ਚੱਲ ਵੀ ਤੇ ਕਲਯੁਗ ਰਿਹਾ ਨਾ। ਇਸ ਕਲਯੁਗ ਦੇ ਵਿੱਚ ਭਰਾ ਦਾ ਵੈਰੀ ਹੈਗਾ ਤੇ ਹੋਰਾਂ ਦੀ ਤੇ ਗੱਲ ਹੀ ਛੱਡ ਦਿਓ ਕਿ ਤੁਸੀਂ ਦੂਜੇ ਲੋਕਾਂ ਨੂੰ ਕਹੋਗੇ ਕਿ ਜਦੋਂ ਇੱਕ ਭਰਾ, ਇੱਕ ਪਿਓ ਪੁੱਤਰ, ਇੱਕ ਸੱਸ ਨੂੰ, ਇਹ ਰਿਸ਼ਤੇ ਉਹ ਰਿਸ਼ਤੇ ਹੈ ਹੀ ਨਹੀਂ। ਉਹਨਾਂ ਦੇ ਵਿੱਚ ਉਹ ਮਿਠਾਸ ਨਹੀਂ ਹੈ, ਉਹਨਾਂ ਦੇ ਵਿੱਚ ਉਹ ਬਹੁਤ ਘੱਟ ਵਿਰਲੇ ਪਰਿਵਾਰ ਨੇ। ਤੁਸੀਂ ਇਹ ਨਾ ਸੋਚੋ ਕਿ ਮੈਂ ਕਿਸੇ ਦੇ ਬਾਰੇ ਗੱਲ ਕਰ ਰਹੀ ਹਾਂ। ਜਿੱਥੇ ਸੁਣ ਲਓ, ਜਿਸ ਘਰ ਦੇ ਵਿੱਚ ਗੱਲ ਕਰ ਲਓ, ਉਸ ਘਰ ਦੀ ਇਹੀ ਗੱਲ ਹੈਗੀ ਹੈ ਕਿ ਹੁਣ ਉਹ ਗੱਲ ਨਹੀਂ ਰਹੀ। ਉਹ ਗੱਲ ਕਿੱਥੋਂ ਆਏਗੀ? ਉਹ ਗੱਲ ਕੋਈ ਨਵਾਂ ਤੇ ਕੁਝ ਬਦਲ ਨਹੀਂ ਜਾਏਗਾ, ਕੋਈ ਪਰਲੇ ਤੇ ਆ ਨਹੀਂ ਜਾਏਗੀ ਕਿ ਕੋਈ ਗੱਲ ਨਵੀਂ ਕਿੱਥੋਂ ਆਏਗੀ। ਉਹ ਗੱਲ ਤੇ ਅਸੀਂ ਆਪ ਹੀ ਲੈ ਕੇ ਆਣੀ ਹੈ। ਅਸੀਂ ਆਪ ਕਿਵੇਂ ਲਿਆਵਾਂਗੇ? ਜੇ ਅਸੀਂ ਆਪਣੇ ਅੰਦਰ ਉਹ ਗੱਲਾਂ ਨੂੰ ਪੈਦਾ ਕਰਾਂਗੇ, ਜੇ ਅਸੀਂ ਆਪਣੇ ਅੰਦਰ ਬਰਦਾਸ਼ਤ ਦੀ ਹਿੰਮਤ ਰੱਖਾਂਗੇ। ਕਿਸੇ ਦਾ ਮਨ ਦੁਖਾ ਕੇ ਕਦੀ ਕਿਸੇ ਨੂੰ ਕੁਝ ਹਾਸਲ ਨਹੀਂ ਹੋਇਆ। ਕਿਸੇ ਦੇ ਨਾਲ ਮਜ਼ਾਕ ਕਰਕੇ, ਕਿਸੇ ਨੂੰ ਬੁਰਾ ਬੋਲ ਕੇ ਜੇ ਕੁਝ ਹਾਸਲ ਹੋਇਆ ਹੁੰਦਾ ਤੇ ਪਤਾ ਨਹੀਂ ਦੁਨੀਆ ਸਾਰੇ ਆਪਣੇ ਜਿਨ੍ਹਾਂ ਨੂੰ ਨਹੀਂ ਪਸੰਦ ਕਰਦੀ ਉਹਨਾਂ ਤੋਂ ਕੁਝ ਨਾ ਕੁਝ ਉਹਨਾਂ ਦੇ ਬਾਰੇ ਗੱਲ ਕਰਕੇ ਆਪਣਾ ਕੁਝ ਨਾ ਕੁਝ ਬਣਾ ਲੈਂਦੀ। ਸੋ ਦੋਸਤੋ, ਇਹ ਗੱਲ ਹੈਗੀ ਹੈ ਕਿ ਮਜ਼ਾਕ ਸੋਚ ਸਮਝ ਕੇ ਕਰਨਾ ਚਾਹੀਦਾ ਹੈ, ਰਿਸ਼ਤੇ ਦਾ ਲਿਹਾਜ਼ ਕਰਕੇ ਕਰਨਾ ਚਾਹੀਦਾ ਹੈ, ਵੇਖਣਾ ਚਾਹੀਦਾ ਕਿ ਉਹ ਬੰਦਾ ਉਸ ਬਰਦਾਸ਼ਤ ਉਨੀ ਕੁ ਉਸ ਦੇ ਅੰਦਰ ਹੈਗਾ ਜਾਂ ਆਮਾਦਾ ਕਿ ਨਹੀਂ ਹੈਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੌਣ ਗੱਲ ਕਰ ਰਹੇ ਹੋ? ਮੈਂ ਉਹੀ ਹਾਂ ਜੀ, ਬਲ ਸਾਹਿਬ। ਹਾਂਜੀ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਸੁਣਾਓ ਜੀ? ਕਹਿੰਦੇ ਮੈਂ ਉਹੀ ਹਾਂ। ਹਾਂਜੀ, ਹੁਣ ਮੈਂ ਸਭ ਆਵਾਜ਼ ਪਹਿਚਾਨੀ ਹੈ, ਸੌਰੀ। ਹਾਂਜੀ ਬਲ ਸਾਹਿਬ ਜੀ, ਬਹੁਤ ਵਧੀਆ ਵਿਸ਼ਾ ਲੈ ਕੇ ਜੀ। ਪਹਿਲਾਂ ਤੇ ਅੰਕਲ ਪੁਰਸ਼ੋਤਮ ਹੋਣਾ ਨੂੰ ਮੈਂ ਬੇਨਤੀ ਕਰਦਾ ਕਿ ਉਹਨਾਂ ਜਦੋਂ ਟਾਈਮ ਹੋਇਆ ਮੈਨੂੰ ਫੋਨ ਕਰਨ, ਅੱਗੇ ਕਰ ਲੈਂਦੇ ਸੀ, ਵਾਵਾ ਦਿਨ ਹੋ ਗਏ। ਅੱਛਾ ਜੀ, ਠੀਕ ਹੈ, ਸੁਣ ਲਓ ਅੰਕਲ ਪੁਰਸ਼ੋਤਮ। ਹਾਂਜੀ, ਤੇ ਦੂਜਾ ਜੀ ਬਹੁਤ ਵਧੀਆ, ਇਹ ਜਿਹੜਾ ਤੁਸੀਂ ਆਖਣ ਦੇ ਮਖੌਲ, ਇਹ ਤੇ ਜਦੋਂ ਬੱਚਾ ਪੈਦਾ ਹੁੰਦਾ ਨਾ ਜੀ, ਉਦੋਂ ਤੋਂ ਹੀ ਸ਼ੁਰੂ ਹੋ ਜਾਂਦਾ। ਠੀਕ ਹੈ ਬਲ ਸਾਹਿਬ। ਇਹ ਲੜਕੀ ਆ ਤੇ ਲੜਕੀ ਦਾ ਕਿਹੋ ਜਿਹਾ ਮੂੰਹ ਆ, ਕਿਹਦੇ ਤੇ ਗਈ ਆ, ਕਿਵੇਂ ਹੋਇਆ, ਕੀ ਹੋਇਆ, ਉੱਥੋਂ ਤੁਰ ਪੈਂਦਾ। ਜੇ ਮੁੰਡਾ ਵਾ ਤੇ ਮੁੰਡੇ ਦਾ ਤੁਰ ਪੈਂਦਾ। ਠੀਕ ਹੈ। ਫਿਰ ਜਿੰਨੇ ਗੁੜਤੀ ਦਿੱਤੀ ਹੁੰਦੀ ਆ, ਜੇ ਚੰਗਾ ਨਿਕਲਿਆ ਤੇ ਉਹਦੇ ਟੌਣ ਚੱਲਦੀ ਰਹਿੰਦੀ ਆ, ਨੇ ਉਦੋਂ ਗੁੜਤੀ ਚੰਗੀ ਨਹੀਂ ਦਿੱਤੀ, ਉੱਤੇ ਚਲ ਗਈਆਂ, ਠੀਕ ਗੱਲ ਕਹਿ ਰਹੇ ਹੋ। ਹਾਂਜੀ, ਫਿਰ ਜਵਾਨ ਹੁੰਦਿਆਂ ਮੁੜ ਕੇ ਵਿਆਹ ਦੇ ਆ ਜਾਂਦਾ ਤੇ ਵਿਆਹ ਦੀਆਂ ਰਸਮਾਂ ਵੀ ਸਾਰੀਆਂ ਮਜ਼ਾਕ ਵਾਲੀਆਂ। ਹਾਂਜੀ, ਪਿੱਛੇ ਕਿੰਨੇ ਸੰਦ ਸੁਣਾਉਂਦੇ ਹੁੰਦੇ ਜੀਜਾ ਸਾਰੀਆਂ ਇਕੱਠੀਆਂ ਹੋ ਕੇ। ਹੁਣ ਰੇਬਨ ਕੱਟਣਾ ਹੁੰਦਾ, ਕਿੰਨਾ ਮਜ਼ਾਕ ਚੱਲਦਾ ਉੱਥੇ, ਕਿੰਨਾ ਮਜ਼ਾਕ ਚੱਲਦਾ। ਸਹੀ ਗੱਲ ਹੈ। ਐਵੇਂ ਆਖੀ ਜਾਂਦੇ ਬਦਲ ਗਿਆ ਹੁਣ ਤੇ ਸਗੇ, ਅੱਗੇ ਨੂੰ ਜ਼ਿਆਦਾ ਮਜ਼ਾਕ ਚੱਲਦਾ ਤੇ ਲੋਕੀ ਸਾਰਾ ਵਿਆਹ ਹੁੰਦਾ ਹੀ ਮਜ਼ਾਕ ਵਾਸਤੇ ਆ, ਇਕੱਠੇ ਹੱਸਣ ਖੇਡਣ ਲਈ ਜੀ। ਬਲ ਸਾਹਿਬ ਬਹੁਤ ਜ਼ਮਾਨਾ ਹੁਣ ਐਵੇਂ ਆਖੀ ਜਾਂਦੇ ਜ਼ਮਾਨਾ ਚੰਗਾ ਨਹੀਂ, ਚੇਂਜ ਹੋਇਆ, ਚੇਂਜ ਦੀ ਲਾਭ ਨੇਚਰ ਆ। ਬਿਲਕੁਲ ਠੀਕ ਕਹਿ ਰਹੇ ਹੋ, ਬਹੁਤ ਵਧੀਆ ਚੱਲ ਰਿਹਾ ਜੀ। ਪਰ ਉਹ ਜਿਸ ਤਰ੍ਹਾਂ ਹੁਣ ਅਪ੍ਰੈਲ ਫੂਲ ਬਣਾਉਣ ਵਾਸਤੇ ਕਈ ਜਿਸ ਤਰ੍ਹਾਂ ਭੈਣ ਜੀ ਫੋਨ ਦਾ ਦੱਸ ਕੇ ਗਏ, ਇਹੋ ਜਿਹਾ ਨਹੀਂ ਕਰਨਾ ਚਾਹੀਦਾ ਮਜ਼ਾਕ। ਹਾਂਜੀ, ਤੇ ਜਦੋਂ ਲੋਕੀ ਵੋਟੀ ਵੇਖਣ ਆਉਂਦੀਆਂ ਉਦੋਂ ਵੀ ਮਜ਼ਾਕ ਚੱਲਦੀਆਂ। ਜਿਹੜੀਆਂ ਚਾਚੀਆਂ ਤਾਈਆਂ ਆਈਆਂ ਹੁੰਦੀਆਂ ਉਹ ਮੂੰਹ ਤੇ ਘੱਟ ਵੇਖਦੀਆਂ ਤੇ ਵੇਖਦੀਆਂ ਸੂਟ ਕਿਹੋ ਜਿਹਾ ਪਾਇਆ ਸੀ, ਫੁੱਲ ਨਹੀਂ ਚੰਗੇ, ਜੇ ਫੁੱਲ ਚੰਗੇ ਸੀ ਤੇ ਗਹਿਣਾ ਨਹੀਂ ਚੰਗਾ, ਜੇ ਗਹਿਣਾ ਜ਼ਿਆਦਾ ਪਾਇਆ ਤੇ ਉਹ ਸੈੱਟ ਪੁਰਾਣੇ ਸੀ। ਬਿਲਕੁਲ ਠੀਕ ਕਹਿ ਰਹੇ ਹੋ। ਹਾਂਜੀ, ਸਾਰਾ ਕਰਨਾ ਤੇ ਮਜ਼ਾਕ ਇਹੋ ਹੀ ਹੁੰਦਾ ਜੀ। ਤੇ ਪਰ ਉਹ ਗੱਲਾਂ 'ਚ ਜਿਹੜੀਆਂ ਪੁਰਾਣੀਆਂ ਬੋੜੀਆਂ ਮਜ਼ਾਕ ਵੀ ਕਰ ਜਾਂਦੀਆਂ, ਪਤਾ ਵੀ ਨਹੀਂ ਲੱਗਣ ਦਿੰਦੀਆਂ।
ਇਹ ਤੇ ਗੱਲ ਹੈ ਵੱਲ ਸਾਹਿਬ, ਵਾਹ ਵਾਹ, ਸਾਰੀਆਂ ਗੱਲਾਂ ਕਹਿਤੀਆਂ ਤੁਸੀਂ, ਬਹੁਤ ਚੰਗਾ ਲੱਗਿਆ। ਸਾਰੇ ਐਗਜ਼ਾਮਪਲ ਕਿੱਥੋਂ ਢੂੰਡ ਕੇ ਤਾਂ ਤੁਸੀਂ ਲੱਭੇ ਹੈਗੇ ਆ? ਬੱਚੇ ਸ਼ੁਰੂ ਮੋਤੀਆਂ ਨੂੰ ਜਿਹੜੀ ਗੱਲ ਚੰਗੀ ਲੱਗੇ ਉਹ ਦਿਮਾਗ 'ਚ ਫਿੱਟ ਹੋ ਜਾਂਦੀ। ਤੁਸੀਂ ਸਾਡੇ ਟੀਚਰ ਜੇ। ਨਹੀਂ, ਕਿਉਂ ਸ਼ਰਮਿੰਦਾ ਕਰਦੇ ਹੋ ਵੱਲ ਸਾਹਿਬ, ਬਹੁਤ ਥੈਂਕ ਯੂ ਤੁਹਾਡਾ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੇਟੇ। ਹਾਂਜੀ, ਕੌਣ ਗੱਲ ਕਰ ਰਹੇ ਹੋ ਜੀ? ਮੈਂ ਸਿਆਟਲ ਤੋਂ ਬੋਲਦੀ ਪਈ ਆ ਜੀ। ਮੇਰਾ ਨਾਮ ਜਸਵੰਤ ਕੌਰ ਆ। ਮੇਰਾ ਖਿਆਲ ਆ ਤੇ ਇੱਥੇ 6 PM ਦੇ ਹਿਸਾਬ ਨਾਲ ਨਾ ਪ੍ਰੋਗਰਾਮ ਲੱਗਦਾ ਸ਼ਾਮੀ 6 ਵਜੇ, ਜਿਹਨੂੰ ਪੰਜਾਬੀ ਚ ਕਹਿੰਦੇ, ਪਰ ਉਹਦੇ ਹੈ ਤਾਂ ਤੁਹਾਡੇ ਵਿਸ਼ੇ ਤੋਂ ਬਾਅਦ ਮੈਨੂੰ ਸਿਰਫ ਉਹਦਾ ਨਾਮ ਪਤਾ ਜਾਣਨਾ ਚਾਹੁੰਦੀ ਨੇ। ਜੀ ਕੀ ਪੁੱਛਿਆ ਤੁਸੀਂ? ਇੱਕ ਵਾਰ ਫੇਰ ਪੁੱਛੋ, ਕੀ ਪ੍ਰੋਗਰਾਮ ਕਿਹੜਾ 6 ਵਜੇ? ਤੇ ਸਿਆਟਲ ਤੋਂ ਮੈਂ ਬੋਲਦੀ ਪਈ। ਜੀ ਜੀ, ਹਾਂਜੀ। ਤੇ ਸਿਆਟਲ ਦਾ ਟਾਈਮ ਨਾ 6 ਵਜੇ ਨਾ ਕੋਈ ਸ਼ਾਮ ਨੂੰ ਤੁਹਾਡਾ ਇੱਥੇ ਪ੍ਰੋਗਰਾਮ ਲੱਗਦਾ ਹੈਗਾ ਆ। ਭਾਈ ਸਾਹਿਬ ਸਰਦਾਰ ਹੁੰਦੇ ਨੇ ਉਹ, ਤੇ ਮੈਨੂੰ ਉਹ ਪ੍ਰੋਗਰਾਮ ਦੇ ਨਾਂ ਦਾ ਨਹੀਂ ਪਤਾ ਕੀ ਆ। ਪ੍ਰੋਗਰਾਮ ਦਾ ਨਾਮ ਤੇ ਨਹੀਂ, ਸਾਡੇ ਗੁਰੂ ਘਰ ਤੋਂ ਲਾਈਵ ਪ੍ਰੋਗਰਾਮ ਹੁੰਦਾ ਹੈ ਜੀ। ਅਸ਼ਤੋਸ਼ ਜੀ, ਕਿਹੜਾ ਪ੍ਰੋਗਰਾਮ 6 ਵਜੇ ਸਿਆਟਲ ਦੇ ਹਿਸਾਬ ਨਾਲ? ਜੀ ਬਿਲਕੁਲ ਬਿਲਕੁਲ ਬਿਲਕੁਲ, ਤੁਹਾਡਾ ਪ੍ਰੋਗਰਾਮ, ਤੁਸੀਂ ਪ੍ਰੋਗਰਾਮ ਦੀ ਗੱਲ ਕਰ ਰਹੇ ਹੋ, ਨਿਰਭਉ ਨਿਰਵੈਰ। ਹਾਂਜੀ, ਓਕੇ ਜੀ, ਬਹੁਤ ਬਹੁਤ ਥੈਂਕ ਯੂ ਬੇਟੇ। ਮੈਂ ਤੁਹਾਡਾ ਪ੍ਰੋਗਰਾਮ ਦੇਖਦੀ ਰਹਿੰਦੀ, ਪਰ ਮੈਂ ਕਾਲ ਲਾਉਣੀ, ਫਿਰ ਮੇਰਾ ਵਾਰੀ ਨਹੀਂ ਆਉਂਦੀ, ਇਸ ਕਰਕੇ ਫਿਰ ਤੁਹਾਡੇ ਨਾਲ ਗੱਲ ਨਹੀਂ ਕੋਈ ਨਹੀਂ ਜੀ, ਤੁਹਾਡਾ ਆਪਣਾ ਪ੍ਰੋਗਰਾਮ ਹੈਗਾ ਹੈ। ਉਹ ਸਾਡਾ ਪ੍ਰੋਗਰਾਮ ਬਹੁਤ ਖਾਸ ਪ੍ਰੋਗਰਾਮ ਨਿਰਭਉ ਨਿਰਵੈਰ ਔਰ ਲਾਂਬਾ ਜੀ ਕਰਦੇ ਹੈਗੇ ਆ ਉਹ ਪ੍ਰੋਗਰਾਮ। ਹਾਂਜੀ ਅੱਛਾ ਬੇਟੇ, ਬਹੁਤ ਬਹੁਤ ਥੈਂਕ ਯੂ। ਬਹੁਤ ਪਿਆਰੀ ਲੱਗ ਰਹੀ ਆ ਤੁਹਾਡਾ ਫੇਸ, ਤੋਂ ਮੈਨੂੰ ਬਹੁਤ ਚੰਗਾ ਲੱਗਦਾ ਪਿਆ। ਤੁਸੀਂ ਬਹੁਤ ਚੰਗੇ ਲੱਗ ਰਹੇ ਹੋ, ਇਸ ਕਰਕੇ ਮੈਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਰ ਦਿੰਗਾ। ਤੁਸੀਂ ਮੇਰੀ ਰਿਸਪੈਕਟ ਨਾਲ ਮੈਨੂੰ ਮੇਰਾ ਜਵਾਬ ਦੇ ਦਿੱਤਾ। ਥੈਂਕ ਯੂ ਸੋ ਮਚ, ਥੈਂਕ ਯੂ। ਪਿਆਰੇ ਦਰਸ਼ਕੋ, ਇਸ ਦੇ ਨਾਲ ਇੱਕ ਛੋਟਾ ਜਿਹਾ ਬ੍ਰੇਕ। Plasma Records and Rajveer Entertainment present 3 Brothers, 3 Stars, 1 Great Show, Punjabi Virsa 2014 USA, April 11th, Milwaukee, April 12th, New Jersey, April 13th, New York, April 19th, Plano, Texas, April 26th, Michigan. For more info, call 718-610-9799, 310-691-9218. Punjabi Virsa 2014 USA. ਮੁਸ਼ਕਿਲ ਵਿੱਚ ਜਦੋਂ ਆਪਣੇ ਛੱਡ ਦੇਣ ਸਾਰ, ਔਖੀ ਘੜੀ ਜਦੋਂ ਨਾ ਆਵੇ ਕਿਤੋਂ ਆਵਾਜ਼, ਨਿਰਾਸ਼ ਨਾ ਹੋਵੋ, ਤੁਹਾਡੀ ਇੱਕ ਆਵਾਜ਼ ਤੇ ਹਮੇਸ਼ਾ ਤੁਹਾਡੇ ਨਾਲ। ਅਮਰੀਕਨ ਕਾਨੂੰਨ ਦੀ ਕਿਤਾਬ, ਸ਼ਨਾਈਡਰ ਲਾਅ ਗਰੁੱਪ, ਤਜਰਬੇਕਾਰ ਵਕੀਲ ਜਿਨ੍ਹਾਂ ਨੂੰ ਮਹਾਰਤ ਹਾਸਲ ਹੈ ਕ੍ਰਿਮੀਨਲ ਲਾਅ, ਮੈਟਰੀਮੋਨੀਅਲ, ਇਮੀਗ੍ਰੇਸ਼ਨ, ਫਾਈਲਿੰਗ ਬੈਂਕਰਪਸੀ, ਅਸਾਈਲਮ ਤੇ ਡਿਪੋਰਟੇਸ਼ਨ ਮੈਟਰਸ ਵਿੱਚ ਹਰ ਲੀਗਲ ਸੋਲੂਸ਼ਨ ਤੁਹਾਡੀ ਆਪਣੀ ਬੋਲੀ ਵਿੱਚ। ਕੰਟੈਕਟ ਸ਼ਨਾਈਡਰ ਲਾਅ ਗਰੁੱਪ। ਕੰਸਲਟੇਸ਼ਨ ਲਈ ਵਿਜ਼ਿਟ ਕਰੋ ਆਪਣੀ ਨੀਅਰੈਸਟ ਬ੍ਰਾਂਚ ਵਿੱਚ। ਵੈਲਕਮ ਜੀ। ਸੁਰਿੰਦਰਜੀਤ ਜੀ ਦੇ ਨਾਲ ਮੇਰੀ ਗੱਲ ਚੱਲ ਰਹੀ ਹੈਗੀ ਆ ਔਰ ਗੱਲ ਕਰਦੇ ਹਾਂ ਫੋਨ ਤੇ ਵੀ ਉਹਨਾਂ ਦੇ ਨਾਲ। ਔਰ ਹੁਣ ਤੱਕ ਉਹਨਾਂ ਨੇ ਕਿਹਾ ਹੈ ਕਿ ਸ਼ਹਿਰੀ ਜਿਹੋ ਦਾ ਜਿੱਦਾਂ ਦਾ ਅੰਨ ਉਦਾਂ ਦਾ ਮਨ। ਸੋ ਕੋਈ ਅੱਜਕੱਲ ਮਜ਼ਾਕ ਸਹਾਰਤਾ ਨਹੀਂ ਹੈਗਾ, ਪਹਿਲੀ ਗੱਲ। ਦੂਜਾ, ਕਿਸੇ ਨੂੰ ਨੀਚਾ ਵਿਖਾਉਣ ਦੇ ਲਈ ਜੋ ਮਜ਼ਾਕ ਕੀਤਾ ਜਾਂਦਾ ਹੈ ਉਹ ਮਜ਼ਾਕ ਨਹੀਂ ਹੁੰਦਾ, ਉਹ ਕਿਸੇ ਦੇ ਮਨ ਦੀਆਂ ਭਾਵਨਾਵਾਂ ਹੁੰਦੀਆਂ ਨੇ ਜੋ ਉਹ ਬਹਾਨੇ ਦੇ ਨਾਲ ਮਜ਼ਾਕ ਦੇ ਰੂਪ ਦੇ ਵਿੱਚ ਕਿਸੇ ਦੇ ਨਾਲ ਕਰਦੇ ਹੈਗੇ ਆ ਔਰ ਉਹ ਚੰਗਾ ਨਹੀਂ ਲੱਗਦਾ। ਸੋ ਉਹ ਕੁਝ ਗੱਲ ਦੱਸ ਰਹੇ ਸੀ, ਉਹਨਾਂ ਤੋਂ ਸੁਣਦੇ ਹਾਂ। ਸੁਰਿੰਦਰਜੀਤ ਜੀ। ਹਾਂਜੀ, ਹੁਣ ਤੁਸੀਂ ਗੱਲ ਕਰੋ, ਸਾਰੇ ਸੁਣ ਰਹੇ ਨੇ। ਹਾਂਜੀ, ਮੈਂ ਤੁਹਾਨੂੰ ਇੱਕ ਨਾ ਆਪਣੇ ਪਿੰਡ ਦੀ ਇੱਕ ਜਨਾਨੀ ਦੀ ਗੱਲ ਦੱਸਣੀ ਸੀ। ਉਹਨੂੰ ਮਜ਼ਾਕ ਕਰਨ ਦੀ ਬਹੁਤ ਆਦਤ ਸੀ। ਠੀਕ ਹੈ। ਉਹਨਾਂ ਇੱਕ ਵਾਰੀ ਖੂਹ ਤੋਂ ਚੱਲੀ ਆਉਂਦੀ ਸੀ, ਇੱਕ ਸੁਨਿਆਰਾ ਸੀ ਸਾਡੇ ਪਿੰਡ ਦਾ। ਉਹਦੇ ਕੋਲ ਜਿਵੇਂ ਖੰਡ ਦਾ ਡਿਪੂ, ਤੇਲ ਦਾ ਪਿੰਡਾਂ ਵਿੱਚ ਡਿਪੂ ਹੁੰਦੇ, ਉਹਦੇ ਕੋਲ ਡਿਪੂ ਸੀ ਤੇ ਸਾਰੇ ਉਹਨੂੰ ਬਹੁਤ ਉਹਨੂੰ
ਸੁਨਿਆਰੇ ਨੂੰ ਲਾਈਕ ਕਰਦੇ ਸੀ ਹੈਨਾ। ਤੇ ਉਹ ਨਾ ਉਹ ਬੜਾ ਪੈਸੇ ਵਾਲਾ ਸੀ ਤੇ ਉਹਨੇ ਬੜੀ ਹੁੱਕਾ ਰੱਖਿਆ ਸੀ ਤੇ ਉਹਦੀ ਕਾਫੀ ਲੰਬੀ ਸਾਰੀ ਹੀ ਮਹਾਰਾਜਾ ਵਾਂਗੂ ਉਹਨੇ ਨਗੀ ਜਿਹੀ ਉਹਦੀ ਕਾਫੀ ਲੰਬੀ ਪਾਈਪ ਸੀ, ਉਹਨੇ ਮੂੰਹ ਨੂੰ ਲਾਈ ਤੇ ਉੱਥੇ ਬੈਠਾ ਆਪਣੀ ਦੁਕਾਨ ਤੇ ਉਹ ਜਨਾਨੀ ਉੱਥੋਂ ਦੀ ਲੰਘੀ ਤੇ ਸਾਰਿਆਂ ਨੂੰ ਰਸਤੇ ਵਿੱਚ ਨਾ ਉਹਨਾਂ ਦੇ ਘਰਦਿਆਂ ਨੂੰ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਸੀ ਸਕੇ ਸੰਬੰਧੀ ਉਹਨਾਂ ਨੂੰ ਸਾਰਿਆਂ ਨੂੰ ਦੱਸਦੀ ਆਈ ਗਲੀ ਵਿੱਚ ਜਦੋਂ ਵੀ ਲੰਘੇ, ਹਾਏ ਬਨਾਰਸੀ ਨੂੰ ਪਤਾ ਨਹੀਂ ਕੀ ਹੋ ਗਿਆ, ਉਹਦੇ ਤਾਂ ਗਲੂਕੋਜ਼ ਲੱਗਾ ਆ ਹੈ ਉਹਦੇ ਬਨਾਰਸੀ ਨੂੰ ਨਾਲੀਆਂ ਲੱਗੀਆਂ ਆ, ਗਲੂਕੋਜ਼ ਲੱਗਾ ਆ। ਸਾਰੇ ਸੁਣ ਕੇ ਆਏ, ਕੋਈ ਕਵੇ ਅਸੀਂ ਹੁਣ ਦੇਖਿਆ ਸੀ, ਕੋਈ ਕਵੇ ਉੱਥੇ ਬੈਠਾ ਸੀ, ਅਸੀਂ ਉਹਦੇ ਕੋਲੋਂ ਆਏ ਆ। ਏਦਾਂ ਉਹ ਭੱਜੇ ਗਏ ਸਾਰੇ, ਜਿਹੜਾ ਸੁਣੇ ਉਹੀ ਭੱਜ ਗਿਆ, ਸਾਰਿਆਂ ਦਾ ਉਹ ਹਰਮਨ ਪਿਆਰਾ ਸੀ। ਅੱਛਾ ਜੀ। ਤੇ ਸਾਰੇ ਉਹਦੇ ਕੋਲ ਭੱਜੇ ਗਏ, ਦੇਖੇ ਤੇ ਉਹ ਤੇ ਬੜਾ ਸੋਹਣਾ ਹੁੱਕਾ ਪੀਵੇ ਉੱਥੇ ਬੈਠਾ। ਉਹ ਕਹਿੰਦੇ ਸਾਰੇ ਇੱਥੇ ਨੂੰ ਭੱਜੇ ਆਉਂਦੇ ਆ ਮੇਰੇ ਵੱਲ ਦੇਖ ਦੇਖ ਕੇ, ਏਦਾਂ ਮੈਨੂੰ ਕਾਹਤੇ ਦੇਖਦੇ ਆ ਸਾਰੇ। ਹਾਂਜੀ। ਸਾਨੂੰ ਤਾਂ ਏਦਾਂ ਪਤਾ ਲੱਗਾ ਕਿ ਤੇਰੇ ਗਲੂਕੋਜ਼ ਲੱਗਾ ਆ। ਉਹ ਕਹਿੰਦੇ ਕਿਹਨੇ ਦੱਸਿਆ? ਉਹ ਕਹਿੰਦੇ ਫਲਾਨਿਆਂ ਦੀ ਜੀਤੋ ਨੇ। ਉਹ ਕਹਿੰਦਾ ਉਹ ਤਾਂ ਕਮਲੀ ਆ, ਉਹਨੂੰ ਪਤਾ ਸੀ ਕਿ ਉਹ ਮਜ਼ਾਕ ਬਹੁਤ ਕਰਦੀ ਆ ਨਾ। ਉਹ ਕਹਿੰਦਾ ਆਰਾਮ ਨਾਲ ਬੈਠੋ, ਉਹਦੀ ਨਾ ਗੱਲ ਸੁਣੋ, ਤੁਹਾਨੂੰ ਪਤਾ ਨਹੀਂ ਹੈਗਾ ਕਿ ਉਹ ਮਜ਼ਾਕੀ ਆ। ਉਹ ਮਜ਼ਾਕ ਕਰਨ ਦੀ ਆਦਤ ਆ। ਉਹ ਬਜ਼ੁਰਗ ਨੇ ਕੁਛ ਨਹੀਂ ਕਿਹਾ, ਪਰ ਉਹਦੇ ਨੋਹਾਂ ਪੁੱਤ ਬੜੇ ਇਸ ਗੱਲ ਵਿੱਚ ਹੋਏ ਕਿ ਸਾਡੇ ਡੈਡੀ ਨੂੰ ਏਦਾਂ ਕਿਉਂ ਕਿਹਾ ਕਿ ਉਹਦੇ ਗਲੂਕੋਜ਼ ਲੱਗਿਆ ਆ। ਹਾਂ, ਜੇ ਕਿਸੇ ਦਾ ਆਪਾਂ ਬਿਮਾਰੀ ਦਾ ਜਾਂ ਕਿਸੇ ਦੇ ਜੀਣ ਮਰਨ ਦਾ ਮਜ਼ਾਕ ਕਰੀਏ ਨਾ, ਉਹ ਥੋੜਾ ਜਿਹਾ ਦਿਲ ਨੂੰ ਲੱਗ ਜਾਂਦਾ ਕਿ ਦੇਖੋ ਬੰਦੇ ਨੂੰ ਮਾਰ ਹੀ ਦਿੱਤਾ। ਇਹੋ ਜਿਹੇ ਮਜ਼ਾਕ ਨਹੀਂ ਕਰਨਾ ਚਾਹੀਦਾ। ਹਾਂ, ਇਹੋ ਜਿਹੇ ਮਜ਼ਾਕ ਦੇ ਵਿੱਚ ਥੋੜਾ ਜਿਹਾ, ਕਿਉਂਕਿ ਜ਼ਰੂਰੀ ਨਹੀਂ ਕਿ ਸਾਹਮਣੇ ਵਾਲਾ ਉਸ ਮਜ਼ਾਕ ਨੂੰ ਬਰਦਾਸ਼ਤ ਕਰ ਸਕੇ। ਚਲੋ ਥੈਂਕ ਯੂ ਸੋ ਮਚ। ਥੈਂਕ ਯੂ ਸੁਰਿੰਦਰਜੀਤ ਜੀ। ਮਜ਼ਾਕ ਵਾਲਾ ਜਿਹੜਾ ਐਗਜ਼ਾਮਪਲ ਸੀਗਾ ਬੜਾ ਵਧੀਆ ਸੀਗਾ ਕਿ ਹੁੱਕਾ ਹੈ ਔਰ ਗਲੂਕੋਜ਼ ਬਣਾਤਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਅਮਰਜੀਤ ਭੈਣ ਜੀ, ਕੀ ਹਾਲ ਹੈ? ਬਹੁਤ ਵਧੀਆ, ਤੁਸੀਂ ਸੁਣਾਓ? ਬਿਲਕੁਲ ਠੀਕ। ਹਾਂਜੀ, ਕੋਈ ਦੱਸੋ ਹਾਸੇ ਮਜ਼ਾਕ ਵਾਲੀ ਗੱਲ। ਮੈਨੂੰ ਪਸੰਦ ਵਾ, ਪਰ ਜਿਹੜਾ ਬਰਦਾਸ਼ਤ ਕਰੇ ਉਹਦੇ ਨਾਲ ਕਰੀਦੀ ਸਾਡੀ। ਤੁਸੀਂ ਉਹਦੇ ਪਰ ਪਤਾ ਕਿਵੇਂ ਚੱਲੇ ਕਿ ਕੋਈ ਬਰਦਾਸ਼ਤ ਕਰ ਜਾਏਗਾ? ਪਤਾ ਲੱਗ ਜਾਂਦਾ, ਕਈਆਂ ਦਾ ਲੱਗ ਜਾਂਦਾ ਪਤਾ। ਹਾਂਜੀ ਜੀ, ਪਰ ਅੱਜ ਕੱਲ ਤੁਸੀਂ ਸੋਚਦੇ ਹੋ ਕਿ ਕਿਤੇ ਨਾ ਕਿਤੇ ਲੋਕੀ ਜਿਹੜੇ ਆ ਉਹ ਮਜ਼ਾਕ ਚ, ਹਾਸੇ ਮਜ਼ਾਕ ਚ ਕੋਈ ਗੱਲ ਤੁਹਾਡੇ ਮਨ ਨੂੰ ਦੁਖਾਉਣ ਵਾਸਤੇ ਕਰਦੇ ਆ, ਉਹ ਨਹੀਂ ਕਰਨੀ ਚਾਹੀਦੀ। ਹਾਂਜੀ, ਲੋਕ ਜੋ ਗੱਲ ਕਰਦੇ ਆ ਮਜ਼ਾਕ ਵਿੱਚ, ਜਿਵੇਂ ਕਿ ਸੁਰਿੰਦਰਜੀਤ ਭੈਣ ਜੀ ਨੇ ਕਿਹਾ ਕਿ ਮਜ਼ਾਕ ਵਿੱਚ ਗੱਲ ਕਰਦੇ ਆ ਕਿ ਕਿਸੇ ਦਾ ਮਨ ਦੁਖ ਜਾਏ, ਜਾਣਬੁੱਝ ਕੇ ਕਰਦੇ ਆ, ਕਿਸੇ ਨੂੰ ਨੀਚਾ ਵਿਖਾਉਣ ਲਈ ਕਰਦੇ ਆ, ਉਸ ਦੀ ਕੀ ਵਜ੍ਹਾ ਹੈਗੀ ਆ? ਇਹ ਨਹੀਂ ਕਰਨਾ ਚਾਹੀਦਾ। ਖਾਲੀ ਮੈਨੂੰ ਇਹ ਨਹੀਂ ਪਸੰਦ ਆ ਜਿਹੜਾ ਕਿਸੇ ਨੂੰ ਦੁਖੀ ਕਰੇ ਨਾ, ਉਹ ਮਜ਼ਾਕ ਨਹੀਂ ਕਰਨਾ ਚਾਹੀਦਾ ਆ। ਕਿਉਂਕਿ ਮੈਨੂੰ ਵੀ ਇੱਕ ਦੋ ਵਾਰ ਏਦਾਂ ਹੀ ਹੋਈ ਆ, ਕਿਸੇ ਨੇ ਮੈਨੂੰ ਕਿਹਾ, ਉਹਨਾਂ ਕਿੰਨਾ ਮੇਰਾ ਮਨ ਦੁਖੀ ਹੁੰਦਾ ਆ, ਇਸ ਕਰਕੇ ਮੈਂ ਨਹੀਂ ਫਿਰ ਕਿਸੇ ਨਾਲ ਕਰਦੀ, ਮਤਲਬ ਕੋਈ ਵੀ ਗੱਲ। ਬਿਲਕੁਲ ਠੀਕ ਹੈ। ਤਾਂ ਮੈਨੂੰ ਇੱਕ ਵਾਰ ਨਾ ਕਿਸੇ ਨੇ ਕਿਹਾ ਤੂੰ ਮੋਟੀ ਆ, ਤੇ ਹੁਣ ਉਹ ਆਪ ਪਤਲੀ ਸੀ ਤੇ ਹੁਣ ਉਹਦੀ ਕੁੜੀ ਮੇਰੇ ਨਾਲ ਵੀ ਮੋਟੀ ਆ। ਮਤਲਬ ਗੱਲ ਇਹ ਨਹੀਂ ਹੋਗਾ, ਬੰਦਾ ਜੇ ਆਪ ਨਹੀਂ ਹੈਗਾ ਤਾਂ ਉਹਦਾ ਕੋਈ ਨਾ ਕੋਈ। ਪਰ ਹੁਣ ਅਮਰਜੀਤ ਭੈਣ ਜੀ, ਤੁਸੀਂ ਥੋੜੀ ਉਹਨਾਂ ਨੂੰ ਇਹ ਗੱਲ ਕਹੋਗੇ, ਤੁਸੀਂ ਤੇ ਖਿਆਲ ਕੀਤਾ ਨਾ ਇਸ ਗੱਲ ਦਾ। ਹਾਂਜੀ, ਨਹੀਂ ਹੁਣ ਉਹਦੀ ਕੁੜੀ ਮੇਰੇ ਨਾਲੋਂ ਵੀ ਮੋਟੀ ਆ। ਹਾਂ, ਫਿਰ ਤੁਸੀਂ ਨਹੀਂ ਕਹੋਗੇ, ਤੁਹਾਡੀ ਸਮਝਦਾਰੀ ਹੈ ਕਿ ਤੁਸੀਂ ਉਹਨਾਂ ਦੀ ਇਸ ਗੱਲ ਨੂੰ ਨਜ਼ਰਅੰਦਾਜ਼ ਕੀਤਾ ਔਰ ਸੋਚਿਆ ਕਿ ਚਲੋ ਇਸਨੇ ਕਹਿਤੀ, ਕੋਈ ਗੱਲ ਨਹੀਂ। ਕਿਉਂਕਿ ਇਹ ਤੇ ਗੱਲ ਹੈ, ਜਿਸ ਤਨ ਬੀਤੇ ਸੋ ਤਨ ਲਾਗੇ, ਜਿਸ ਨੂੰ ਤੁਸੀਂ ਉਸ ਤੇ ਵਾਪਰ ਰਹੀ ਹੈ। ਬੰਦਾ ਮੋਟਾ ਹੈਗਾ ਤੇ ਫਿਰ ਬੰਦਾ ਕੀ ਬੰਦਾ ਕਰੇ, ਕਿ ਬਸ ਦੀ ਗੱਲ ਨਹੀਂ ਹੁੰਦੀ ਹੈ। ਹਾਂ, ਬਿਲਕੁਲ ਠੀਕ ਹੈ। ਐਨੀਵੇ ਅਮਰਜੀਤ ਭੈਣ ਜੀ, ਬਹੁਤ ਬਹੁਤ ਥੈਂਕ ਯੂ। ਨੈਕਸਟ ਕਾਲ 12:30 ਤੋਂ 1। ਹਾਂਜੀ, 12:30 ਤੋਂ 1 ਕੀ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਗੁਰਵਿੰਦਰ ਬੋਲਦਾ ਜੀ, ਟ੍ਰੇਸੀ ਤੋਂ। ਹਾਂਜੀ, ਕੀ ਹਾਲ ਹੈ ਜੀ? ਸੌਰੀ, ਅੱਜ ਤੁਹਾਨੂੰ ਕਾਫੀ ਦੇਰ ਬਾਅਦ ਵੇਖ ਰਹੇ, ਅਸੀਂ ਚੈਨਲ ਕਟਾਤਾ ਸੀ, ਸੌਰੀ ਅਬਾਊਟ ਦੈਟ। ਅੱਛਾ, ਕੀ ਮਤਲਬ ਕਿਤੇ ਚਲੇ ਗਏ ਸੀਗੇ? ਹਾਂ, ਕਿਤੇ ਚਲੇ ਗਏ ਸੀ। ਕੋਈ ਗੱਲ ਨਹੀਂ ਜੀ, ਥੈਂਕ ਯੂ। ਤੇ ਥੈਂਕ ਯੂ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ, ਜੀ ਕਰਦਾ ਲੰਬਾ ਟਾਈਮ ਤੁਹਾਡਾ ਪ੍ਰੋਗਰਾਮ ਦਾ ਹੋ ਜਾਵੇ ਹੋਰ ਵੀ। ਓ ਸੋ ਨਾਈਸ ਆਫ ਯੂ, ਥੈਂਕ ਯੂ ਸੋ ਮਚ। ਹਾਂਜੀ, ਤੇ ਉਹ ਪਹਿਲੀ ਕਾਲ ਜਿਹੜੀ ਭੈਣ ਜੀ ਨੇ ਕੀਤੀ ਸੀ ਨਾ, ਉਹ ਜਿਹੜੀ ਮਜ਼ਾਕ ਵਾਲੀ, ਉਹ ਮਜ਼ਾਕ ਬਹੁਤ ਟੂ ਮੱਚ ਹੋ ਜਾਂਦਾ ਹੈ। ਹਾਂ, ਹੋ ਜਾਂਦਾ ਹੈ ਟੂ ਮੱਚ, ਕਈ ਵਾਰੀ ਹੋ ਜਾਂਦਾ ਹੈ। ਮੇਰੀ ਆਪਣੀ ਸੱਸ ਗੁਜ਼ਰ ਗਈ ਆ ਪਿਛਲੇ ਵੀਕ, ਤੇ ਮੈਨੂੰ ਵੀ ਫੀਲ ਜਿਹਾ ਹੋਇਆ ਵੀ ਇਦਾਂ ਨਹੀਂ ਮਜ਼ਾਕ ਕਰਨਾ ਚਾਹੀਦਾ ਨਾ, ਐਡਾ ਵੱਡਾ। ਪਰ ਉਹਨਾਂ ਨੇ ਇਸ ਗੱਲ ਨੂੰ ਐਕਸੈਪਟ ਕੀਤਾ ਹੈ ਕਿ ਉਹਨਾਂ ਨੇ ਬਾਅਦ ਵਿੱਚ ਇਸ ਗੱਲ ਨੂੰ ਰਿਅਲਾਈਜ਼ ਕੀਤਾ ਸੀ ਔਰ ਫੋਨ ਤੇ ਗੱਲ ਕਰ ਰਹੇ ਸੀ ਔਰ ਗੱਲ ਜਿਹੜੀ ਆ ਖਰਾਬ ਹੋਣ ਲੱਗ ਗਈ, ਉਹਨਾਂ ਨੇ ਇੱਕਦਮ ਇਦਾਂ ਦੀ ਗੱਲ ਕਰ ਦਿੱਤੀ।
ਹਾਂ ਤੇ ਉਹ ਨਾ ਮੈਂ ਤੁਹਾਨੂੰ ਮਜ਼ਾਕ ਦੀ ਗੱਲ ਦੱਸਦਾ, ਮੇਰੇ ਡੈਡੀ ਦਾ ਨਾ ਜਿੱਦਾਂ ਆਪਣੀ ਮੇਰਾ ਬਾਪੂ ਸੀ ਜਿੱਦਾਂ ਤਾਇਓ ਡੈਡੀ ਦਾ ਤਾਇਆ। ਅੱਛਾ ਅੱਛਾ ਸਰ ਮੈਂ ਪਲੀਜ਼ ਹੋਲਡ ਕਰਨਾ ਚਾਹੁੰਦੀ ਹਾਂ 1 ਸੈਕਿੰਡ ਪਲੀਜ਼, ਛੋਟਾ ਜਿਹਾ ਬ੍ਰੇਕ ਹੈ, ਛੋਟਾ ਜਿਹਾ ਬ੍ਰੇਕ ਕਰ ਲਓ। ਐਕਿਊਰੇਟ ਐਸਟ੍ਰੋ ਐਸਟ੍ਰੋਲੋਜੀ ਵਿੱਚ 25 ਸਾਲਾਂ ਦਾ ਸਫਲ ਤਜਰਬਾ, ਐਸੇ ਹੱਲ ਜੋ ਸੋਲਵ ਕਰਦੇ ਹਨ ਤੁਹਾਡੀ ਹਰ ਪ੍ਰੋਬਲਮ ਸਿਰਫ 7 ਦਿਨਾਂ ਵਿੱਚ, ਜਿਵੇਂ ਮੈਰਿਜ, ਲਵ, ਡਾਈਵੋਰਸ, ਰਿਲੇਸ਼ਨਸ਼ਿਪ, ਜੌਬ ਜਾਂ ਫੈਮਿਲੀ ਪ੍ਰੋਬਲਮਸ। ਨਾਲ ਹੀ ਅਵੇਲੇਬਲ ਹਨ ਐਸਟ੍ਰੋ ਜੈਮਸਟੋਨਸ ਤੇ ਰੁਦਰਾਕਸ਼। ਆਪਣੀ ਕਿਸੇ ਵੀ ਸਮੱਸਿਆ ਲਈ ਅੱਜ ਹੀ ਕਾਲ ਕਰੋ ਲਵਲੀਨ ਦੀਦੀ, ਫੋਨ 7147135732 ਤੇ। The Vedic Store, USA ਦਾ ਲੀਡਿੰਗ ਆਯੁਰਵੈਦਿਕ ਸੁਪਰ ਸਟੋਰ, ਜਿੱਥੇ ਹੁਣ ਅਵੇਲੇਬਲ ਨੇ ਪ੍ਰੋਡਕਟਸ ਬਾਬਾ ਰਾਮਦੇਵ, ਹਿਮਾਲਿਆ, ਬੈਨੀਅਨ ਬੋਟੈਨੀਕਲਸ ਤੇ ਨਾਲ ਹੀ 100% ਆਰਗੈਨਿਕ ਇੰਡੀਅਨ ਫੂਡ। ਵਿਜ਼ਿਟ ਕਰੋ ਆਯੁਰਵੈਦਿਕ ਕੰਸਲਟੇਸ਼ਨ ਲਈ। ਫਾਇਦਾ ਲਓ ਆਯੁਰਵੈਦਿਕ ਰੈਮੇਡੀਜ਼ ਦਾ ਆਪਣੀਆਂ ਹੈਅਰ ਪ੍ਰੋਬਲਮਸ, ਹਾਰਟ, ਵੇਟ, ਜੁਆਇੰਟਸ, ਡਾਇਬੀਟੀਜ਼ ਤੇ ਹੋਰ ਵੀ ਕਈ ਪ੍ਰੋਬਲਮਸ ਲਈ। ਯੋਗਾ ਕਲਾਸਿਸ ਵਿੱਚ ਵੀ ਹਿੱਸਾ ਲਓ। ਕਾਲ ਕਰੋ 7183234892 ਤੇ। ਪਾਓ ਹਰ ਪ੍ਰੋਡਕਟ ਦੀ ਸ਼ਿਪਿੰਗ ਆਪਣੇ ਦਰਵਾਜ਼ੇ ਤੇ। ਅੱਜ ਹੀ ਆਪਣੀ ਸਿਹਤ ਲਈ ਜ਼ਿੰਮੇਵਾਰ ਬਣੋ। मैच अच्छी रही? ये क्या? आज खाने में राइस? हमारी हेल्थ की कोई फिक्र ही नहीं? फिक्र है इसीलिए राइस नहीं, लक्ष्मी ब्राउन बासमती राइस है। लक्ष्मी ब्राउन बासमती राइस? हाँ पापा, ये देखिए, इसे खाने के कितने सारे हेल्थ बेनिफिट्स हैं। लक्ष्मी ब्राउन बासमती राइस है डाइजेशन के लिए आसान, इसमें कोलेस्ट्रॉल नहीं, टाइप 2 डायबिटीज के लिए हेल्दी है, और पता है इसमें हाई प्रोटीन कंटेंट, विटामिन बी और हाई फाइबर भी है। ये है आपके सेहत का सिक्सर। मैं भी हफ्ते में 3 या 4 बार खाती हूँ। और अब हम भी। लक्ष्मी ब्राउन बासमती राइस, स्वाद भी सेहत भी। ਵੈਲਕਮ ਬੈਕ ਜੀ। ਗੱਲ ਕਰਦੇ ਹਾਂ ਗੁਰਪਿੰਦਰ ਜੀ ਦੇ ਨਾਲ। ਹੈਲੋ ਸਰ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਉਹ ਸੀ ਸਾਡੇ ਦਾ ਡੈਡੀ ਦਾ ਤਾਇਆ ਜੀ ਸੀ, ਤੇ ਮਾਲਵੇ ਵਾਲੇ ਨਾ ਮਜ਼ਾਕ ਬਹੁਤ ਕਰਦੀਆਂ ਵਾ ਕੁੜੀਆਂ। ਇਹਨਾਂ ਦੀ ਬਰਾਤ ਗਈ ਜੀ ਨਾ ਸਾਡੇ ਡੈਡੀ ਦੇ ਤਾਇਆ ਜੀ ਦੀ ਜੀ, ਤੇ ਉਹਨਾਂ ਨੇ ਉਹ 4 ਰੱਸੀਆਂ ਥੱਲੇ ਪਾ ਕੇ ਨਾ ਉੱਪਰ ਜਿੱਦਾਂ ਵਿਛਾਤੀ, ਬੜੀ ਸੋਹਣੀ ਦਰੀ ਵਿਛਾਤੀ ਵੀ ਬਹੂਗਾ ਜਦੋਂ ਪ੍ਰਾਹੁਣਾ ਆਪੇ ਡਿੱਗ ਪਊਗਾ। ਅੱਛਾ ਜੀ। ਤੇ ਉਹ ਡੈਡੀ ਦੇ ਤਾਇਆ ਜੀ ਜਿੱਦਾਂ ਬੈਠਣ ਲੱਗੇ ਤੇ ਉਹ ਬੈਠੇ ਜਦੋਂ ਉਹ ਡਿੱਗ ਪਏ। ਉਹ ਅੱਛਾ। ਉਹ ਹੱਥ ਦੇ ਵਿੱਚ ਨਾ ਇੱਕ ਡੰਡਾ ਰੱਖ ਦਿੰਦੇ ਸੀ। ਅੱਛਾ ਜੀ। ਜਿੱਦਾਂ ਪਹਿਲਾਂ ਪੁਰਾਣੇ ਸਮਿਆਂ 'ਚ ਰੱਖ ਦਿੰਦੇ ਸੀ ਜੀ। ਠੀਕ ਹੈ। ਉਹਨੇ ਨਾ ਖੁੰਡਾ ਮਾਰਿਆ ਆਪਣੀ ਸਾਲੀ ਦੇ ਤੇ ਉਹ ਵੱਜ ਗਿਆ ਪੁਰਪੜੀ ਦੇ ਉੱਤੇ ਤੇ ਸਾਲੀ ਥਾਂ ਤੇ ਮਰ ਗਈ। ਓ ਤਾਂ ਕਈ ਵਾਰ ਨਾ ਇੰਨਾ ਮਜ਼ਾਕ ਮਹਿੰਗਾ ਪੈਂਦਾ, ਉਹ ਪਰ ਉਹਨਾਂ ਕੇਸ ਤਾਂ ਮੁੜ ਕੇ ਕੀ ਕਰਨਾ ਸੀ, ਕਿਉਂਕਿ ਮਜ਼ਾਕ 'ਚ ਹੋਇਆ ਸੀ ਇਹ ਕੰਮ ਨਾ। ਕਿਉਂਕਿ ਉਹਨਾਂ ਨੇ ਇੱਕਦਮ ਜੋਸ਼ ਚੜਿਆ, ਉਹਨਾਂ ਨੇ ਦੇਖਿਆ ਵੀ ਮੈਂ ਡਿੱਗ ਗਿਆ ਵਾਂ, ਉਹਨਾਂ ਨੇ ਸੋਟੀ ਜਿਹੜੀ ਸੀ ਇੱਕਦਮ ਮਾਰੀ ਤੇ ਉਹ ਰਾਈਟ ਅਵੇ ਉਹਨਾਂ ਦੀ ਡੈਥ ਹੋ ਗਈ। ਉਹ ਕਸੂਤੇ ਥਾਂ ਤੇ ਜਿੱਦਾਂ ਵੱਜ ਗਈ ਤੇ ਉਹ ਸਾਲੀ ਉੱਥੇ ਮਰ ਗਈ। ਮਾਰਿਆ ਤਾਂ ਉਹਨੇ ਵੀ ਭਾਵੇਂ ਮਤਲਬ ਹਿਸਾਬ ਨਹੀਂ ਹੋਵੇ, ਪਰ ਉਹ ਵੱਜ ਗਈ ਜਿੱਦਾਂ ਕਸੂਤੇ ਥਾਂ ਤੇ ਪੁਰਪੜੀ ਤੇ ਉੱਥੇ ਹੀ ਉਹ ਮਰ ਗਈ ਵਿਚਾਰੀ। ਓ ਮਾਈ ਗॉड। ਸੋ ਮਜ਼ਾਕ ਵੀ ਉਹਨਾਂ ਕਿ ਕਰੋ ਜਿੰਨਾ ਕਿ ਸਹਿੰਦਾ ਹੋਵੇ ਨਾ, ਜਿੰਨਾ ਕਿ ਅਗਲਾ ਸਹਿ ਲਵੇ। ਕਈ ਬੰਦੇ ਆਪਣੀ ਵਾਰੀ ਤਾਂ ਮਜ਼ਾਕ ਕਰ ਦਿੰਦੇ, ਜਦੋਂ ਉਹਨਾਂ ਨੂੰ ਕੋਈ ਕਰਦਾ ਗੁੱਸਾ ਕਰ ਜਾਂਦੇ ਨਾ। ਸਰ ਕੁੱਲ ਮਿਲਾ ਕੇ ਵੈਸੇ ਤੇ ਦੇਖਿਆ ਜਾਏ ਗੱਲ ਉੱਥੇ ਹੀ ਆ ਕੇ ਖਤਮ ਹੋ ਜਾਂਦੀ ਹੈ ਕਿ ਕੁਝ ਵੀ ਬੋਲਣ ਤੋਂ ਪਹਿਲੇ ਜੋ ਤੁਹਾਡੇ ਮੂੰਹੋਂ ਲਫ਼ਜ਼ ਨਿਕਲ ਰਿਹਾ ਜੀ ਉਸ ਨੂੰ ਕੱਢਣ ਤੋਂ ਪਹਿਲੇ ਇੱਕ ਵਾਰੀ ਸੋਚ ਲਵੋ ਕਿ ਇਹ ਠੀਕ ਅਸੀਂ ਬੋਲ ਰਹੇ ਹਾਂ। ਹਾਂਜੀ। ਗੱਲ ਤੇ ਉੱਥੇ ਹੀ ਮੁੱਕ ਜਾਂਦੀ। ਫਿਰ ਤੇ ਜੇ ਤੁਹਾਡਾ ਰਿਸ਼ਤਾ ਤੁਹਾਨੂੰ ਅਲਾਓ ਕਰਦਾ, ਇਜਾਜ਼ਤ ਦਿੰਦਾ ਹੈ ਵੀ ਚਲੋ ਅਸੀਂ ਸਹੇਲੀਆਂ ਹੈਗੀਆਂ, ਹਾਂ ਭਈ ਅੱਜ ਤੇ ਬੜੀ ਸੋਹਣੀ ਕੀ ਗੱਲ ਹੈ, ਬੜੇ ਵਾਲ ਬਣਾਏ ਹੋਏ ਆ, ਅੱਜ ਤੇ ਕਿੱਥੇ ਜਾ ਰਹੇ ਹੋ, ਅੱਜ ਤੇ ਲੱਗਦਾ ਕੋਈ ਮਹਿਮਾਨ ਆਏ ਨੇ, ਅੱਜ ਤੇ ਬੜਾ ਵਧੀਆ ਖਾਣਾ ਬਣ ਰਿਹਾ ਹੈਗਾ। ਸੋ ਕੁਝ ਚੀਜ਼ਾਂ ਤੇ ਮਜ਼ਾਕ 'ਚ ਚੱਲ ਜਾਂਦੀਆਂ ਨੇ, ਪਰ ਕਿਸੇ ਨੂੰ ਰਿਸ਼ਤੇ ਦਾ ਲਿਹਾਜ਼ ਕਰਕੇ ਕਿਤੇ ਬਗੈਰ ਜੇ ਗੱਲ ਕੋਈ ਕੀਤੀ ਜਾਏ ਉਹ ਤੇ ਫਿਰ ਖਰਾਬ ਹੋਏਗੀ, ਉਹ ਤੇ ਫॉर श्योर ਖਰਾਬ ਹੋਏਗੀ। ਸਰ ਬਹੁਤ ਸ਼ੁਕਰੀਆ ਤੁਸੀਂ ਗੱਲ ਕੀਤੀ ਹੈ। ਛੋਟੀ ਜੀ ਗੱਲ, ਛੋਟੀ ਉਮਰ ਸੀਗੀ ਜਦੋਂ ਮੇਰਾ ਵਿਆਹ ਹੋਇਆ ਤੇ ਸੱਸ ਔਰ ਮੈਂ ਜਦੋਂ ਅਸੀਂ ਫੇਰਾ ਪਾਉਣ ਵਾਸਤੇ ਘਰ ਆਏ, ਜਿਸ ਤਰ੍ਹਾਂ ਆਂਦੀਆਂ ਕੁੜੀਆਂ, ਤੇ ਮੇਰੀ ਦਾਦੀ, ਤੁਹਾਨੂੰ ਪਤਾ ਮੰਮੀ ਤੇ ਸੀਨੀਅਰ, ਮੇਰੀ ਦਾਦੀ ਬਹੁਤ ਇੱਕਦਮ ਮੂੰਹ ਫਟ, ਕੋਈ ਵੀ ਗੱਲ ਹੈਗੀ ਆ ਸਿੱਧੀ ਗੱਲ ਕਰਦੇ ਨਹੀਂ, ਕੋਈ ਵੇਖਣਾ ਨਹੀਂ ਕਿ ਕੋਈ ਬੁਰਾ ਮੰਨ ਰਿਹਾ ਜਾਂ ਚੰਗਾ ਮੰਨ ਰਿਹਾ। ਉਦੋਂ ਇਹ ਗੱਲਾਂ ਦਾ ਉਹਨਾਂ ਨਹੀਂ ਸੀਗੀ, ਮਤਲਬ ਬੁਰਾ ਨਹੀਂ ਮਨਾਉਂਦੇ ਸੀਗੇ। ਗਲੀ ਮੁਹੱਲੇ ਵਾਲੇ ਆਪਸ 'ਚ ਉਹਨਾਂ ਨੂੰ ਪਤਾ ਚੱਲ ਜਾਂਦਾ ਵੀ ਇਹਨਾਂ ਦਾ ਸੁਭਾਅ ਇੱਦਾਂ ਦਾ। ਤੇ ਸੱਸ ਆਈ ਤੇ ਕੋਈ ਹੋਰ ਵੀ ਮਿਲਣ ਵਾਸਤੇ ਆਏ ਕਿ ਸ਼ਹਿਰੀ ਦੀ ਸੱਸ ਆਈ ਹੈ, ਚਲੋ ਜਾਂਦੇ ਹਾਂ, ਮਿਲ ਕੇ ਆਉਂਦੇ ਹਾਂ।
ठीक है जी, घर विच चाह पी रहे सी कि सब कुछ, तो मेरी दादी ने वैसे ही क्या कहते नहीं है ते भैन जी ते बहुत हुशियार ने। अच्छा फिर की हो गया ये गल कहती हुन दादी ने तो कहती भैन जी ते बड़े हुशियार ने। हुशियार दा मतलब हुन मैनू समझ आ गया सी कि वो बहुत एक्टिव ने, तेज ने, काम करते हैं, सारा कुछ है, सारी दुनियादारी साम के रखी हुई है, सारे उन्होंने बहुत प्यार करते है। लो जी, इस गल नूं घर दे विच बड़ा बुरा मनाया गया कि शहरी दी सस नूं शहरी दी दादी ने कहा कि ਇਹ बड़ी हुशियार है, सस बड़ी हुशियार है। सो कई लफज इदां दे ने कि जदों तुसीं उन्हां दा इस्तेमाल करदे हो, वो खास तौर ते जो साडे पंजाबी ने प्यार भी बड़ा करदे ने ते बुरा भी बड़ी जल्दी मान जांदे ने। कोई भी गल हैगी है प्यार ते इन्ना लुटाणगे कि तुसीं कुछ पुछो ही ना, पर जे कोई गल उन्हां नूं बुरी लग गई है, वो भी नहीं पता किस वजह तो लगी है, आप ही लाई होवे बुरी, पर वो गल जिहड़ी है वो बड़ी दूर दूर तक रिश्तियां दे विच जांदी हैगी है। सो जेकर तुसी सस हैगे हो, तुसी नूंह हैगियां हो, तुसी भरजाइयां हो, ननाना हो, तुसी बहुत सोच समझ के गल करो, क्योंकि उन्हां गल्लां दे विच तुहाडा जे कोई मतलब होर बन गया गल दा, फिर वो मुड़ के समा वापस नहीं आना और रिश्ते जिहड़े आ खराब भी हो जाने। सत श्री अकाल जी। हेलो, हाँ जी, सत श्री अकाल जी। जी सत श्री अकाल, कौन गल कर रहे हो जी? हाँ जी, मैं श्री टोरंटो तो बोलती। मैं बहुत दफा फोन किया, मेरा फोन नहीं लग गया जी, ते तां करके हुण मैं कहा चलो तुहाडा टॉपिक तां हो रहा, फिर मैं हुण गल करनी भी जरूरी चाहुंदी हां मैं जी। ते मैनूं ना पीरियड दी प्रॉब्लम बहुत है। मैं डॉक्टर नूं मेरा जे फोन नंबर दे दूं, वो मैनूं फोन कर लैण तां प्लीज़। अच्छा, पर इस विषय बारे ते भैन जी ਅਸੀਂ बहुत गल कर चुके हैं, ਤੁਸੀਂ YouTube ਤੇ ਪਲੀਜ਼ ਸਾਡੇ ਵੀਡੀਓ ਦੇਖ ਲਓ। नहीं पता की है, YouTube ਤੇ ਨਿਕਾ ਕੇ ਇਹ ਪ੍ਰੋਬਲਮ ਵੀ ਸਾਰਿਆਂ ਦੀ ਵੱਖਰੀ ਹੁੰਦੀ ਹੈ ਨਾ, ਇੱਕੋ ਨਹੀਂ ਹੁੰਦੀ ਹੈਗੀ, ਤਾਂ ਕਰਕੇ ਥੋੜੀ ਡਿਫਰੈਂਟ ਜਿਹੀ ਹੈ। ਮੈਂ ਤਾਂ ਕਰਕੇ ਕਿਹਾ ਵੀ ਜੇ ਮੈਨੂੰ ਠੀਕ ਹੈ ਜੀ, ਤੁਸੀਂ ਲਿਖਾ ਦਿਓ ਜੀ, ਨੰਬਰ ਲਿਖਾ ਦਿਓ, ਜਦੋਂ ਵੀ ਟਾਈਮ ਲੱਗੇਗਾ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਏਗੀ। ਥੈਂਕ ਯੂ ਜੀ। 905 ਹਾਂਜੀ 488 ਹਾਂਜੀ 7149 जी, ठीक है जी, थैंक यू जी। सत श्री अकाल। हाँ जी शहरी, सत श्री अकाल। सत श्री अकाल जी, कौन बोल रहे हो? हाँ, मैं टोरंटो तो बाठ बोल रहा। हाँ जी बाट साहब, की हाल है? हाँ जी, सत श्री अकाल जी। हाँ, एक गल करनी सी भी, देखो 23 तरीक ਨੂੰ ਭਗਤ ਸਿੰਘ ਦਾ ਸ਼ਹੀਦੀ ਦਿਨ ਹੋਇਆ। हाँ जी बिल्कुल ठीक है, लेकिन ਕਿਸੇ ਚੈਨਲ ਤੇ ਅਸੀਂ ਨਹੀਂ ਸੁਣਿਆ जी, पर ਅਸੀਂ ਤੇ ਗੁਰੂ ਘਰ ਤੋਂ ਸਿੱਧਾ ਲਾਈਵ ਪ੍ਰੋਗਰਾਮ ਕੀਤਾ ਸੀਗਾ ਸਾਡੇ ਚੈਨਲ ਵੱਲੋਂ। ਹੁਣ ਘਰੋਂ ਨਹੀਂ ਅਸੀਂ ਦੇਖਿਆ। ਹਾਂਜੀ, ਅਸੀਂ ਤੇ ਗੁਰੂ ਘਰ ਹੀ ਸੀਗੇ। 23 ਤਰੀਕ ਨੂੰ ਐਤਵਾਰ ਸੀਗਾ, ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਸੀਗਾ, ਔਰ ਰਿਚਮੰਡ ਹਿੱਲ ਗੁਰੂ ਘਰ ਬਹੁਤ ਧੂਮਧਾਮ ਦੇ ਨਾਲ ਮਨਾਇਆ ਗਿਆ। ਅਸੀਂ ਸਾਰੇ ਸ਼ਾਮਲ ਹੋਏ, ਜੋ ਸ਼ਾਮਲ ਹੋਏ ਉਹਨਾਂ ਨੂੰ ਮਤਲਬ ਬੜਾ ਮਾਣ ਹੋਇਆ ਕਿ ਅਸੀਂ ਉਸ ਸ਼ਹੀਦ ਨੂੰ ਅੱਜ ਇਸ ਮੁਲਕ ਦੇ ਵਿੱਚ ਯਾਦ ਰੱਖ ਰਹੇ ਹਾਂ ਜੀ। ਨਹੀਂ, ਅਸੀਂ ਸਾਨੂੰ ਮਾਣ ਹੈ ਜੀ, ਬਿਲਕੁਲ। ਦੇਖੋ ਉਸ ਵੇਲੇ ਪਾਕਿਸਤਾਨ ਹੈ ਨਹੀਂ ਸੀ ਜੀ, ਸਾਨੂੰ ਪਤਾ ਲੱਗਿਆ ਵੀ ਪਾਕਿਸਤਾਨ ਦੇ ਵਿੱਚ ਲੋਕਾਂ ਨੇ ਹੁਣ ਡਿਮਾਂਡ ਕੀਤੀ ਹੈ ਵੀ ਉਸ ਜਗ੍ਹਾ ਜੇਲ੍ਹ ਦੇ ਉੱਤੇ ਨਾ ਚੌਕ ਬਣਿਆ ਹੋਇਆ ਜੀ, ਤੇ ਉਹ ਚੌਕ ਦੇ ਵਿੱਚ ਉਹਦਾ ਬੁੱਤ ਲਾਇਆ ਜਾਵੇ ਭਗਤ ਸਿੰਘ ਦਾ ਜੀ, ਤੇ ਅਸੀਂ ਵੀ ਯਾਦ ਕਰਕੇ ਰੱਖੀਏ ਹਮੇਸ਼ਾ जी। शहीदों की चिताओं पे लगेंगे हर वर्ष मेले, वतन पर मिटने वालों का बस यही बाकी निशान होगा। ਅਸੀਂ ਹੋਰ ਕੀ ਕਰ ਸਕਦੇ ਹਾਂ जी, बिल्कुल ठीक। बहुत शुक्रिया सर, थैंक यू सो मच, थैंक यू। बहुत चंगा लगता है जी ਜਦੋਂ ਅਸੀਂ ਕਿਤੇ ਗੱਲਾਂ ਇੱਕ ਦੂਜੇ ਦੇ ਨਾਲ ਜੋੜਦੇ ਆਂ, ਕਰਦੇ ਆਂ, ਯਾਦ ਕਰਾਉਂਦੇ ਆਂ, ਕਦੀ ਕੁਝ ਭੁੱਲ ਚੁੱਕ ਵੀ ਹੋ ਜਾਂਦੀ ਹੈ, ਪਰ ਐਨੀਵੇ ਜੀ ਜ਼ਿੰਦਗੀ ਇਸੀ ਦਾ ਨਾਮ ਹੈਗਾ। ਸੋ ਕੱਲ ਮਿਲਾਂਗੇ ਤੁਹਾਡੇ ਨਾਲ, ਸਾਰਿਆਂ ਦੇ ਨਾਲ, ਘਰੇਲੂ ਨੁਕਤਿਆਂ ਦੇ ਨਾਲ, ਔਰ ਜੋ ਕੁਝ ਤੁਸੀਂ ਪੁੱਛਣਾ ਚਾਹੁੰਦੇ ਹੋ ਈਮੇਲ ਕਰ ਸਕਦੇ ਹੋ। ਫੇਸਬੁੱਕ ਦਾ ਪੇਜ ਸਾਂਝ ਦਿਲਾਂ ਦੀ ਕਰ ਦਿਓ ਲਾਈਕ। ਮਿਲਦੇ ਹਾਂ ਕੱਲ। ਸਤਿ ਸ਼੍ਰੀ ਅਕਾਲ।